ਡੈਡੀ ਡੈਡੀ ਤਾਂ ਮੈਨੂੰ ਕਹਿਣ ਨੂੰ ਉਹਦਾ ਦਿਲ ਨਹੀਂ ਕਰਦਾ। ਮੇਰੀ ਇੰਨੀ ਮਾੜੀ ਕਿਸਮਤ ਕਾਤੇ ਆ। ਮੈਂ ਕਹਿਣਾ ਮਾਂ ਇਹ ਤੋਂ ਚੰਗਾ ਸੀ ਜਦੋਂ ਮੈਂ ਜੰਮੀ ਸੀ ਤੂੰ ਮੈਨੂੰ ਉਦੋਂ ਹੀ ਮਾਰ ਦਿੰਦੀ। सचमुच लानत नहीं आउंदी। ओए पत्थर भी पिघल जाते ने और रब्बा समाज क्यों नहीं पिघलदा? क्यों धीआं बोझ ने? बाकी तो निलंदर मैं ठीक है पर जिंदगी च हुण तैनूं मैं कदी देख नहीं। अक्सर मुहब्बत की मिसाल बनते ने कई चेहरे, परंतु कलयुग विच जे देखा जाए तो कुछ ना कुछ ਵੱਖਰਾ ਜ਼ਰੂਰ ਮਿਲਦਾ, ਕਿਉਂਕਿ ਇਹ ਜਿਹੀਆਂ ਕਹਾਣੀਆਂ ਜੋ ਕਲੰਕਿਤ ਕਰਦੀਆਂ ਨੇ ਸਮਾਜ ਨੂੰ, ਪਰੰਤੂ ਕਈ ਇਹ ਜਿਹੇ ਜੋੜੇ ਨੇ ਜੋ ਮਿਸਾਲ ਵੀ ਪੈਦਾ ਕਰਦੇ ਨੇ, ਜਿਸ ਵਿੱਚ ਰੁਪਿੰਦਰ ਅਤੇ ਨਰਿੰਦਰ ਦੀ ਜੋੜੀ ਦਾ ਇੱਕ ਮਹੱਤਵਪੂਰਨ ਇਸ਼ਕ ਕਹੋ, ਪਤੀ ਪਤਨੀ ਸੰਬੰਧ ਕਹੋ, ਤੇ ਨਾਲ ਕਹੋ ਇੱਕ ਦਾਸਤਾਂ ਜੋ ਦਰਦ ਭਰੀ ਵੀ ਹੈ, ਜੋ ਸਮਾਜ ਨੂੰ ਸਵਾਲ ਵੀ ਕਰਦੀ ਹੈ, ਪੁੱਛਦੀ ਵੀ ਹੈ ਆਖਰ ਕੀ ਧੀ ਹੋਣਾ ਜੁਰਮ ਹੈ ਜਾਂ फिर एक वो पति जो कहता है खुश हो जावे मैं तेरे नाल हाँ चाहे सारा जग सानू छड़ना पै जाए। यह जी कहानी मैं जसविंदरपाल चैनल शन पंजाबी लैके तुहाडे हाजिर हाँ। तो एक कहानी जिहड़ी शुरुआत है सवाल तो कि सवाल यह है धी जमना कि जुर्म है, ये रुपिंदर ने हंडाया। की कहंदी है रुपिंदर? आओ रुपिंदर नाल गल करदे हां। सत श्री अकाल रुपिंदर बेटा। हाँ जी सत श्री अकाल जी। रुपिंदर हाँ जी। सवाल यह हाँ जी धी होना गुनाह है तुहाडी निगाह च? नहीं मेरी निगाह ਵਿੱਚ ਧੀ ਹੋਣਾ ਗੁਨਾਹ ਨਹੀਂ ਹੈਗਾ, ਪਰ ਜਿੱਥੇ ਮੈਂ ਜੰਮੀ ਸੀਗੀ ਉਹਨਾਂ ਦੀ ਨਿਗਾਹ ਵਿੱਚ ਮੈਂ ਜੰਮੀ ਸੀ ਧੀ, ਉਹਨਾਂ ਲਈ ਗੁਨਾਹ ਸੀਗਾ। ਇਸ ਸਮਾਜ ਵਿੱਚ ਅੱਜ ਵੀ ਬਹੁਤ ਸਾਰੇ ਇਦਾਂ ਦੇ ਲੋਕੀ ਆ ਜਿਨ੍ਹਾਂ ਦੀ ਸੋਚ ਇਹ ਆ ਕਿ ਸਾਡੇ ਘਰ ਵਿੱਚ ਧੀ ਨਹੀਂ ਪੁੱਤ ਜੰਮਣਾ ਚਾਹੀਦਾ ਆ। ਤੇ ਪੁੱਤ ਹੋਇਆ ਕੀ ਸੀ ਪੂਰਾ ਖੁੱਲ ਕੇ ਦੱਸੋ। ਹਾਂਜੀ ਜਿੱਦਾਂ ਕਿ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਹੀ ਦੁੱਖਾਂ ਨਾਲ ਹੋਈ ਆ। ਜਦੋਂ ਦੀ ਮੈਂ ਜਨਮੀ ਆ ਹੁਣ ਤੱਕ ਮਤਲਬ ਦੁੱਖ ਹੀ ਹੰਢਾ ਰਹੀ ਆ। ਇੱਕ ਬੱਚਾ ਜਨਮਦਾ ਆ ਹਨਾ, ਉਹ ਸੋਚਦਾ ਹੁਣ ਮੈਂ ਦੁਨੀਆ ਵਿੱਚ ਆਇਆ ਆ, ਤੇ ਜਦੋਂ ਪਹਿਲਾਂ ਬੋਲਣਾ ਸਿੱਖਦਾ ਉਹ ਸਭ ਤੋਂ ਬੋਲਣਾ ਮਾਂ ਤੇ ਆਪਣੇ ਪਿਓ ਸ਼ਬਦ ਸਿੱਖਦਾ, ਮੰਮੀ ਤੇ ਡੈਡੀ ਸ਼ਬਦ ਸਿੱਖਦਾ। ਮੈਂ ਇਹੋ ਜਿਹੀ ਮੱਧਭਾਗੀ ਆ ਵੀ ਕੁੜੀ ਜਿਹਨੇ ਅੱਜ ਤੱਕ ਕਦੀ ਡੈਡੀ ਸ਼ਬਦ ਨਹੀਂ ਕਿਹਾ। ਤੇ ਜਦੋਂ ਮੇਰਾ ਜਨਮ ਹੋਇਆ ਸੀ ਯਾਨੀ ਕਿ 1.25 ਮਹੀਨੇ ਦੀ ਸੀਗੀ, ਮੈਨੂੰ ਦੱਸਦੇ ਹੁੰਦੇ, ਮੈਨੂੰ ਤਾਂ ਬਹੁਤ ਟਾਈਮ ਬਾਅਦ ਜਾ ਕੇ ਪਤਾ ਚੱਲਿਆ ਸੀ ਕਿ ਇਸ ਪਿਛਲੀ ਅਸਲ ਕਹਾਣੀ ਕੀ ਆ, ਮੇਰੇ ਮੰਮੀ ਡੈਡੀ ਨਾਲ ਹੋਇਆ ਕੀ ਸੀ, ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀਗਾ ਮੇਰਾ ਡੈਡੀ ਕੌਣ ਆ ਤੇ ਡੈਡੀ ਕਿੱਥੇ ਆ। ਮੈਂ ਤਾਂ ਇਹ ਸੋਚਦੀ ਸੀ ਮੇਰਾ ਡੈਡੀ ਹੈ ਹੀ ਨਹੀਂ, ਜੋ ਕੁਛ ਹੈ ਮੇਰੀ ਮੰਮੀ ਆ। ਤੇ ਬਾਅਦ ਵਿੱਚ ਮੈਨੂੰ ਸਾਰੇ ਦੱਸਦੇ ਆ ਕਿ ਉਹਨਾਂ ਨੇ ਤੈਨੂੰ ਇਸ ਲਈ ਘਰ ਚੋਂ ਕੱਢ ਦਿੱਤਾ ਸੀ, ਤੈਨੂੰ ਤੇ ਤੇਰੀ ਮਾਂ ਨੂੰ, ਕਿਉਂਕਿ ਉਸ ਘਰ ਵਿੱਚ ਉਹਨਾਂ ਨੂੰ ਪੁੱਤ ਚਾਹੀਦਾ ਸੀ, ਪਰ ਤੇਰੀ ਮਾਂ ਦੀ ਕੁੱਖ ਚੋਂ ਇੱਕ ਧੀ ਜੰਮੀ ਹੁੰਦੀ ਆ, ਪਰ ਉਹਨਾਂ ਨੂੰ ਧੀ ਨਹੀਂ ਚਾਹੀਦੀ ਹੁੰਦੀ। ਉਹ ਸੋਚਦੇ ਆ ਕਿ ਇਸ ਧੀ ਨੂੰ ਕਿੱਥੇ ਪਾਲਾਂਗੇ, ਕਿੱਥੇ ਇਹਨੂੰ ਵਿਆਹਾਂਗੇ, ਕਿੱਥੇ ਇਹਨੂੰ ਪੜ੍ਹਾਵਾਂਗੇ, ਵੀ ਇਹ ਸਾਡੇ ਸਿਰ ਤੇ ਇੱਕ ਭਾਰ ਆ, ਕਿੱਥੇ ਸਾਡੇ ਮੱਥੇ ਤੇ ਪੱਥਰ ਵੱਜਿਆ। ਇਸ ਲਈ ਮੈਨੂੰ ਤੇ ਮੇਰੀ ਮਾਂ ਨੂੰ ਜਦੋਂ ਮੈਂ 1.25 ਮਹੀਨੇ ਹੁੰਦੀ ਆ ਘਰ ਤੋਂ ਕੱਢ ਦਿੱਤਾ ਜਾਂਦਾ ਆ। ਕੀ ਸੱਚਮੁੱਚ ਇਹ ਉਹ ਸਮਾਜ ਦੀ ਗੱਲ ਕਰ ਰਹੇ ਆ ਜਿਹਦੇ 21ਵੀਂ ਸਦੀ ਤੇ ਅਸੀਂ ਪਹੁੰਚਣ ਦੀ ਗੱਲ ਕਰਦੇ ਆ? दूसरे पासे असी धी ते पुत के दर्जे नूं बराबर मानते हैं कि यह असलीयत है? ये रुपिंदर दस रही है। उस बाप नूं क्यों नहीं लानत आंदी, क्यों नहीं समाज नूं लानत आंदी कि यह जा क्यों चुनी है इसकी किस्मत? क्यों आखिर फिर की हुंदा तुहाडे नाल जदों प्यो ने तुहानूं नकारता ते मां दा दूजा ब्याह हो जांदा जो तुसीं दस रहे हो, फिर तुहाडे नाल की होया? ਹਾਂਜੀ ਉਸ ਤੋਂ ਬਾਅਦ ਜਦੋਂ 1.25 ਮਹੀਨੇ ਦੀ ਕੱਢ ਦਿੱਤਾ ਜਾਂਦਾ ਤੇ ਮੈਂ ਆਪਣੇ ਨਾਨਕੀ ਆ ਜਾਂਦੀ ਹਾਂ। ਮੇਰੇ ਨਾਨਾ ਨਾਨੀ ਮੈਨੂੰ ਪਾਲਦੇ ਆ, ਤੇ ਉਸ ਟਾਈਮ ਮੇਰੇ ਜਿਹੜੇ ਮੰਮੀ ਤੇ ਡੈਡੀ ਤਾਂ ਮੈਨੂੰ ਕਹਿਣ ਨੂੰ ਉਹਦਾ ਦਿਲ ਨਹੀਂ ਕਰਦਾ, ਕਿਉਂਕਿ ਉਹਨੇ ਡੈਡੀ ਵਾਲੀ ਜ਼ਿੰਮੇਵਾਰੀ ਉਸ ਇਨਸਾਨ ਨੇ ਕਦੀ ਨਿਭਾਈ ਨਹੀਂ ਹੈਗੀ। ਬਹੁਤ ਸਾਰੇ ਲੋਕੀ ਦੱਸਦੇ ਆ ਕਿ ਉਹ ਹਜੇ ਵੀ ਜੀਂਦਾ, ਪਰ ਉਹਨੂੰ ਕੋਈ ਫਰਕ ਨਹੀਂ ਮੇਰੀ ਧੀ ਕਿੱਥੇ ਆ, ਮੇਰੀ ਧੀ ਜੀਂਦੀ ਆ ਜਾਂ ਮਰੀ ਆ। ਤੇ ਉਸ ਟਾਈਮ ਮੇਰੀ ਮੰਮੀ ਮੈਨੂੰ ਇਹ ਵੀ ਦੱਸਦੀ ਹੁੰਦੀ ਆ ਕਿ ਜਦੋਂ ਅਦਾਲਤ ਵਿੱਚ ਕੇਸ ਚੱਲਦਾ ਹੁੰਦਾ ਆ ਤੇ ਮੰਮੀ ਕਹਿੰਦੀ ਬਹੁਤ ਸਾਰੇ ਲੋਕੀ ਮੈਨੂੰ ਇਹ ਕਹਿੰਦੇ ਆ ਵੀ ਤੇਰੀ ਹਲੇ ਉਮਰ ਹੀ ਕੀ ਆ, ਚੱਲ ਤੇਰਾ ਤਾਂ ਦੂਜਾ ਵਿਆਹ ਕਰ ਦੇਵਾਂਗੇ, ਵੀ ਤੂੰ ਧੀ ਨੂੰ ਨਾ ਰੱਖ। ਜੇ ਤੂੰ ਧੀ ਨੂੰ ਰੱਖਿਆ ਇਸ ਕਰਕੇ ਤੈਨੂੰ ਬਹੁਤ ਸਾਰੀਆਂ ਚੀਜ਼ਾਂ ਫੇਸ ਕਰਨੀਆਂ ਪੈ ਸਕਦੀਆਂ, ਵੀ ਤੂੰ ਇਹਨੂੰ ਕਿੱਥੇ ਲਈ ਫਿਰੂੰਗੀ ਸਾਰੀ ਉਮਰ। ਤੈਨੂੰ ਪਤਾ ਵੀ ਧੀਆਂ ਨੂੰ ਪੜ੍ਹਾਉਣਾ ਪੈਂਦਾ ਆ, ਫਿਰ ਉਹਨਾਂ ਨੂੰ ਵਿਆਹੁਣਾ ਪੈਂਦਾ, ਇਸ ਲਈ ਤੂੰ ਉਹਨਾਂ ਨੂੰ ਦੇ ਦੇ। ਪਰ ਮੇਰੀ ਮਾਂ ਕਹਿੰਦੀ ਮੇਰੀ ਭਾਵੇਂ ਜ਼ਿੰਦਗੀ ਬਰਬਾਦ ਹੋ ਜਾਵੇ ਪਰ ਮੈਂ ਉਹਨਾਂ ਨੂੰ ਨਹੀਂ ਦੇਣਾ। ਤੇ ਉੱਧਰ ਉਹਨਾਂ ਨੇ ਵੀ ਨਾ ਕਰ ਦਿੱਤੀ, ਕਹਿੰਦੇ ਵੀ ਅਸੀਂ ਨਹੀਂ ਧੀ ਰੱਖ ਸਕਦੇ ਹੈਗੇ, ਵੀ
ਚਾਹੇ ਇਹਨੂੰ ਮਾਰ ਦੋ, ਚਾਹੇ ਇਹਨੂੰ ਅਨਾਥ ਆਸ਼ਰਮ 'ਚ ਛੱਡ ਦੋ, ਵੀ ਅਸੀਂ ਨਹੀਂ ਰੱਖਣੀ। ਅਦਾਲਤ ਵਿੱਚ ਮੈਨੂੰ ਇਹ ਦੱਸਦੀ ਹੁੰਦੀ ਸੀ ਮੇਰੀ ਮਾਂ, ਜਦੋਂ ਮੈਂ ਵੱਡੀ ਹੋ ਗਈ, ਕਿ ਮਾਂ ਕਹਿੰਦੀ ਮੈਂ ਤੈਨੂੰ ਇੱਦਾਂ ਚੱਕਿਆ ਹੋਇਆ ਸੀਗਾ, ਸੀਨੇ ਨਾਲ ਆਇਆ ਹੋਇਆ ਸੀ। ਮਾਂ ਕਹਿੰਦੀ ਮਤਲਬ ਬਹੁਤ ਸਾਰੇ ਲੋਕਾਂ ਨੇ ਜਿਹੜੇ ਮਾਂ ਵੱਲੋਂ ਸੀਗੇ, ਉਹਨਾਂ ਨੇ ਕਹਿੰਦੀ ਖੋਹਣ ਦੀ ਕੋਸ਼ਿਸ਼ ਕੀਤੀ ਕਿ ਵੀ ਇਹਨੂੰ ਛੱਡ ਦੇ, ਕੁੜੀ ਨੂੰ ਆਪਾਂ ਉੱਧਰ ਦੇ ਦਈਏ, ਪਰ ਮਾਂ ਕਹਿੰਦੀ ਮੈਂ ਤੈਨੂੰ ਛੱਡਿਆ ਨਹੀਂ। ਕਹਿੰਦੀ ਮੈਂ ਜੇ ਤੈਨੂੰ ਅੱਜ ਉੱਥੇ ਛੱਡ ਦਿੰਦੀ, ਕਹਿੰਦੀ ਉਹ ਇੰਨੇ ਗੰਦੇ ਅਤੇ ਗਿਰੇ ਹੋਏ ਲੋਕੀ ਸੀ, ਸ਼ਾਇਦ ਕਹਿੰਦੀ ਅੱਜ ਤਾਂ ਦੁਨੀਆ ਵਿੱਚ ਵੀ ਨਾ ਹੁੰਦੀ, ਉਹ ਤੈਨੂੰ ਮਾਰ ਦਿੰਦੇ। ਚੱਲ ਜਿੱਦਾਂ ਵੀ ਸੀਗਾ, ਮੈਂ ਨਾ ਸਟਰਗਲ ਕਰਕੇ ਆਪਣੀ ਸਟੱਡੀ ਕੀਤੀ, ਤੇ ਬਾਅਦ ਵਿੱਚ ਮੇਰੀ ਮਾਂ ਦਾ ਦੂਜਾ ਵਿਆਹ ਕਰ ਦਿੱਤਾ ਜਾਂਦਾ ਆ। ਤੇ ਚਲੋ ਸੋਚਿਆ ਵੀ ਪੇ ਦਾ ਪਿਆਰ ਬਚਪਨ ਤੋਂ ਨਹੀਂ ਮਿਲਿਆ, ਨਾ ਕਦੀ ਕਿਸੇ ਨੂੰ ਪੇ ਕਿਹਾ, ਨਾ ਡੈਡੀ ਸ਼ਬਦ ਦਾ ਮੈਨੂੰ ਅਰਥ ਨਹੀਂ ਪਤਾ ਸੀਗਾ, ਉਹ ਅੱਜ ਤੱਕ ਨਹੀਂ ਪਤਾ। ਸੋਚਿਆ ਸੀ ਚਲੋ ਮੰਮੀ ਦੀ ਹੁਣ ਮੈਰਿਜ ਹੋ ਗਈ ਆ, ਪਹਿਲਾਂ ਤਾਂ ਮੈਂ ਆਪਣੇ ਨਾਨਕੀ ਪੜ੍ਹਦੀ ਰਹੀ, ਉਸ ਤੋਂ ਬਾਅਦ ਮੈਨੂੰ ਨਾ ਜਿੱਥੇ ਮੇਰੇ ਸਟੈਪ ਫਾਦਰ ਹੁੰਦਾ ਉੱਥੇ ਛੱਡ ਦਿੱਤਾ ਜਾਂਦਾ ਆ। ਤੇ ਸੋਚਿਆ ਚਲੋ ਇੱਥੇ ਪੇ ਦਾ ਪਿਆਰ ਮਿਲੂਗਾ, ਉੱਥੇ ਵੀ ਮੇਰੇ ਨਾਲ ਉਹੀ ਵਿਤਕਰਾ ਕੀਤਾ ਜਾਂਦਾ ਆ। ਵੀ ਪਤਾ ਨਹੀਂ ਮੈਂ ਕੀ ਗੁਨਾਹ ਕਰ ਦਿੱਤਾ, ਮੈਨੂੰ ਇਹ ਅੱਜ ਤੱਕ ਸਮਝ ਨਹੀਂ ਆਉਂਦੀ ਮੇਰਾ ਗੁਨਾਹ ਕੀ ਸੀ, ਮੇਰਾ ਕਸੂਰ ਕੀ ਸੀ ਕਿ ਮੈਨੂੰ ਇੰਨੇ ਰੁਪਿੰਦਰ ਦਾ ਜਿਹੜਾ ਇਹ ਕਹਿਣਾ ਹੈ ਕਿ ਇਹ ਵਿਤਕਰਾ ਕਿਉਂ? ਲਾਹਨਤ ਹੈ ਉਸ ਸਮਾਜ ਤੇ ਜੋ ਧੀ ਨੂੰ ਆਪਣੇ ਤੇ ਬੋਝ ਮੰਨਦਾ ਹੈ। ਕਿ ਅਸੀਂ ਉਸ ਧਰਤੀ ਤੇ ਜਾਏ ਹਾਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਕਿ ਜਿਹੜੀ ਮਾਂ ਦੀ ਕੁੱਖ ਹੈ ਸਭ ਤੋਂ ਵੱਡੀ ਕੁੱਖ ਹੈ। ਕਿ ਧੀ ਉਸ ਦੀ ਕਿਵੇਂ ਹੋ ਗਈ ਏਦਾਂ? ਕਿ ਸਾਡੇ ਸਮਾਜ ਨੂੰ ਕਦੋਂ ਅਕਲ ਆਏਗੀ, ਕਦੋਂ ਇਹ ਜਿਹਾ ਵਿਤਕਰਾ ਬੰਦ ਕਰਨਗੇ ਕਿ ਰੁਪਿੰਦਰ ਵਰਗੀ ਕੁੜੀਆਂ ਨੂੰ, ਹੋਣਹਾਰ ਕੁੜੀਆਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਹੈ। ਰੁਪਿੰਦਰ ਬੇਟਾ ਯੁੱਗ ਯੁੱਗ ਜੀ, ਪਰ ਸਵਾਲ ਇਹ ਹੈ ਕਿ ਤੂੰ ਅੱਗੇ ਵੀ ਵਧਣਾ ਸੀ, ਤੇਰੇ ਵੀ ਖਾਬ ਹੋਣਗੇ। ਉਹ ਕੀ ਖਾਬ ਸੀਗੇ ਜੋ ਅਧੂਰੇ ਰਹਿ ਗਏ? ਹਾਂਜੀ, ਮੇਰੇ ਬਹੁਤ ਸੁਪਨੇ ਸੀ। ਪਹਿਲਾਂ ਤਾਂ ਮੈਂ ਨਾ ਪੜ੍ਹਨ ਦੇ ਵਿੱਚ ਬਹੁਤ ਹੁਸ਼ਿਆਰ ਹੁੰਦੀ ਸੀ, ਮੈਨੂੰ ਹੋਰ ਕਿਸੇ ਚੀਜ਼ ਨਾਲ ਕੋਈ ਸੰਬੰਧ, ਮੈਂ ਆਪਣੀ ਪੜ੍ਹਾਈ ਨਾਲ ਲੈ ਕੇ ਬੈਠੀ ਰਹਿੰਦੀ ਹੁੰਦੀ ਸੀ, ਕਿਤਾਬਾਂ ਮੈਂ ਸਾਰਾ ਦਿਨ ਪੜ੍ਹਦੀ ਹੁੰਦੀ। ਮੈਨੂੰ ਹੁੰਦਾ ਸੀਗਾ ਮੈਂ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜਾ, ਮੈਂ ਕੁਛ ਬਣਾ, ਪਰ ਮੈਂ ਕੁਛ ਤਾਂ ਨਹੀਂ ਬਣ ਪਾਈ ਮੈਨੂੰ, ਕਿਉਂਕਿ ਪੇ ਦੀ ਸਪੋਰਟ ਨਹੀਂ ਸੀਗੀ। ਜਦੋਂ ਇੱਕ ਧੀ ਜਾਂ ਪੁੱਤ ਦੇ ਸਿਰ ਤੇ ਪੇ ਦੀ ਸਪੋਰਟ ਹੁੰਦੀ, ਉਹ ਜ਼ਿੰਦਗੀ 'ਚ ਕੁਛ ਨਾ ਕੁਛ ਜ਼ਰੂਰ ਬਣ ਜਾਂਦਾ। ਇੱਕ ਮੇਰੀ ਮਾਂ ਵੀ ਹੈ ਨਾ, ਬਗਾਨੇ ਥਾਂ ਸੀ, ਸਟੈਪ ਫਾਦਰ ਉੱਥੇ ਮੈਨੂੰ ਨਹੀਂ ਚੱਲਦੇ ਸੀਗੇ, ਉਹਦੇ ਕਰਕੇ ਮੈਂ ਵੀ ਕੁਛ ਨਹੀਂ ਬਣ ਪਾਈ। ਜਾਣੀ ਕਿ ਮੇਰੀ ਪੜ੍ਹਾਈ ਵੀ ਇੱਦਾਂ ਹੁੰਦੀ ਸੀਗੀ, ਮੈਂ ਲੁੱਕ ਕੇ ਪੜ੍ਹਦੀ ਹੁੰਦੀ ਸੀਗੀ। ਕਦੀ ਮੈਂ ਖੇਤਾਂ 'ਚ ਚੱਲ ਜਾਣਾ, ਕਦੀ ਮੈਂ ਕੋਠੇ ਤੇ ਪੜ੍ਹਨਾ, ਕਦੀ ਮੈਂ ਰਾਤ ਨੂੰ ਅੱਧੀ ਰਾਤ ਨੂੰ ਮੋਮਬੱਤੀ ਜਗਾ ਕੇ ਪੜ੍ਹਨਾ। ਇੱਥੋਂ ਤੱਕ ਕਿ ਮੈਨੂੰ ਬਲਬ ਵੀ ਜਗਾਉਣ ਨਹੀਂ ਦਿੱਤਾ ਜਾਂਦਾ ਸੀਗਾ, ਵੀ ਕਿਤੇ ਬੈਲ ਨਾ ਆ ਜਾਵੇ, ਉਹ ਵੀ ਬੰਦ ਕਰ ਦਿੱਤਾ ਜਾਂਦਾ ਸੀ ਵੀ ਪੜ੍ਹਾਈ ਨਾ ਕਰ ਲਵੇ। ਕਈ ਵਾਰ ਤਾਂ ਮੈਨੂੰ ਨਾ ਧੱਕੇ ਮਾਰ ਕੇ ਵੀ ਘਰ ਤੋਂ ਕੱਢ ਦਿੱਤਾ ਜਾਂਦਾ ਹੁੰਦਾ। ਮੈਂ ਮਾਂ ਨੂੰ ਕਹਿਣਾ, ਮਾਂ ਮੈਂ ਕਿੱਥੇ ਜਾਵਾਂ, ਮੈਨੂੰ ਤਾਂ ਕਿਸੇ ਨੇ ਵੀ ਨਹੀਂ ਚੱਲਿਆ, ਉਹਨਾਂ ਨੇ ਕੱਢ ਦਿੱਤਾ, ਇੱਥੇ ਵੀ ਧੱਕੇ ਪੈਂਦੇ ਆ, ਮੇਰੀ ਇੰਨੀ ਮਾੜੀ ਕਿਸਮਤ ਕਾਹਤੇ ਆ। ਮੈਂ ਕਹਿਣਾ ਮਾਂ ਇਹ ਤੋਂ ਚੰਗਾ ਸੀ ਜਦੋਂ ਮੈਂ ਜੰਮੀ ਸੀ, ਤੂੰ ਮੈਨੂੰ ਉਦੋਂ ਹੀ ਮਾਰ ਦਿੰਦੀ। ਕਿ ਸੱਚਮੁੱਚ ਲਾਹਨਤ ਨਹੀਂ ਆਉਂਦੀ? ਓਏ ਪੱਥਰ ਵੀ ਪਿਘਲ ਜਾਂਦੇ ਨੇ, ਔਰ ਰੱਬਾ ਸਮਾਜ ਕਿਉਂ ਨਹੀਂ ਪਿਘਲਦਾ? ਕਿਉਂ ਧੀਆਂ ਬੋਝ ਨੇ? ਇਹ ਕੁੜੀ ਦੇ ਅਥਰੂ ਅੱਜ ਵੀ ਪੰਜਾਬ, ਉਸ ਪੰਜਾਬ ਨੂੰ ਚੀਖ ਚੀਖ ਕੇ ਕਹਿ ਰਹੇ ਨੇ ਕਦੋਂ ਧੀਆਂ ਦਾ ਬਦਲਾ ਆਊਗਾ, ਕਦੋਂ ਧੀਆਂ ਨੂੰ ਕੁੱਖ 'ਚ ਮਾਰਨ ਦੀ ਬਜਾਏ ਉਹਨਾਂ ਨੂੰ ਅੱਗੇ ਵਧਣ ਦਿੱਤਾ ਜਾਊਗਾ। ਆਖਰ ਕੀ ਕਸੂਰ ਹੈ ਰੁਪਿੰਦਰ ਦਾ? ਇਹ ਸਵਾਲ ਹੈ ਤੁਹਾਡੇ ਸਾਹਮਣੇ। ਔਰ ਮੇਰੀ ਛਾਤੀ ਪਾਟ ਰਹੀ ਹੈ, ਤੁਹਾਡੀ ਛਾਤੀ ਨਹੀਂ ਪਾਟੀ। ਆਖਰ ਕਿਉਂ ਨਹੀਂ ਸੋਚਦਾ? ਚਾਹੇ ਉਹ ਸਟੈਪ ਫਾਦਰ ਹੈ ਜਾਂ ਕੁੱਖੋਂ ਜੰਮਣ ਵਾਲੀ, ਉਸ ਪਿਓ ਨੂੰ ਲਾਹਨਤ ਹੈ। ਕਿਉਂ ਆਖਰ ਧੀਆਂ ਨੂੰ ਬਹੁਤ ਸਮਝਿਆ ਜਾਂਦਾ ਹੈ? ਇਹਦਾ ਜਵਾਬ ਵਕਤ ਨਾਲ ਦੇਣਾ ਪਏਗਾ। ਪਰ ਰੁਪਿੰਦਰ ਦੇ ਤੁਸੀਂ ਸਾਰੇ ਮੁਜਰਮ ਹੋ। ਇਸ ਸਥਿਤੀ ਲਈ ਉਹ ਕੁੜੀ ਜੋ ਬਣਨਾ ਚਾਹੁੰਦੀ ਸੀ ਨਹੀਂ ਬਚ ਸਕੀ। ਪਰ ਇਹ ਸਵਾਲ ਹਜੇ ਵੀ ਬਾਕੀ ਹੈ, ਕਿਉਂਕਿ ਕਹਾਣੀ ਇੱਥੇ ਨਹੀਂ ਮੁੱਕਦੀ। ਰੁਪਿੰਦਰ ਨਾਲ ਅਜੇ ਹੋਰ ਵੀ ਬੁਰਾ ਹੋਇਆ। ਰੁਪਿੰਦਰ ਅੱਗੇ ਕੀ ਹੁੰਦਾ ਤੁਹਾਡੇ ਨਾਲ? ਹਾਂਜੀ, ਕਈ ਵਾਰ ਤਾਂ ਮੇਰੇ ਨਾਲ ਇਦਾਂ ਹੁੰਦੀ ਹੈ, ਜਿਹੜੀਆਂ ਮੇਰੀਆਂ ਕਿਤਾਬਾਂ ਹੁੰਦੀਆਂ ਉਹਨਾਂ ਨੂੰ ਚੱਕ ਕੇ ਬਾਹਰ ਸੱਟ ਦਿੱਤਾ ਜਾਂਦਾ। ਮੈਨੂੰ ਇਦਾਂ ਕਹਿੰਦਾ ਵੱਡੀ ਪੜਾਕੂ ਤੇ ਪੜ੍ਹ ਕੇ ਜੱਜ ਬਣਨਾ ਆ, ਤੈਨੂੰ ਤੇਰਿਆਂ ਨੇ ਤਾਂ ਝੱਲਿਆ ਨਹੀਂ ਹੈਗਾ, ਪਤਾ ਨਹੀਂ ਕਿੱਥੋਂ ਆਈ ਆ। ਮਤਲਬ ਉਹ ਵੀ ਮੇਰੇ ਤੇ ਉਂਗਲੀ ਉਠਾਉਂਦੇ ਹੁੰਦੇ ਸੀ, ਇਹ ਕਿੱਥੋਂ ਲਿਆਂਦੀ ਕੁੜੀ, ਕੌਣ ਆ, ਕਿਹੜਾ ਇਹਦਾ ਪਿੱਛਾ ਆ, ਕਿਹੜਾ ਇਹਦਾ ਡੈਡੀ ਆ। ਮੈਂ ਤਾਂ ਇਹ ਵੀ ਚੀਜ਼ਾਂ ਪੁੱਛੀਆਂ ਜਾਂਦੀਆਂ ਹੁੰਦੀਆਂ ਸੀ। ਮੈਂ ਤਾਂ ਮੇਰੀ ਮਾਂ ਤੋਂ ਚੋਰੀ ਛੁਪੇ ਮੇਰੇ ਤੋਂ ਇਹ ਚੀਜ਼ਾਂ ਆਂਢ ਗੁਆਂਢ ਦੇ ਲੋਕੀ ਪੁੱਛਦੇ ਹੁੰਦੇ ਸੀਗੇ, ਅੱਛਾ ਤੂੰ ਇਹਦੀ ਧੀ ਆ, ਅੱਛਾ ਤੇਰਾ ਪੇ ਕੌਣ ਆ, ਕਿਹੜਾ ਤੇਰਾ ਪਿੰਡ, ਤੂੰ ਸਕੀ ਧੀ ਆ। ਮੈਂ ਕਿਹਾ ਇਹ ਚੀਜ਼ਾਂ ਮੈਨੂੰ ਕਾਹਤੇ ਪੁੱਛੀਆਂ ਜਾਂਦੀਆਂ, ਮੈਂ ਇਸੇ ਮਾਂ ਦੀ ਕੁੱਖ 'ਚੋਂ ਜਨਮੀ ਆ। ਜੇ ਉਸ ਦਿਨ ਮੇਰਾ ਪੇ ਮੈਨੂੰ ਘਰੋਂ ਨਾ ਕੱਢਦਾ ਤਾਂ ਅੱਜ ਮੈਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਨਾ ਦੇਣੇ ਪੈਂਦੇ, ਅੱਜ ਮੇਰੇ ਤੇ ਮੱਥੇ ਤੇ ਕਲੰਕ ਨਾ ਲੱਗਦਾ ਇਹਨਾਂ ਚੀਜ਼ਾਂ ਦੇ ਕਰਕੇ।
ਉਸ ਟਾਈਮ ਮੈਨੂੰ ਮਤਲਬ ਇੰਨਾ ਜ਼ਿਆਦਾ ਔਖਾ ਹੋ ਜਾਂਦਾ ਸੀ। ਮੇਰਾ ਕਈ ਵਾਰ ਇਦਾਂ ਦਿਲ ਕਰਦਾ ਸੀ ਕਿ ਮੈਂ ਸੁਸਾਈਡ ਕਰ ਲਵਾਂ, ਮੈਂ ਮਰ ਜਾਵਾਂ, ਕਿਉਂਕਿ ਉਹੋ ਜਿਹੀ ਜ਼ਿੰਦਗੀ ਜੀਣ ਨਾਲੋਂ ਬੰਦੇ ਨੂੰ ਮੌਤ ਆਣੀ ਚੰਗੀ ਆ। ਕਿਉਂਕਿ ਬਚਪਨ ਤੋਂ ਲੈ ਕੇ ਹੁਣ ਤੱਕ ਸਿਰਫ ਧੱਕੇ ਹੀ ਖਾਦੇ ਆ। ਇੱਕ ਘਰ ਨਹੀਂ ਚੱਲਦਾ ਸੀ ਦੂਜੇ ਚੱਲ ਜਾਂਦੀ ਸੀ, ਉਹ ਕਹਿੰਦੇ ਸਾਡੀ ਨਹੀਂ ਕੁਛ ਲੱਗਦੀ ਤੀਜੇ ਚੱਲ ਜਾਂਦੀ ਸੀ। ਇੱਕ ਟਾਈਮ ਤਾਂ ਇਦਾਂ ਦਾ ਹੋ ਗਿਆ ਸੀ, ਸਾਰਿਆਂ ਨੇ ਰਿਸ਼ਤੇਦਾਰਾਂ ਨੇ ਡਿਸੀਜਨ ਲੈ ਲਿਆ ਸੀ ਕਿ ਇਹਨੂੰ ਅਨਾਥ ਆਸ਼ਰਮ ਛੱਡ ਦਈਏ। ਮੈਂ ਕਿਹਾ ਮੇਰੀ ਮਾਂ ਤਾਂ ਹੈਗੀ ਹੈ, ਮੇਰੀ ਮਾਂ ਹੋਣ ਦੇ ਬਾਵਜੂਦ ਇਵਨ ਕਿ ਪੇ ਵੀ ਮੇਰਾ ਦੁਨੀਆ 'ਚ, ਫਿਰ ਵੀ ਮੈਨੂੰ ਅਨਾਥ ਆਸ਼ਰਮ ਛੱਡਣ ਦਾ ਡਿਸੀਜਨ ਲੈ ਲਿਆ ਸੀਗਾ ਸਾਰੇ ਹੋਣ ਦੇ ਬਾਵਜੂਦ। ਪਰ ਮੇਰਾ ਕੋਈ ਹੱਥ ਨਹੀਂ ਫੜਦਾ ਸੀ, ਮੇਰੇ ਸਿਰ ਤੇ ਕੋਈ ਹੱਥ ਨਹੀਂ ਰੱਖਦਾ ਸੀ, ਕਿਉਂਕਿ ਸ਼ਾਇਦ ਮੈਂ ਧੀ ਸੀਗੀ ਇਸ ਲਈ। ਰੁਪਿੰਦਰ, ਕਿਹੜਾ ਹੌਸਲਾ ਸੀ ਜਿਹੜਾ ਤੁਹਾਨੂੰ ਅੱਗੇ ਵਧਣ ਨੂੰ ਪ੍ਰੇਰਿਤ ਕਰ ਰਿਹਾ ਸੀ? ਹਾਂਜੀ, ਉਸ ਟਾਈਮ ਮੈਨੂੰ ਇਹੀ ਸੀਗਾ ਕਿ ਚਲੋ ਜਿਨ੍ਹਾਂ ਨੇ ਮੈਨੂੰ ਨਾ ਬਚਪਨ ਵਿੱਚ ਛੱਡ ਦਿੱਤਾ, ਮੈਂ ਕੁਝ ਐਦਾਂ ਦਾ ਬਣ ਕੇ ਦਿਖਾਉਣਾ, ਆਪਣੇ ਪੈਰਾਂ ਤੇ ਖੜਨਾ ਕਿ ਉਹਨਾਂ ਨੂੰ ਪਛਤਾਵਾ ਹੋਵੇ ਕਿ ਕਾਸ਼ ਅਸੀਂ ਉਸ ਦਿਨ ਇਹਦੀ ਮਾਂ ਨੂੰ ਤੇ ਇਹਨੂੰ ਘਰੋਂ ਨਾ ਕੱਢਿਆ ਹੁੰਦਾ, ਵੀ ਅਸੀਂ ਇਹਨੂੰ ਇਹ ਮੰਨ ਕੇ ਨਾ ਘਰੋਂ ਕੱਢਿਆ ਹੁੰਦਾ ਕਿ ਸਾਡੀ ਧੀ ਆ, ਇਹਨੇ ਤੇ ਪੁੱਤਾਂ ਨਾਲੋਂ ਵੀ ਵੱਧ ਕੇ ਕੀਤਾ। ਬਸ ਮੇਰੇ ਦਿਲ ਵਿੱਚ ਇਹੀ ਸੀਗਾ ਕਿ ਮਾਂ ਤੇਰਾ ਤੇ ਮੇਰਾ ਬਦਲਾ ਮੈਂ ਕੁਝ ਬਣ ਕੇ ਲਊਂਗੀ, ਮੈਂ ਕੁਝ ਨਾ ਕੁਝ ਜ਼ਰੂਰ ਬਣਨਾ ਆ। ਪਰ ਕਿਸਮਤ ਇੰਨੀ ਮਾੜੀ, ਇੰਨੀਆਂ ਜ਼ਿਆਦੀਆਂ ਅੜਚਣਾਂ ਆਉਂਦੀਆਂ ਰਹੀਆਂ। ਉਹ ਸਟੈਪ ਫਾਦਰ ਦਾ ਜੋ ਮਤਰੇਆਪਨ ਦਾ ਪਿਆਰ ਹੁੰਦਾ ਨਾ, ਉਹ ਚੀਜ਼ ਨੇ ਮੈਨੂੰ ਅੱਜ ਤੱਕ ਕਦੀ ਕੁਝ ਨਹੀਂ ਬਣਨ ਦਿੱਤਾ। ਇਹ ਮਰਦ ਸਮਾਜ ਕਿੱਧਰ ਲੈ ਕੇ ਗਿਆ? ਇਸ ਲੜਕੀ ਦੀਆਂ ਖੁਸ਼ੀਆਂ, ਭੁੱਖ ਕਿੱਥੇ ਲੈ ਗਿਆ? ਸਵਾਲ ਦਾ ਜਵਾਬ ਮੰਗਦਾ ਹੈ, ਸਵਾਲ ਮੰਗਦਾ ਹੈ ਜਵਾਬ ਇਸ ਕੁੜੀ ਦੇ ਜਜ਼ਬਾਤ ਦਾ। ਆਖਰ ਕਿਉਂ? ਕਿ ਰੁਪਿੰਦਰ, ਸਵਾਲ ਮੇਰਾ, ਮਰਦ ਸਮਾਜ ਸੱਚਮੁੱਚ ਹੀ ਸਾਰੇ ਮਰਦ ਇੱਕੋ ਜਿਹੇ ਨਹੀਂ? ਨਹੀਂ, ਮੈਂ ਇਹ ਨਹੀਂ ਮੰਨਦੀ ਕਿ ਸਾਰੇ ਮਰਦ ਇੱਕੋ ਜਿਹੇ ਨੇ। ਜਿੱਦਾਂ ਹੁਣ ਹਸਬੈਂਡ ਹੈ ਮੇਰੇ, ਇਹ ਵੀ ਇੱਕ ਮਰਦ ਹੀ ਆ, ਇਹ ਇਸ ਦੁੱਖ ਟਾਈਮ ਮੇਰਾ ਇੰਨਾ ਸਾਥ ਦੇ ਰਹੇ ਨੇ। ਸਾਰੇ ਮਰਦ ਇੱਕੋ ਜਿਹੇ ਨਹੀਂ ਹੁੰਦੇ। ਕੁਝ ਮਰਦਾਂ ਦੀ ਸੋਚ, ਮੈਂਟੈਲਿਟੀ ਇੰਨੀ ਗਿਰੀ ਹੁੰਦੀ ਆ ਵੀ ਮਤਲਬ ਉਹਨਾਂ ਨੂੰ ਮੁੰਡਿਆਂ ਨਾਲ ਹੀ ਮਤਲਬ ਹੁੰਦਾ, ਤੇ ਇੱਕ ਉਹਨਾਂ ਨੂੰ ਆਹ ਬਹੁਤ ਹੋ ਜਾਂਦਾ ਸਾਡਾ ਖੂਨ ਨਹੀਂ ਹੈਗੀ, ਇਹ ਪਿੱਛੇੋਂ ਆਈਓ ਆ। ਇਹ ਚੀਜ਼ਾਂ 'ਚ ਵੀ ਬਹੁਤ ਪੈ ਜਾਂਦੇ ਆ। ਜੇ ਦੇਖਿਆ ਜਾਵੇ ਤਾਂ ਖੂਨ ਦੇ ਰਿਸ਼ਤੇ ਨਾਲ ਦਿਲ ਦੇ ਰਿਸ਼ਤੇ ਅੱਜ ਕੱਲ੍ਹ ਜ਼ਿਆਦਾ ਵੱਡੇ ਆ। ਜੇ ਚਲੋ ਠੀਕ ਹੈ, ਮੇਰੇ ਸਕੇ ਫਾਦਰ ਨੇ ਮੈਨੂੰ ਪਿਆਰ ਨਹੀਂ ਦਿੱਤਾ, ਜੇ ਉਹ ਮੈਨੂੰ ਧੀ ਮੰਨਦੇ ਤਾਂ ਮੈਂ ਵੀ ਇੱਕ ਨਾ ਉਹਨਾਂ ਨੂੰ ਪਿਓ ਮੰਨਦੀ, ਮੈਂ ਵੀ ਇੱਕ ਧੀ ਹੋਣ ਦਾ ਜ਼ਰੂਰ ਫਰਜ਼ ਨਿਭਾਉਂਦੀ। ਜਦੋਂ ਇੱਕ ਬੱਚੇ ਨੂੰ ਪਿਆਰ ਹੀ ਨਹੀਂ ਮਿਲਣਾ ਤਾਂ ਬੱਚਾ ਉਧਰੋਂ ਕਿੱਦਾਂ ਪਿਆਰ ਦੇਵੇ? ਫਿਰ ਮੁੜ ਕੇ ਮੇਰਾ ਕਸੂਰ ਕੱਢਣਾ, ਇਹ ਤਾਂ ਘੁਲਦੀ ਮਿਲਦੀ ਨਹੀਂ, ਇਹ ਤਾਂ ਸਾਨੂੰ ਪਿਆਰ ਨਹੀਂ ਕਰਦੀ। ਜਦ ਮੈਨੂੰ ਪਹਿਲੇ ਦਿਨ ਤੋਂ ਹੀ ਨਹੀਂ ਪਿਆਰ ਮਿਲਿਆ ਗਿਆ, ਮੈਨੂੰ ਮਤਰੇਆਪਨ ਨਾਲ ਅੱਜ ਤੱਕ ਉਹ ਚੀਜ਼ ਮਿਲੀ ਆ, ਤੇ ਮੈਂ ਕਿੱਦਾਂ ਕਿਸੇ ਨੂੰ ਪਿਆਰ ਕਰ ਦਵਾਂ? ਜਿਹੜਾ ਕਿ ਮਤਰੇਆ ਸ਼ਬਦ ਹੁੰਦਾ, ਚਾਹੇ ਉਹ ਮਾਂ ਮਤਰੇਈ ਆ ਚਾਹੇ ਪੇ ਆ, ਉਹ ਕਦੀ ਕਿਸੇ ਬੱਚੇ ਦੀ ਜ਼ਿੰਦਗੀ 'ਚ ਨਾ ਆਵੇ। ਮੈਂ ਇੱਥੇ ਮਾਂ ਪੇ ਦਾ ਕਸੂਰ ਕੱਢੂੰਗੀ। ਮੈਂ ਮਾਂ ਪੇ ਨੂੰ ਇਹ ਕਹੂੰਗੀ ਜੇ ਤੁਹਾਡੀ ਨਹੀਂ ਬਣਦੀ ਤਾਂ ਕਦੀ ਬੱਚਾ ਨਾ ਕਰੋ। ਜੇ ਤੁਸੀਂ ਬੱਚਾ ਕਰ ਲਿਆ, ਚਾਹੇ ਐਡਜਸਟਮੈਂਟ ਕਰੋ, ਚਾਹੇ ਜਿੱਦਾਂ ਮਰਜ਼ੀ ਕਰੋ, ਤੁਸੀਂ ਇਕੱਠੇ ਰਹੋ, ਕਿਉਂਕਿ ਤੁਸੀਂ ਤਾਂ ਅਲੱਗ ਹੋ ਜਾਂਦੇ ਹੋ, ਵਿਆਹ ਵੀ ਕਰਾ ਲੈਂਦੇ ਹੋ। ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਬੱਚੇ ਨੂੰ ਔਖਾ ਹੋ ਜਾਂਦਾ। ਮੁੰਡੇ ਤਾਂ ਫਿਰ ਵੀ ਟਾਈਮ ਪਾਸ ਕਰ ਲੈਂਦੇ, ਪਰ ਇੱਕ ਕੁੜੀ ਨੂੰ ਸਮਾਜ ਵਿੱਚ ਰਹਿਣਾ ਬਹੁਤ ਔਖਾ। ਸਮਾਜ ਜੀਣ ਨਹੀਂ ਦਿੰਦਾ। ਕਦੀ ਵੀ ਮਾਂ ਪਿਓ ਨੂੰ ਅਲੱਗ ਨਹੀਂ ਹੋਣਾ ਚਾਹੀਦਾ ਹੈਗਾ। ਇਹ ਤੋਂ ਚੰਗਾ ਆਪਣੇ ਬੱਚੇ ਨੂੰ ਜਾਂ ਮਾਰ ਦਿਓ ਜਾਂ ਕਰੋ ਹੀ ਨਾ, ਜੇ ਤੁਸੀਂ ਅਲੱਗ ਹੀ ਹੋਣਾ ਆ। ਪੂਰਾ ਇੱਕ ਦ੍ਰਿਸ਼ ਚੇਂਜ ਹੋ ਗਿਆ ਇੱਕਦਮ ਹੀ। ਸਵਾਲ ਇਹ ਕਿ ਇਸ ਰੁਪਿੰਦਰ ਦੀ ਜ਼ਿੰਦਗੀ 'ਚ ਖੁਸ਼ੀਆਂ ਵੀ ਆਈਆਂ, ਦੁੱਖਾਂ ਦੇ ਪਹਾੜ ਚੱਲਦੀ ਰੁਪਿੰਦਰ ਨੂੰ ਆਖਰ ਇੱਕ ਸਹਾਰਾ ਮਿਲਦਾ, ਉਹਦੇ ਪਤੀ ਦਾ, ਜੋ ਇੱਕ ਪ੍ਰਚਲਨ ਨੂੰ ਜ਼ਰੂਰ ਕਰਦਾ। ਮਰਦ ਪ੍ਰਧਾਨ ਸਮਾਜ ਤੇ ਜਿਹੜਾ ਕਲੰਕ ਉੱਠਦਾ, ਉਹਦੇ ਵਿੱਚ ਇੱਕ ਖੂਬਸੂਰਤ ਮਿਸਾਲ ਬਣ ਕੇ ਆਉਂਦਾ ਨਰਿੰਦਰ ਸਿੰਘ, ਜੋ ਕਿ ਉਹਦਾ ਹਮਸਫਰ ਬਣ ਕੇ ਆਉਂਦਾ। ਹਮਸਫਰ ਇਹੋ ਜਿਹਾ ਜੋ ਸੱਸੀ ਪੁੰਨੂ, ਸੋਹਣੀ ਮਹੀਵਾਲ ਵਰਗੀਆਂ, ਲੈਲਾ ਮਜਨੂ ਵਰਗੀਆਂ ਕਹਾਣੀਆਂ ਨੂੰ ਸੱਚ ਕਰ ਦਿੰਦਾ ਹੈ। ਉਹ ਪਿਆਰ ਦਾ ਅਥਾਹ ਸਮੁੰਦਰ ਦਿੰਦਾ ਹੈ, ਪਰੰਤੂ ਇਹ ਖੁਸ਼ੀਆਂ ਦਾ ਵਿੱਚ ਇੱਕ ਫੇਰ ਕਹਾੜਾ ਫਿਰਦਾ ਹੈ। ਉਹ ਫਿਰਦਾ ਰੱਬ ਵੱਲੋਂ, ਜਿਹਦਾ ਸਿੱਧੇ ਰੂਪ ਵਿੱਚ ਰੱਬ ਦੋਸ਼ੀ ਹੁੰਦਾ ਹੈ, ਕਿਉਂਕਿ ਉਹ ਕੁੜੀ ਦੀ ਖੁਸ਼ੀਆਂ ਜਿੱਥੇ ਸਮਾਜ ਤੋਂ ਨਹੀਂ ਪਸਾਰੀਆਂ ਗਈਆਂ, ਉੱਥੇ ਵਸਾਰ ਦਿੰਦਾ ਰੱਬ ਵੀ। ਕਿਸ ਤਰ੍ਹਾਂ ਕੀ ਕਹੇ ਜਿਹਾ ਹਾਦਸਾ ਹੁੰਦਾ? ਉਹ ਕੀ ਹਾਦਸਾ ਸੀ ਰੁਪਿੰਦਰ ਕਿ ਤੁਹਾਡੀਆਂ ਖੁਸ਼ੀਆਂ ਨੂੰ ਤਹਿਸ ਬਹਿਸ ਕਰਦਾ? ਹਾਂਜੀ, ਉਹ ਇਦਾਂ ਹਾਦਸਾ ਸੀਗਾ। ਚਲੋ ਬਹੁਤ ਮੁਸ਼ਕਲਾਂ ਤੋਂ ਬਾਅਦ ਸਾਡੀ ਲਵ ਮੈਰਿਜ ਹੁੰਦੀ ਆ, ਤੇ ਵਿਆਹ ਨੂੰ ਹਲੇ 6 ਮਹੀਨੇ ਹੋਏ ਹੁੰਦੇ। ਮੈਂ ਕਿਹਾ ਚਲੋ ਜੋ ਮੇਰੇ ਪਿੱਛੇ ਜ਼ਿੰਦਗੀ 'ਚ ਦੁੱਖ ਸੀਗੇ ਵੀ ਹੁਣ ਵਿਆਹ ਤੋਂ ਬਾਅਦ ਇੱਕ ਚੰਗਾ ਮੁੰਡਾ ਲੱਭਿਆ, ਚਲੋ ਮੈਂ ਆਪਣੀ ਪਸੰਦ ਦਾ ਲੱਭਿਆ, ਵੀ ਹੁਣ ਖੁਸ਼ੀਆਂ ਭਰਿਆ ਜੀਵਨ ਲੰਘੂਗਾ। ਤੇ ਬਹੁਤ ਵਧੀਆ ਖੁਸ਼ੀਆਂ ਲੰਘ ਵੀ ਰਿਹਾ ਸੀ ਭਰਿਆ ਜੀਵਨ। ਪਰ ਪਤਾ ਨਹੀਂ ਕਿਸੇ ਦੀ ਨਜ਼ਰ ਲੱਗ ਗਈ ਜਾਂ ਮੇਰੇ ਮਾੜੇ ਕਰਮ ਪਿਛਲੇ ਜਨਮ ਦੇ, ਕਿ ਉਸ ਦਿਨ ਜਦੋਂ 28 ਮਈ ਨੂੰ ਪਿਛਲੇ ਸਾਲ ਅਸੀਂ ਮਤਲਬ ਆਪਣੀ ਅਲਟੋ K10 ਵਿੱਚ ਜਾ ਰਹੇ ਸੀਗੇ, ਸਾਹਮਣੇ ਸਕਾਰਪੀਓ ਆ ਰਹੀ ਸੀ, ਉਹ ਬਹੁਤ ਓਵਰ ਸਪੀਡ ਵਿੱਚ ਸੀਗੀ, ਤੇ ਮੇਰੇ ਹਸਬੈਂਡ ਉਸ ਗੱਡੀ ਨੂੰ ਬਚਾਉਂਦੇ ਮੈਂ ਸਾਡੀ ਦੋਵਾਂ ਗੱਡੀਆਂ ਦੀ ਟੱਕਰ ਹੋਣ ਤੋਂ ਬਾਅਦ ਸਾਡੀ ਗੱਡੀ ਜਾ ਕੇ ਦਰਖਤ ਵਿੱਚ ਵੱਜਦੀ ਆ। ਪਹਿਲਾਂ ਗੱਡੀਆਂ ਦੀ ਟੱਕਰ ਹੋ ਜਾਂਦੀ ਆ,
ਉਸ ਤੋਂ ਬਾਅਦ ਮੇਰੀਆਂ ਅੱਖਾਂ ਮੂਹਰੇ ਹਨੇਰਾ ਛਾ ਜਾਂਦਾ। ਮੈਨੂੰ ਤਾਂ ਇੱਕ ਟਾਈਮ ਇਦਾਂ ਹੀ ਲੱਗਾ ਕਿ ਸ਼ਾਇਦ ਮੈਂ ਖਤਮ ਹੋ ਚੁੱਕੀ ਹਾਂ। ਉਸ ਟਾਈਮ ਮੈਂ ਆਪਣਾ ਸਰੀਰ ਚੈੱਕ ਕਰਦੀ ਹਾਂ, ਮੈਨੂੰ ਲੱਗਦਾ ਕਿ ਚਲੋ ਮੇਰੀ ਜਾਨ ਤਾਂ ਬਚ ਗਈ ਹੈ, ਪਰ ਮੈਂ ਕਿਹਾ ਮੇਰੀ ਅੱਖਾਂ ਮੂਹਰੇ ਹਨੇਰਾ ਕਿਉਂ ਆ ਗਿਆ। ਮੈਂ ਬਹੁਤ ਜ਼ਿਆਦਾ ਕੋਸ਼ਿਸ਼ ਕਰਦੀ ਹਾਂ ਅੱਖਾਂ ਖੋਲ੍ਹਣ ਦੀ, ਮੈਂ ਆਪਣੀ ਅੱਖਾਂ ਤੇ ਹੱਥ ਰੱਖਦੀ ਹਾਂ, ਜੋ ਮੇਰੇ ਆ ਡੇਲੇ ਹੁੰਦੇ ਨਾ, ਮਤਲਬ ਹੁਣ ਤਾਂ ਆਪਰੇਸ਼ਨ ਤੋਂ ਬਾਅਦ ਥੋੜਾ ਸਹੀ ਹੋ ਗਏ, ਵਿੱਚ ਨੂੰ ਵੜ ਜਾਂਦੇ, ਬਿਲਕੁਲ ਵਿੱਚ ਨੂੰ ਵੜ ਜਾਂਦੇ ਆ। ਤੇ ਮੇਰੇ ਹਸਬੈਂਡ ਵੀ ਸਟੀਅਰਿੰਗ 'ਚ ਆ ਜਾਂਦੇ। ਮੈਂ ਇਹਨਾਂ ਨੂੰ ਪੁੱਛਦੀ ਤੁਸੀਂ ਠੀਕ ਆ? ਨਰਿੰਦਰ ਮੈਨੂੰ 5 ਮਿੰਟ ਬਾਅਦ ਕਹਿੰਦੇ ਮੈਂ ਠੀਕ ਹਾਂ। ਉਸ ਟਾਈਮ ਮੈਂ ਤਾਕੀ ਖੋਲਦੀ, ਮੈਂ ਬਾਹਰ ਨਿਕਲ ਜਾਂਦੀ ਹਾਂ, ਮੈਨੂੰ ਕੁਛ ਨਹੀਂ ਪਤਾ ਹੁੰਦਾ ਵੀ ਮੇਰੀ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਆ ਤੇ ਆਲੇ ਦੁਆਲੇ ਦੇ ਲੋਕੀ ਬਹੁਤ ਸਾਰੇ ਇਕੱਠੇ ਹੋ ਜਾਂਦੇ ਆ। ਤੇ ਮੈਂ ਸਾਰਿਆਂ ਨੂੰ ਪੁੱਛਦੀ, ਮੈਂ ਕਿਹਾ ਮੇਰੇ ਡੇਲਿਆਂ ਨੂੰ ਪਤਾ ਨਹੀਂ ਕੀ ਹੋ ਗਿਆ ਵੀ ਮੇਰੇ ਡੇਲੇ ਵਿੱਚ ਵੜ ਗਏ। ਉਹ ਕਹਿੰਦੇ ਕੁਛ ਨਹੀਂ ਹੋਇਆ ਕੁੜੀਏ, ਤੇਰੇ ਮੱਥੇ ਤੇ ਸੱਟ ਲੱਗੀ, ਉਹ ਜਿਹੜਾ ਖੂਨ ਹੈ ਤੇਰੀ ਅੱਖਾਂ ਵਿੱਚ ਪੈ ਗਿਆ। ਤੇ ਮੈਂ ਵੀ ਸੋਚਦੀ ਹਾਂ ਚਲੋ ਅੱਖਾਂ ਵਿੱਚ ਖੂਨ ਪਿਆ, ਥੋੜੇ ਟਾਈਮ ਬਾਅਦ ਠੀਕ ਹੋ ਜਾਊਂਗੀ। ਪਰ ਉਸ ਟਾਈਮ ਮੈਨੂੰ ਇੱਕ ਹੋਰ ਬਹੁਤ ਮੁਸ਼ਕਲ ਆਉਂਦੀ ਹੈ। ਮੈਂ ਦੇਖਦੀ ਹਾਂ ਲੋਕਾਂ ਦੇ ਵਿੱਚ ਇੰਨੀ ਮਤਲਬ ਲੋਕਾਂ ਦੀ ਸੋਚ ਗੰਦੀ ਹੋ ਚੁੱਕੀ ਆ। ਉਸ ਟਾਈਮ ਨਾ ਘੱਟੋ ਘੱਟ ਮੈਨੂੰ ਆਪਣੇ ਆਪ ਨੂੰ ਦੇਖਣ ਨੂੰ ਫੀਲ ਹੁੰਦਾ ਸੀ 40-50 ਲੋਕੀ ਸੀ ਸਾਹਮਣੇ। ਮੈਂ ਸਾਰਿਆਂ ਮੂਹਰੇ ਮਿਹਨਤ ਕਰਦੀ, ਮੈਂ ਕਿਹਾ ਮੈਨੂੰ ਹਸਪੀਟਲ ਲੈ ਜਾਓ, ਮੈਂ ਕਿਹਾ ਮੈਨੂੰ ਕੁਝ ਹੋ ਨਾ ਜਾਵੇ। ਮੈਨੂੰ ਪਤਾ ਸੀ ਮੈਨੂੰ ਖੂਨ ਕਾ, ਪਰ ਇੱਕ ਵੀ ਬੰਦਾ ਮੈਨੂੰ ਹਸਪੀਟਲ ਨਹੀਂ ਲੈ ਕੇ ਗਿਆ। ਮੈਂ ਕਿਹਾ ਮੈਨੂੰ ਕੁਝ ਹੋ ਜਾਣਾ। ਨਹੀਂ ਨਹੀਂ ਕੁੜੀ, ਕੁਝ ਨਹੀਂ ਹੁੰਦਾ ਜਦ ਤੱਕ ਤੁਹਾਡੀ ਫੈਮਿਲੀ ਨਹੀਂ ਆਉਂਦੀ। ਫੈਮਿਲੀ ਵਿੱਚ ਕੌਣ ਹੈ? ਫੈਮਿਲੀ ਵਿੱਚ ਕੋਈ ਨਹੀਂ ਸੀਗਾ ਸਾਡੇ। ਮੈਂ ਕਿਹਾ ਮੈਨੂੰ ਹਸਪੀਟਲ ਲੈ ਜਾਓ, ਮੈਨੂੰ ਡਾਕਟਰ ਤੋਂ ਟੀਕਾ ਲਵਾ, ਮੈਨੂੰ ਕੁਝ ਹੋ ਨਾ ਜਾਵੇ। ਘੱਟੋ ਘੱਟ ਅੱਧਾ ਘੰਟਾ ਮੈਂ ਉੱਥੇ ਤੜਫਦੀ ਰਹੀ, ਪਰ ਇੱਕ ਵੀ ਰੱਬ ਦਾ ਬੰਦਾ ਮੈਨੂੰ ਹਸਪੀਟਲ ਨਹੀਂ ਲੈ ਕੇ ਗਿਆ। ਰੁਪਿੰਦਰ ਦੀ ਇਹ ਗਹਾਰ ਖੁਦ ਸੁਪਰੀਮ ਕੋਰਟ ਇਹਦੇ ਤੇ ਨਿਰਦੇਸ਼ ਦਿੰਦਾ ਹੈ। ਸੁਪਰੀਮ ਕੋਰਟ ਕਹਿੰਦਾ ਹੈ ਤੁਸੀਂ ਕੋਈ ਵੀ ਸੜਕ ਹਾਦਸੇ ਦਾ ਸ਼ਿਕਾਰ ਹੈ ਉਸ ਨੂੰ ਲੈ ਕੇ ਜਾਓ, ਤੁਹਾਡੇ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਏਗੀ। ਪਰ ਲਾਹਨਤ ਹੈ ਉਹਨਾਂ ਲੋਕਾਂ ਤੇ, ਜੇ ਅਸੀਂ ਵਿਦੇਸ਼ਾਂ ਦੀ ਗੱਲ ਕਰਦੇ ਹਾਂ, ਵਿਦੇਸ਼ਾਂ ਵਿੱਚ ਜੇ ਕੋਈ ਇਹ ਜਿਹਾ ਨਜ਼ਰਅੰਦਾਜ਼ ਕਰਕੇ ਜਾਂਦਾ ਹੈ ਤਾਂ ਉਸ ਤੇ ਵੀ ਕਾਰਵਾਈ ਹੁੰਦੀ ਹੈ। ਸਾਡਾ ਕਾਨੂੰਨ ਹਜੇ ਤੱਕ ਨਰਮ ਕਿਉਂ ਹੈ ਉਹਨਾਂ ਲੋਕਾਂ ਪ੍ਰਤੀ? ਕਿਉਂ ਨਹੀਂ ਲੋਕ ਇੱਕ ਦੂਜੇ ਦੀ ਮਦਦ ਕਰਦੇ ਇਸ ਮਾਮਲੇ 'ਚ? ਕਿਉਂ ਡਰ ਜਾਂਦੇ ਨੇ ਆਖਰ ਕਾਨੂੰਨੀ ਦਾਅਪੇਚ ਤੋਂ? ਇਹ ਸਵਾਲ ਸਰਕਾਰ ਵਾਸਤੇ ਵੀ ਵੱਡਾ ਹੈ। ਜੋ ਰੁਪਿੰਦਰ ਦੀ ਜ਼ਿੰਦਗੀ ਅੱਖਾਂ ਬਚ ਸਕਦੀਆਂ ਸੀਗੀਆਂ ਜੇ ਤੁਸੀਂ ਉਹ ਜਿਹੜੇ ਲੋਕ ਗੁਜ਼ਰਨ ਵਾਲੇ ਸੀ ਕੋਲੇ ਜੇ ਗੁਹਾਰ ਨਹੀਂ ਸੁਣਦੇ ਸੀ ਰੁਪਿੰਦਰ ਦੀ, ਉਹਨਾਂ ਨੂੰ ਆਖਰ ਇਹਦਾ ਜਵਾਬ ਦੇਣਾ ਚਾਹੀਦਾ। ਕਿਉਂ ਇਨਸਾਨੀਅਤ ਇੰਨੀ ਮਰ ਗਈ? ਕਿਉਂ ਨਹੀਂ ਕਿਸੇ ਦੀ ਜ਼ਿੰਦਗੀ ਬਾਰੇ ਸੋਚਦੇ? ਆਖਰ ਰੁਪਿੰਦਰ ਨੂੰ ਥੋੜਾ ਜਿਹਾ ਸਹਾਰਾ ਦਿੰਦੇ, ਤੁਹਾਡਾ ਕੀ ਕਰ ਜਾਂਦਾ? ਸਿਰਫ 2 ਮਿੰਟ ਕੀਮਤੀ ਸੀ, ਪਰ ਤੁਹਾਡੇ ਤੋਂ ਉਹ ਨਹੀਂ ਦਿੱਤੇ ਗਏ। ਪਰ ਰੁਪਿੰਦਰ ਅੱਜ ਵੀ ਉਹ ਦਰਦ ਤੁਹਾਨੂੰ ਕੋਸਦੀ ਹੈ। ਇਹਦਾ ਜਵਾਬ ਹਰ ਉਸ ਬੰਦੇ ਨੂੰ ਦੇਣਾ ਪਏਗਾ ਜੋ ਸੜਕ ਹਾਦਸਿਆਂ ਦੇ ਸ਼ਿਕਾਰਾਂ ਨੂੰ ਛੱਡ ਕੇ ਚਲੇ ਜਾਂਦੇ ਨੇ। ਪਰ ਰੁਪਿੰਦਰ ਦੀ ਕਹਾਣੀ ਵਿੱਚ ਜੋ ਦਰਦ ਹੈ, ਉਹਦੀ ਕੀ ਖਾਹਿਸ਼ ਹੈ, ਹੁਣ ਕੀ ਚਾਹੁੰਦੀ ਹੈ, ਤੇ ਉਹਦਾ ਸਹਾਰਾ ਉਹਦਾ ਪਤੀ ਕਿਵੇਂ ਬਣ ਰਿਹਾ, ਮੈਂ ਰੁਪਿੰਦਰ ਤੋਂ ਜਾਣਨਾ ਚਾਹੁੰਦਾ। ਰੁਪਿੰਦਰ, ਸਵਾਲ ਇਹ ਹੈ ਹਾਂਜੀ ਕਿ ਹੁਣ ਤੁਹਾਡੀ ਖਾਹਿਸ਼ ਕੀ ਹੈ? ਦੂਸਰੀ ਗੱਲ ਹੈ ਤੁਹਾਡਾ ਪਤੀ ਤੁਹਾਡੇ ਨਾਲ ਕਿਵੇਂ ਤੁਹਾਡੀ ਮਦਦ ਕਰਦਾ ਹੈ? ਕਿ ਉਹਦੇ ਮਨ 'ਚ ਕਦੇ ਤੁਹਾਡੇ ਤੋਂ ਉਬਾਸ ਵੀ ਆਉਂਦਾ ਹੈ ਕਿ ਉਹ ਚਾਹੁੰਦਾ ਹੈ ਕਿ ਤੁਹਾਨੂੰ ਛੱਡ ਦੇ? ਹਾਂਜੀ, ਪਹਿਲੀ ਗੱਲ ਤੇ ਹੁਣ ਮੇਰੀ ਖੁਆਇਸ਼ ਇਹੀ ਆ, ਦੇਖੋ ਮੈਂ ਤਾਂ ਸਭ ਤੋਂ ਪਹਿਲਾਂ ਇਹੀ ਰੱਬ ਤੋਂ ਮੰਗਦੀ ਆ ਕਿ ਮੇਰੀ ਨਜ਼ਰ ਵਾਪਸ ਆ ਜਾਵੇ। ਚਲੋ ਪਹਿਲਾਂ ਜਦੋਂ ਸੱਟ ਨਹੀਂ ਲੱਗੀ ਸੀ ਉਦੋਂ ਬਹੁਤ ਸਾਰੀਆਂ ਬੰਦੇ ਦੀਆਂ ਖੁਆਇਸ਼ਾਂ ਹੁੰਦੀਆਂ ਹਨਾ, ਵੀ ਕੋਠੀ ਹੋਵੇ, ਗੱਡੀ ਹੋਵੇ, ਪੈਸਾ ਹੋਵੇ। ਸੱਟ ਲੱਗਣ ਤੋਂ ਬਾਅਦ ਮੈਨੂੰ ਇੱਕ ਚੀਜ਼ ਸਮਝ ਆ ਗਈ ਕਿ ਜ਼ਿੰਦਗੀ ਵਿੱਚ ਸਭ ਤੋਂ ਅਨਮੋਲਾ ਕਹਿਣਾ ਆਪਣੀ ਤੰਦਰੁਸਤੀ ਆ। ਜੇ ਆਪਣਾ ਸਰੀਰ ਤੰਦਰੁਸਤ ਆ, ਦੁਨੀਆ ਦੀ ਹਰ ਚੀਜ਼ ਵਧੀਆ ਲੱਗਦੀ ਆ। ਅੱਜ ਮੈਨੂੰ ਇਹ ਆ ਕਿ ਮੈਨੂੰ ਰੱਬਾ ਤੰਦਰੁਸਤੀ ਦੇ ਦੇ, ਮੇਰੀ ਅੱਖਾਂ ਦੀ ਰੋਸ਼ਨੀ ਦੇ ਦੇ, ਹੋਰ ਬੇਸ਼ੱਕ ਮੈਨੂੰ ਜ਼ਿੰਦਗੀ ਵਿੱਚ ਕੁਛ ਨਾ ਦੇਈ। ਮੈਂ ਸਵੇਰ ਸ਼ਾਮ ਰੱਬ ਤੋਂ ਬਸ ਆਪਣੀ ਅੱਖਾਂ ਦੀ ਰੋਸ਼ਨੀ ਮੰਗਦੀ ਆ, ਸਰੀਰਕ ਤੰਦਰੁਸਤੀ ਮੰਗਦੀ ਆ। ਕਿਉਂਕਿ ਪਹਿਲਾਂ ਜਦੋਂ ਅਸੀਂ ਰੱਬ ਮੂਹਰੇ ਅਰਦਾਸ ਕਰਦੇ ਹੁੰਦੇ ਆ, ਅਸੀਂ ਪਹਿਲਾਂ ਹੋਰ ਚੀਜ਼ਾਂ ਮੰਗਦੇ ਆ, ਪਰ ਬਾਕੀ ਚੀਜ਼ਾਂ ਮੰਗਣ ਤੋਂ ਪਹਿਲਾਂ ਹਮੇਸ਼ਾ ਆਪਣੇ ਸਰੀਰ ਦੀ ਤੰਦਰੁਸਤੀ ਮੰਗੋ। ਦੂਜੀਆਂ ਚੀਜ਼ਾਂ ਵੀ ਜ਼ਰੂਰੀ ਆ, ਪੈਸਾ ਵੀ, ਪਰ ਜੇ ਤੁਹਾਡੀ ਤੰਦਰੁਸਤੀ ਹੋਗੀ ਪੈਸਾ ਵੀ ਤਾਂ ਹੀ ਚੰਗਾ ਲੱਗਦਾ ਹੈ। ਜੇ ਅੱਖਾਂ ਆ ਜਾਣ ਤਾਂ ਸਭ ਤੋਂ ਪਹਿਲਾਂ ਕਿਹਦਾ ਚਿਹਰਾ ਦੇਖਣਾ ਚਾਹੁੰਦਾ? ਹਾਂਜੀ, ਮੈਂ ਸਭ ਤੋਂ ਪਹਿਲਾਂ ਜਿਹਨੇ ਮੇਰਾ ਇਸ ਦੁੱਖ ਵਿੱਚ ਸਾਥ ਦਿੱਤਾ, ਮੇਰਾ ਹੱਥ ਨਹੀਂ ਛੱਡਿਆ, ਬਾਕੀ ਤਾਂ ਸਾਰੇ ਮੈਨੂੰ ਛੱਡ ਕੇ ਚਲੇ ਗਏ, ਮੈਂ ਆਪਣੇ ਪਤੀ ਤੋਂ ਸਿੱਖਣਾ ਚਾਹੂੰਗੀ। ਰੁਪਿੰਦਰ, ਤੁਹਾਨੂੰ ਇੰਨਾ ਸੋਹਣਾ ਪਤੀ ਮਿਲਿਆ, ਇੰਨਾ ਵਧੀਆ ਪਤੀ ਮਿਲਿਆ, ਪਰ ਤੁਸੀਂ ਲਵ ਮੈਰਿਜ ਕੀਤੀ। ਹਾਂਜੀ, ਲਵ ਮੈਰਿਜ ਕਿਵੇਂ ਹੋਈ ਤੁਹਾਡੀ? ਹਾਂਜੀ, ਲਵ ਮੈਰਿਜ ਦਾ ਮਤਲਬ ਪਹਿਲਾਂ ਮੇਰੀ ਮਦਰ ਨੂੰ ਪਤਾ ਸੀਗਾ ਨਿੰਦਰ ਦੇ ਬਾਰੇ ਵਿੱਚ ਕਿ ਨਿੰਦਰ ਵੀ ਆਉਂਦਾ ਹੁੰਦਾ ਸੀਗਾ ਸਾਡੇ ਘਰ, ਤੇ ਮੇਰੀ ਮਦਰ ਨਾਲ ਗੱਲਬਾਤ ਕੀਤੀ। ਮੇਰੀ ਮਦਰ ਨੂੰ ਬਹੁਤ ਚੰਗਾ ਲੱਗਾ ਸੀਗਾ, ਤੇ ਮੇਰੀ ਮਦਰ ਕਹਿੰਦੀ ਸੀ ਜਦੋਂ ਉਹਦੀ ਸਿਹਤ ਨਹੀਂ ਮੇਰੀ ਮਦਰ ਦੀ ਠੀਕ ਰਹਿੰਦੀ ਹੁੰਦੀ ਸੀ, ਸ਼ੂਗਰ ਦੀ ਪ੍ਰੋਬਲਮ ਸੀਗੀ, ਤੇ ਮੇਰੀ ਮਦਰ ਨੇ ਕਹਿਣਾ ਤੁਸੀਂ ਨਾ ਵਿਆਹ ਕਰਵਾ ਲਓ ਮੇਰੀ ਜਿੰਦੀ ਛੇਤੀ ਛੇਤੀ, ਵੀ ਰੁਪਿੰਦਰ ਬਾਅਦ ਚੋਂ ਤੈਨੂੰ ਕਿਸੇ ਨੇ ਨਹੀਂ ਚੱਲਣਾ, ਤੂੰ ਕਿੱਥੇ ਰਹੂੰਗੀ, ਤੂੰ ਕਿੱਥੇ ਧੱਕੇ ਖਾਂਦੀ ਫਿਰੂੰਗੀ। ਕਿਉਂਕਿ ਮੈਂ ਉਸ ਟਾਈਮ ਨਰਿੰਦਰ ਦਾ ਸਟਰਗਲ ਟਾਈਮ ਚੱਲਦਾ ਸੀਗਾ। ਅਸੀਂ ਕਿਹਾ ਚਲੋ ਕੁਛ ਵੀ ਇਹ ਆਪਣੇ ਪੈਰਾਂ ਤੇ ਖੜ ਜਾਵੇ, ਸਾਲ 2 ਸਾਲ ਬਾਅਦ ਵਿਆਹ ਕਰਾਂਗੇ।
ਪਰ ਪਤਾ ਨਹੀਂ ਸੀਗਾ ਵੀ ਅਚਾਨਕ ਮੇਰੀ ਮਾਤਾ ਦੀ ਦਾ ਡੈਥ ਹੋ ਪਰ ਜਾਣੀ ਇੱਕ ਸਵਾਲ ਵਿੱਚ ਹੈ, ਹਾਂਜੀ ਉਸ ਟਾਈਮ ਇੱਕ ਚਰਚਾ ਹੋਰ ਵੀ ਸੀ, ਕਹਿੰਦੇ ਨਵਪਿੰਦਰ ਦੇ ਖਿਲਾਫ ਵੀ ਤੁਹਾਨੂੰ ਭੜਕਾਇਆ ਜਾਂਦਾ ਸੀ ਲੋਕਾਂ ਵੱਲੋਂ। ਹਾਂਜੀ ਨਰਿੰਦਰ ਦੇ ਖਿਲਾਫ ਹਾਂਜੀ ਹਾਂਜੀ ਨਰਿੰਦਰ ਦੇ ਖਿਲਾਫ ਮੈਨੂੰ ਇਹ ਕਿਹਾ ਜਾਂਦਾ ਸੀਗਾ ਕਿ ਇਹਨੇ ਤੈਨੂੰ ਵਿਆਹ ਤੋਂ ਬਾਅਦ ਖੁਸ਼ ਨਹੀਂ ਰੱਖਣਾ, ਵੀ ਇਹ ਤਾਂ ਮੁੰਡਾ ਵੀ ਡਰੱਗ ਕਰਦਾ ਆ, ਵੀ ਇਹ ਤੂੰ ਇਹਦੇ ਘਰ ਨਹੀਂ ਬਸ ਕੀ ਸਕਦੀ। ਸੱਚਮੁੱਚ ਹੀ ਨਸ਼ੇ ਕਰਦੀ ਸੀ? ਹਾਂਜੀ ਉਹ ਤਾਂ ਹੁਣ ਪਤਾ ਲੱਗ ਹੀ ਗਿਆ, ਜਿਹੜਾ ਨਸ਼ੇ ਕਰਦਾ ਹੁੰਦਾ, ਜਿਹੜਾ ਮੁੰਡਾ ਨਸ਼ੇ ਕਰਦਾ, ਆਪਣੀ ਘਰ ਵਾਲੀ ਆਪਣੀ ਮਾਂ, ਉਹ ਕਿਸੇ ਦਾ ਸਕਾ ਨਹੀਂ ਹੁੰਦਾ। ਅੱਜ 1.5 ਸਾਲ ਹੋ ਗਿਆ ਉਹ ਮੇਰੇ ਨਾਲ ਖੜਾ ਆ, ਮੇਰਾ ਇਲਾਜ ਕਰਵਾ ਰਿਹਾ ਆ। ਇਵਨ ਕਿ ਉਹ ਜੇ ਕਮਾ ਕੇ ਵੀ ਲਿਆਉਂਦਾ 100 200 ਉਹ ਘਰ ਲੈ ਕੇ ਆਉਂਦਾ, ਮੈਨੂੰ ਦੇਖਦਾ ਬੇਸ਼ੱਕ ਨਹੀਂ ਪਰ ਉਹ ਲਿਆ ਕੇ ਮੇਰੇ ਹੱਥ ਵਿੱਚ ਰੱਖਦਾ। ਜਿਹੜੇ ਮੁੰਡੇ ਨਸ਼ੇ ਕਰਦੇ ਉਹ ਸਾਰੇ ਦੁਨੀਆ ਨੂੰ ਪਤਾ, ਸਾਰੇ ਸਮਾਜ ਨੂੰ ਪਤਾ, ਉਹ ਕਦੀ ਕਿਸੇ ਦੇ ਨਹੀਂ ਹੁੰਦੇ ਫਿਰ ਹੈਗੇ। ਤੁਹਾਡੀ ਲਵ ਮੈਰਿਜ ਕਿਵੇਂ ਹੋ ਗਈ ਇੰਨੇ ਵਿਰੋਧ ਦੇ ਬਾਵਜੂਦ? ਹਾਂਜੀ ਲੋਕਾਂ ਨੇ ਵਿਰੋਧ ਤਾਂ ਬਹੁਤ ਕੀਤਾ, ਮਤਲਬ ਸਾਰੇ ਚਾਹੁੰਦੇ ਨਹੀਂ ਸੀਗੇ। ਕੁਝ ਲੋਕੀ ਇਦਾਂ ਦੇ ਸੀ ਵਿੱਚ, ਉਹ ਮੇਰੇ ਧੱਕੇ ਨਾਲ ਕਿਸੇ ਹੋਰ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀਗੇ। ਉਹਨਾਂ ਦੀ ਕੁਝ ਹੋਰ ਸਾਜ਼ਿਸ਼ ਸੀਗੀ ਤੇ ਉਹਨਾਂ ਦੇ ਦਿਮਾਗ ਵਿੱਚ ਕੁਝ ਹੋਰ ਚੱਲ ਰਿਹਾ ਸੀਗਾ ਤੇ ਉਹ ਚਾਹੁੰਦੇ ਸੀ ਜਿੱਥੇ ਅਸੀਂ ਚਾਹੁੰਦੇ ਵੀ ਇਹਦਾ ਉੱਥੇ ਵਿਆਹ ਹੋ ਜਾਵੇ। ਵੀ ਬਹੁਤ ਸਾਰੀਆਂ ਚੀਜ਼ਾਂ ਆ ਵੀ ਜਿਹੜੀਆਂ ਵੀ ਇੱਥੇ ਦੀਆਂ ਇੱਥੇ ਹੀ ਰਹਿ ਜਾਣ, ਕਿਤੇ ਇੱਧਰ ਉੱਧਰ ਨਾ ਚੱਲ ਜਾਣ। ਪਰ ਮੈਨੂੰ ਕਿਸੇ ਚੀਜ਼ ਦਾ ਉਦੋਂ ਵੀ ਲਾਲਚ ਨਹੀਂ ਸੀਗਾ, ਨਾ ਮੈਨੂੰ ਅੱਜ ਕਿਸੇ ਚੀਜ਼ ਦਾ ਲਾਲਚ ਹੈ। ਮੈਨੂੰ ਇਹ ਸੀਗਾ ਕਿ ਮੇਰਾ ਹਸਬੈਂਡ ਮੇਰਾ ਸਾਥ ਦੇਣ ਫਿਰ ਵਾਲਾ। ਤੁਹਾਡਾ ਵਿਆਹ ਕਿਵੇਂ ਹੋਇਆ? ਹਾਂਜੀ ਉਸ ਟਾਈਮ ਸਾਡੇ ਜਿਹੜੇ ਤਾਇਆ ਚਾਚੇ ਆ ਉਹਨਾਂ ਨੇ ਸਾਡਾ ਸਾਥ ਦਿੱਤਾ ਤੇ ਨਿੰਦਰ ਦਾ ਤੇ ਮੇਰੀ ਜਿੱਦਾਂ ਲਵ ਮੈਰਿਜ ਫਿਰ ਉਹਨਾਂ ਨੇ ਹੀ ਵਿੱਚ ਪੈ ਕੇ ਕਰਵਾਈ ਸੀਗੀ। ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਾਅਦ ਸਾਡੀ ਲਵ ਮੈਰਿਜ ਹੁੰਦੀ ਆ, ਯਾਨੀ ਕਿ ਬਹੁਤ ਸਿੰਪਲ ਤੇ ਸਾਦਗੀ ਤਰੀਕੇ ਨਾਲ ਸਾਡਾ ਵਿਆਹ ਕੀਤਾ ਜਾਂਦਾ ਆ। ਤੇ ਮੇਰੀ ਮਾਤਾ ਦੇ ਪੂਰੇ ਹੋਣ ਤੋਂ 13 ਦਿਨ ਬਾਅਦ ਹੀ ਸਾਡਾ ਵਿਆਹ ਕਰ ਦਿੱਤਾ ਜਾਂਦਾ ਆ। ਨਾ ਉਸ ਟਾਈਮ ਮੈਂ ਆਪਣੀ ਮਾਂ ਦੀ ਡੈਥ ਹੋ ਗਈ ਸੀ ਉਹਨੂੰ ਰੋਕ ਸਕਦੀ ਸੀਗੀ, ਨਾ ਆਪਣੇ ਵਿਆਹ ਦੀ ਖੁਸ਼ੀ ਮਨਾ ਸਕਦੀ ਸੀਗੀ, ਕਿਉਂਕਿ ਉਸ ਟਾਈਮ ਮਾਹੌਲ ਹੀ ਇਦਾਂ ਦਾ ਪੈਦਾ ਹੋ ਗਿਆ ਸੀਗਾ ਕਿ ਵਿਆਹ ਸਾਨੂੰ ਬਹੁਤ ਛੇਤੀ ਕਰਨਾ ਪਿਆ ਸੀਗਾ। ਰੁਪਿੰਦਰ ਇੱਕ ਸਵਾਲ ਹੋਰ ਹੈ, ਹਾਂਜੀ ਅੱਜ ਦੇ ਸਮਾਜ 'ਚ ਕੁੜੀਆਂ ਨੂੰ ਜਾਂ ਕੁੜੀਆਂ ਮੁੰਡਿਆਂ ਨੂੰ ਸਿਰਫ ਛੋਟੀ ਜਿਹੀ ਗੱਲ ਤੋਂ ਛੱਡ ਦਿੰਦੀਆਂ, ਹਾਂਜੀ ਪਰ ਤੁਹਾਡਾ ਪਤੀ ਤੁਹਾਡੇ ਨਾਲ ਖੜਾ ਹੈ, ਹਾਂਜੀ ਤੁਹਾਨੂੰ ਕੀ ਲੱਗਦਾ ਹੈ? ਹਾਂਜੀ ਮੈਨੂੰ ਤੇ ਇਹੀ ਲੱਗਦਾ ਆ। ਤੁਹਾਡੇ ਚਲੋ ਦਿਲ ਦੀ ਗੱਲ ਦੱਸਿਓ। ਹਾਂਜੀ ਮਤਲਬ ਉਹਨੂੰ ਮੇਰੇ ਤੇ ਕੋਈ ਸਵਾਰਥ ਨਹੀਂ ਹੈਗਾ, ਉਹ ਫਿਰ ਵੀ ਮੇਰੇ ਨਾਲ ਖੜਾ, ਮੇਰਾ ਸਾਥ ਦੇ ਰਿਹਾ ਆ। ਵੀ ਮੈਨੂੰ ਇੰਨੇ ਵੱਡੇ ਦੁੱਖ 'ਚ ਮੈਂ ਹੁਣ ਕਹਿੰਦੀ ਹੁੰਦੀ ਮੈਂ ਬਦਕਿਸਮਤ ਆ, ਪਰ ਮੈਨੂੰ ਸਾਰੇ ਕਹਿੰਦੇ ਤੇਰੇ ਤੋਂ ਜ਼ਿਆਦਾ ਕਿਸਮਤ ਵਾਲੀ ਕੋਈ ਨਹੀਂ, ਕਿ ਇੱਥੇ ਚੰਗੀਆਂ ਭਲੀਆਂ ਦੇ ਵਸੇਬੇ ਨਹੀਂ, ਵੀ ਤੇਰੀ ਤਾਂ ਨਿਗਾਹ ਚੱਲ ਗਈ ਆ ਵੀ ਇੰਨਾ ਸਾਥ ਦੇ ਰਿਹਾ, ਤੂੰ ਬਾਕੀ ਕਿਸਮਤ ਵਾਲੀ ਆ। ਵੀ ਐਦਾਂ ਦਾ ਜੀਵਨ ਸਾਥੀ ਕਿਸੇ ਨੂੰ ਮਿਲਦਾ। ਕਈ ਵਾਰ ਮੁੰਡਿਆਂ ਤੇ ਹਸਬੈਂਡਾਂ ਦੇ ਦੁੱਖ ਉਹਦੇ ਘਰ ਵਾਲੀਆਂ ਛੱਡ ਕੇ ਚਲ ਜਾਂਦੀਆਂ, ਘਰ ਵਾਲੀਆਂ ਦੇ ਉਹਦੇ ਘਰ ਵਾਲੇ ਛੱਡ ਕੇ ਚਲ ਜਾਂਦੇ ਆ। ਪਰ ਚਲੋ ਮੈਂ ਰੱਬ ਦਾ ਇਸ ਚੀਜ਼ ਦਾ ਸ਼ੁਕਰਾਨਾ ਕਰਦੀ ਹਾਂ ਕਿ ਮੇਰਾ ਹਸਬੈਂਡ ਅੱਜ ਵੀ ਮੇਰੇ ਨਾਲ ਖੜਾ, ਮੇਰਾ ਸਾਥ ਦੇ ਰਿਹਾ ਆ। ਇਹ ਕੁਛ ਰੱਬ ਦੀ ਮਿਹਰਬਾਨੀ ਹੈ ਕਿ ਮੈਨੂੰ ਚੰਗਾ ਜੀਵਨ ਸਾਥੀ ਉਹਨਾਂ ਨੇ ਦਿੱਤਾ ਰੱਬ। ਰੁਪਿੰਦਰ ਦੇ ਦਿਲ ਵਿੱਚ ਇੱਕ ਖੁਸ਼ੀਆਂ ਬਣ ਕੇ ਆਇਆ ਨਰਿੰਦਰ, ਮੁਹੱਬਤ ਦੀ ਉਹ ਮਿਸਾਲ ਹੈ ਜਿਸ ਨੇ ਸਾਬਿਤ ਕਰ ਦਿੱਤਾ ਕਲਯੁਗ ਵਿੱਚ ਵੀ ਤੇ ਅੱਜ ਦੇ ਮਾਡਰਨ ਜ਼ਮਾਨੇ ਵਿੱਚ ਵੀ ਇੱਕ ਪਿਆਰ ਇੱਕ ਦੂਜੇ ਲਈ ਹੈ। ਨਰਿੰਦਰ ਉਹ ਖਾਬ ਬਣ ਕੇ ਆਇਆ ਕਿ ਜਿਸ ਨੇ ਜ਼ਖਮ ਤਾਂ ਕੱਟ ਕੀਤੇ ਨਾਲ ਅਤੀਤ ਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ, ਪਰੰਤੂ ਇੱਕ ਘਟਨਾ ਨੇ ਖੁਸ਼ੀਆਂ ਖੋਲੀਆਂ। ਇਸ ਖੁਸ਼ੀਆਂ ਦੇ ਮਾਹੌਲ 'ਚ ਇੱਕ ਸਵਾਲ, ਤਿੱਖਾ ਸਵਾਲ ਬਣ ਜਾਂਦਾ ਹੈ ਕਿ ਦੁਨੀਆ ਤਾਂ ਆਪਣੀ ਜੀਵਨ ਸਾਥੀ ਨੂੰ ਛੱਡ ਜਾਂਦੀ ਹੈ। ਤੇ ਨਰਿੰਦਰ ਜੀ ਨਾਲ ਮੈਂ ਨਰਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਨਰਿੰਦਰ ਜੀ ਤੁਹਾਨੂੰ ਸਭ ਤੋਂ ਪਹਿਲਾ ਸਵਾਲ ਕਿ ਤੁਸੀਂ ਕਿਉਂ ਨਹੀਂ ਛੱਡਿਆ? ਤੁਹਾਡੇ ਮਨ 'ਚ ਕੀ ਏਜ ਹੈ? ਨਹੀਂ ਤਾਂ ਅੱਜ ਕੱਲ੍ਹ ਜਿਹੜਾ ਜ਼ਮਾਨਾ ਦੇਖਿਆ ਜਾਵੇ ਸਵਾਰਥੀਆਂ ਦਾ। ਦੇਖੋ ਜੀ, ਇੱਕ ਹੁੰਦਾ ਨਾ ਕਹਿੰਦੇ ਨੇ ਵੀ ਇਹ ਜੋੜੀਆਂ ਤੋਂ ਉਸ ਰੱਬ ਵੱਲੋਂ ਵਾਹਿਗੁਰੂ ਵੱਲੋਂ ਬਣਾਈਆਂ ਜਾਂਦੀਆਂ ਆ। ਵੀ ਜਿੱਦਾਂ ਵੀ ਆ ਵੀ ਸਾਡੀ ਲਵ ਮੈਰਿਜ ਹੁੰਦੀ ਆ, ਵੀ ਪਹਿਲੀ ਗੱਲ ਤਾਂ ਸਾਡਾ ਪਿਆਰ ਜਿਹੜਾ ਸੀ ਇੱਕ ਸੱਚਾ ਪਿਆਰ ਤੇ ਦਿਲ ਤੋਂ ਪਿਆਰ ਸੀ। ਵੀ ਕੋਈ ਇੱਕ ਦਿਖਾਵੇ ਵਾਲਾ ਪਿਆਰ ਨਹੀਂ ਸੀ, ਉਹਦੇ ਵਿੱਚ ਕੋਈ ਲਾਲਚ ਨਹੀਂ ਸੀ, ਵੀ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਸਵਾਰਥ ਨਹੀਂ, ਇੱਕ ਦਿਲ ਤੋਂ ਪਿਆਰ ਸੀਗਾ। ਛੱਡਣ ਦੀ ਗੱਲ ਇਹ ਆ ਜੀ, ਦੇਖੋ ਆਪਾਂ ਕਹਿੰਦੇ ਆ ਜ਼ਿੰਦਗੀ ਦੇ ਵਿੱਚ ਬਹੁਤ ਸਾਰੀ ਇੱਕ ਛੋਟੀ ਜਿਹੀ ਪ੍ਰੋਬਲਮ ਵੀ ਆ ਜਾਂਦੀ ਆ, ਇੱਕ ਦੂਜੇ ਨੂੰ ਲੋਕ ਛੱਡ ਜਾਂਦੇ ਆ। ਇੱਥੇ ਅਸੀਂ PGI ਮੈਂ ਖੁਦ ਦੇਖਦਾ, ਚਾਹੇ ਇੱਕ ਹਸਬੈਂਡ ਤੇ ਦੁੱਖ ਆ ਗਿਆ ਜਾਂ ਵੀ ਉਹ ਵਾਈਫ ਛੱਡ ਕੇ ਚਲ ਜਾਂਦੀ ਆ, ਜੇ ਜਾਨ ਕੇ ਵੀ ਵਾਈਫ ਤੇ ਆ ਗਿਆ ਦੁੱਖ ਤਾਂ ਹਸਬੈਂਡ ਛੱਡ ਕੇ ਚਲ ਜਾਂਦਾ। ਸਿਰਫ 2 ਤੋਂ 2.5 ਮਹੀਨਿਆਂ ਦੇ ਵਿੱਚ ਬਹੁਤ ਸਾਰੇ ਸਾਨੂੰ ਮਿਲਦੇ ਆ, ਪਰ ਉਹ ਦੇਖ ਕੇ ਜਾਨ ਕੇ ਵੀ ਇਹ ਲੱਗਦਾ ਆ ਵੀ ਸਿਰਫ ਇੱਥੇ ਤੱਕ ਸਾਡਾ ਰਿਸ਼ਤਾ ਨਹੀਂ ਹੋਣਾ ਚਾਹੀਦਾ। ਜ਼ਿੰਦਗੀ ਦੇ ਵਿੱਚ ਦੁੱਖ ਪਹਿਲਾਂ ਆ। ਦੇਖੋ ਹੁਣ ਸਾਡੀ ਜ਼ਿੰਦਗੀ ਹੱਸਦੇ ਖੇਡਦੇ ਅਸੀਂ ਘਰੋਂ ਨਿਕਲੇ, ਸਾਨੂੰ ਇਹ ਨਹੀਂ ਸੀ ਪਤਾ ਵੀ ਅੱਗੇ ਸਾਡੀ ਜ਼ਿੰਦਗੀ 'ਚ ਇਦਾਂ ਦਾ ਜਾਨ ਕਿ ਮੋੜ ਆ ਜਾਣਾ ਵੀ ਜਿਹਨੇ ਸਾਰੇ ਸੁਪਨੇ ਸਾਡੇ ਖਤਮ ਕਰਕੇ ਰੱਖ ਦੇਣੇ ਆ। ਵੀ ਇਹਦੀ ਮੈਂ ਸੋਚਿਆ ਨਹੀਂ ਸੀ ਵੀ ਮੇਰੀ ਵਾਈਫ ਦੀ ਦੋਨਾਂ ਅੱਖਾਂ ਦੀ ਰੋਸ਼ਨੀ ਚਲ ਜੂਗੀ। ਐਕਸੀਡੈਂਟ ਵਿੱਚ ਕਹਿ ਲਓ ਕਿ ਇਹਦੀ ਦੋਨਾਂ ਅੱਖਾਂ ਦੀ ਰੋਸ਼ਨੀ ਚਲ ਜਾਂਦੀ ਆ।
ਪਰ ਮੇਰੇ ਤੋਂ ਉਹ ਜਿਹੜਾ ਦੁੱਖ ਆ ਉਹ ਦੇਖ ਨਹੀਂ ਹੁੰਦਾ ਜੀ। ਮੈਂ ਉਸ ਰੱਬ ਅੱਗੇ ਇਹੀ ਕਹਿੰਦਾ ਸੀ ਕਿ ਰੱਬਾ ਮੇਰੀ ਭਾਵੇਂ ਮੌਤ ਆ ਜਾਂਦੀ ਪਰ ਮੇਰੀ ਵਾਈਫ ਦੀ ਅੱਖਾਂ ਦੀ ਤੂੰ ਰੋਸ਼ਨੀ ਨਾ ਖੋਂਦਾ। ਨਰਿੰਦਰ ਜੀ, ਸਲਾਮ ਹੈ ਤੁਹਾਡੇ ਜਜ਼ਬੇ ਨੂੰ, ਪਰ ਹੁਣ ਆਪਾਂ ਚੱਲਦੇ ਹਾਂ ਤੁਹਾਡੀ ਉਸ ਕਹਾਣੀ ਵੱਲ ਜੋ ਪਿਆਰ ਦਾ ਪ੍ਰਤੀਕ ਹੈ। ਪਿਆਰ ਕਿੱਦਾਂ ਸ਼ੁਰੂ ਹੋਇਆ ਤੁਹਾਡੇ ਦੋਨਾਂ 'ਚ ਜੀ ਤੇ ਕੌਣ-ਕੌਣ ਰੋੜਾ ਬੰਦਾ ਰਿਹਾ ਤੁਹਾਡੇ ਮੁਹੱਬਤ 'ਚ? ਹਾਂਜੀ, ਪਿਆਰ ਇਦਾਂ ਹੈ ਜੀ, ਇਹ ਕੰਪਿਊਟਰ ਕੋਰਸ ਕਰਦੇ ਸੀਗੇ ਵੀ ਉੱਥੇ ਅਸੀਂ ਇਦਾਂ ਹੀ ਵੀ ਮੈਂ ਡਰਾਈਵਰੀ ਕਰਦਾ ਸੀ, ਉੱਥੇ ਅਸੀਂ ਇਦਾਂ ਜਾਣੀ ਕਿ ਮਿਲ ਪਏ ਵੀ ਚਲੋ ਸਾਡੀ ਗੱਲਬਾਤ ਹੁੰਦੀ ਰਹੀ, ਜਾਣੀ ਕਿ ਵਿਆਹ ਤੋਂ ਪਹਿਲਾਂ ਸਾਨੂੰ 5-6 ਸਾਲ ਹੋ ਗਏ ਸੀ ਇੱਕ ਦੂਜੇ ਨਾਲ ਮਿਲਿਆ ਨਾਲ। ਵੀ ਕਹਿ ਲਓ ਕਿ ਵੀ ਕੋਈ ਇਹ ਨਹੀਂ ਸੀ ਸਾਨੂੰ ਇੱਕ ਮੋੜ ਜ਼ਿੰਦਗੀ ਦਾ ਇਹ ਨਹੀਂ ਸੀ ਪਤਾ ਕਿ ਇਹਦੀ ਮਦਰ ਦੀ ਡੈਥ ਹੋ ਜੂਗੀ। ਮੇਰੀ ਥੋੜੀ ਘਰ ਦੀ ਕੁਝ ਕੰਡੀਸ਼ਨ ਇਦਾਂ ਦੀ ਸੀ, ਮੇਰਾ ਸਟਰਗਲ ਟਾਈਮ ਚੱਲਦਾ ਸੀ। ਇਹ ਮਦਰ ਨੇ ਕਹਿਣਾ ਵੀ ਪੁੱਤ ਤੁਸੀਂ ਹਨਾ ਵੀ ਮੇਰੇ ਹੁੰਦੇ ਵਿਆਹ ਕਰਾ ਲਓ, ਵੀ ਮੇਰੀ ਸਿਹਤ ਢਿੱਲੀ ਮੱਠੀ ਰਹਿੰਦੀ ਆ ਕਿਉਂਕਿ ਉਹਨਾਂ ਨੂੰ ਸ਼ੂਗਰ ਸੀ, ਵੀ ਪਤਾ ਨਹੀਂ ਵੀ ਕੱਲ ਨੂੰ ਵੀ ਕੁਝ ਹੋ ਨਾ ਜਾਵੇ। ਮੈਂ ਕਹਣਾ ਮਾਤਾ ਤੂੰ ਤਾਂ ਐਵੇਂ ਬੋਲਦੀ ਰਹਿੰਦੀ ਆ ਵੀ ਤੂੰ ਆਪਣੇ ਹੱਥੀਂ ਵਿਆਹ ਕਰੂੰਗੀ ਤੈਨੂੰ ਕੁਝ ਨਹੀਂ ਹੁੰਦਾ। ਬਸ ਉਹ ਮਾੜਾ ਦੌਰ ਆਉਂਦਾ ਆ ਵੀ ਇੱਕਦਮ ਉਹਨਾਂ ਦੀ ਸਿਹਤ ਜ਼ਿਆਦਾ ਢਿੱਲੀ ਹੋ ਜਾਂਦੀ ਆ। ਫਿਰ ਅਸੀਂ ਉਹਨਾਂ ਨੂੰ ਕਹਿ ਲਓ ਕਿ ਵੀ ਨਵੇਂ ਸ਼ਹਿਰ ਲੈ ਜਾਂਦੇ ਆ, ਨਵੇਂ ਸ਼ਹਿਰ ਤੋਂ ਵੀ ਜਵਾਬ ਦੇ ਦਿੱਤਾ ਜਾਂਦਾ। ਫਿਰ ਅਸੀਂ ਪੀਜੀਆਈ ਆ ਜਾਂਦੇ ਆ ਜੀ। ਜਦੋਂ ਪੀਜੀਆਈ ਆਉਂਦੇ ਆ ਇੱਕ ਦਿਨ ਹੁੰਦੇ, ਦੋ ਦਿਨ ਹੁੰਦੇ ਆ, ਤੀਜੇ ਦਿਨ ਜਾਣੀ ਕਿ ਵੀ ਥੋੜਾ ਹੱਥ ਹਿਲਾਉਣ ਲੱਗ ਪਏ ਸੀ। ਜਦੋਂ ਜਾਣੀ ਕਿ ਵੀ ਫਿਰ ਉੱਠ ਕੇ ਇੱਦਾਂ ਬਹਿੰਦੀ ਆ, ਮੇਰਾ ਹੱਥ ਫੜਦੀ ਆ ਇੱਦਾਂ ਕਰਕੇ, ਮੈਨੂੰ ਕਹਿੰਦੀ ਵੀ ਪੁੱਤ ਵੀ ਮੇਰੀ ਧੀ ਦਾ ਕੋਈ ਨਹੀਂ ਹੈਗਾ, ਵੀ ਤੂੰ ਇਹਦਾ ਸਾਥ ਨਾ ਛੱਡੀ। ਇਹ ਘਟਨਾ ਕਿੱਡਾ ਵੱਡਾ ਇੱਕ ਵਰਤਾਂਤ ਜਾਰੀ ਕਰਦੀ ਹੈ ਸਾਡੇ ਸਾਹਮਣੇ, ਇੱਕ ਦੁਖਾਂਤ ਦੀ ਉਹ ਕਥਾ ਜਿਹੜਾ ਮੇਰਾ ਖਿਆਲ ਅੱਜ ਤੱਕ ਕੋਈ ਵੀ ਲੇਖਕ ਨਾ ਲਿਖ ਸਕਿਆ ਹੋਵੇ। ਦੇਖੋ, ਪਿਤਾ ਨੇ ਠਕਰਾਇਆ, ਜਿਹੜਾ ਦੂਜਾ ਪਿਤਾ ਹੈ ਉਹ ਵੀ ਠਕਰਾ ਦਿੰਦਾ ਹੈ, ਪਰ ਮਾਂ ਦੀ ਮਮਤਾ ਆਪਣੀ ਧੀ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ, ਜਿਹਦੇ ਵਿੱਚ ਨਰਿੰਦਰ ਦੀ ਜਵਾਨੀ ਵਿੱਚ ਮਾਂ ਦਾ ਦਰਦ ਵੀ ਇੱਕ ਮਹੱਤਵ ਰੱਖਦਾ ਹੈ, ਕਿਉਂਕਿ ਔਰਤ ਦਾ ਦਰਦ ਔਰਤ ਹੀ ਜਾਣਦੀ ਹੈ। ਤੇ ਅੱਗੇ ਨਰਿੰਦਰ ਜੀ ਕੀ ਹੁੰਦਾ ਫਿਰ? ਹਾਂਜੀ, ਇਹ ਵੀ ਮੇਰੇ ਕੋਲ ਖੜੀ ਹੁੰਦੀ ਆ ਤੇ ਮੇਰਾ ਹੱਥ ਫੜਦੀ ਆ, ਮੈਨੂੰ ਕਹਿੰਦੀ ਇਹਦਾ ਪੁੱਤ ਕੋਈ ਨਹੀਂ ਹੈਗਾ, ਵੀ ਇਹਦਾ ਹੱਥ ਨਾ ਛੱਡੀ ਤੂੰ ਹਨਾ। ਮੈਂ ਕਿਹਾ ਮਾਤਾ ਜੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਆ, ਵੀ ਅਸੀਂ ਦੋਨਾਂ ਨੇ ਇਕੱਠਿਆਂ ਨੇ ਵਿਆਹ ਕਰਾਉਣਾ ਆ, ਵੀ ਤੁਸੀਂ ਆਪਣੇ ਹੱਥੀਂ ਵਿਆਹ ਕਰਨਾ ਆ। ਉਹ ਕਹਿੰਦੀ ਵੀ ਨਹੀਂ, ਵੀ ਮੇਰਾ ਵੀ ਪਤਾ ਨਹੀਂ ਹੈਗਾ ਪੁੱਤ, ਵੀ ਤੂੰ ਮੇਰੀ ਧੀ ਦਾ ਖਿਆਲ ਰੱਖੀ। ਫਿਰ ਉਹ ਸਾਡਾ ਹੱਥ ਇਦਾਂ ਫੜਦੀ ਆ, ਇਹਦਾ ਵੀ ਤੇ ਮੇਰਾ ਇਹਦਾ ਹੱਥ ਚੁੰਮਣ ਲੱਗ ਪੈਂਦੀ ਆ। ਵੀ ਬਹੁਤ ਇੱਕ ਕਹਿ ਲਓ ਕਿ ਵੀ ਉਸ ਟਾਈਮ ਰੋਣਾ ਆ ਜਾਂਦਾ ਵੀ ਇਹ ਪਤਾ ਨਹੀਂ ਵੀ ਇਹ ਕਾਹਤੇ ਇਦਾਂ ਕਰਦੇ ਆ, ਵੀ ਇਹ ਇਦਾਂ ਕਿਉਂ ਕਹਿੰਦੇ ਆ, ਵੀ ਮੈਂ ਨਹੀਂ ਰਹਿਣਾ ਹੈਗਾ। ਸ਼ਾਇਦ ਉਹਨਾਂ ਨੂੰ ਇੱਕ ਕਹਿ ਲਓ ਕਿ ਪਹਿਲਾਂ ਹੀ ਪਤਾ ਲੱਗ ਗਿਆ ਸੀ ਹਨਾ। ਚਲੋ ਫਿਰ ਉਹਨਾਂ ਦੀ ਕਹਿ ਲਓ ਕਿ ਜੀ ਉਹ ਨਹੀਂ ਬਚਦੇ, ਢਿੱਲੇ ਜ਼ਿਆਦਾ ਹੋ ਜਾਂਦੇ ਆ। ਹੁਣ ਮੈਂ ਤੁਹਾਨੂੰ ਟੋਕ ਰਿਹਾ, ਰੁਪਿੰਦਰ ਬੇਟਾ, ਜੋ ਬੀਤ ਗਿਆ ਥੋੜਾ ਜਿਹਾ ਸਬਰ, ਕਿਉਂਕਿ ਜ਼ਿੰਦਗੀ 'ਚ ਤੁਸੀਂ ਕਿੱਡੀ ਵੱਡੀ ਲੜਾਈ ਲੜ ਰਹੇ ਹੋ। ਅੱਜ ਹੰਝੂ ਕੀਮਤੀ ਹੁੰਦੇ ਨੇ, ਇਹ ਹੰਝੂਆਂ ਦੀ ਕੀਮਤ ਕਰੋੜਾਂ ਦੀ ਹੁੰਦੀ ਹੈ। ਇਹਨੂੰ ਇਮੋਸ਼ਨ 'ਚ ਨਹੀਂ ਬਹਾਈਂਦਾ ਤੇ ਸਟਰੋਂਗ ਹੋ ਕੇ ਲੜੀਂਦਾ। ਦੇਖੋ ਤੁਹਾਡੇ ਕੋਲ ਤੁਹਾਡਾ ਕਿੱਡਾ ਵੱਡਾ ਸਹਾਰਾ ਹੈ ਜੋ ਗੱਲ ਕਹਿ ਰਿਹਾ। ਫਿਰ ਕੀ ਹੁੰਦਾ? ਹਾਂਜੀ, ਫਿਰ ਜਿੱਦਾਂ ਮੈਨੂੰ ਪਤਾ ਲੱਗ ਜਾਂਦਾ ਵੀ ਡਾਕਟਰ ਤੋਂ ਮੈਂ ਪੁੱਛਦਾ ਵੀ ਠੀਕ ਹੋ ਜਾਣਗੇ, ਉਹ ਜਾਣੀ ਕਿ ਪਾਈਪ ਪਾਉਣ ਲੱਗ ਪੈਂਦੇ ਅੱਗੇ, ਆਪਣਾ ਜਾਣੀ ਕਿ ਕਰਦੇ ਆ ਟਰੀਟਮੈਂਟ। ਵੀ ਡਾਕਟਰ ਕਹਿੰਦੇ ਵੀ 100 ਦੇ ਵਿੱਚੋਂ 5 ਤੋਂ 7% ਚਾਂਸ ਆ ਬਚਣ ਦੇ, ਵੀ ਨਹੀਂ ਉਹ ਤਾਂ ਵੀ ਨਹੀਂ ਮੈਦ ਨਹੀਂ ਕੋਈ। ਚਲੋ ਫਿਰ ਵੀ ਇੱਕ ਉਮੀਦ ਸੀ, ਉਸ ਵਾਹਿਗੁਰੂ ਅੱਗੇ ਅਰਦਾਸਾਂ ਕਰਦੇ ਰਹੇ, ਕਿਉਂਕਿ ਮੈਨੂੰ ਵੀ ਇੱਕ ਉਸ ਟਾਈਮ ਜਦੋਂ ਡਾਕਟਰਾਂ ਨੇ ਕਹਿਤਾ ਸੀ ਵੀ ਕੁਝ ਪਤਾ ਨਹੀਂ 5 ਤੋਂ 7% ਚਾਂਸ ਆ, ਪਰ ਇਹ ਵੀ ਇੱਕ ਮਨ 'ਚ ਡਰ ਸੀਗਾ। ਵੀ ਮੈਂ ਕਿਹਾ ਵੀ ਉਹ ਮਾਤਾ ਹੁਣੀ ਕਹਿੰਦੇ ਹੁੰਦੇ ਸੀ ਵੀ ਬਾਅਦ 'ਚ ਪੁੱਤ ਔਖਾ ਬਹੁਤ ਹੋਣਾ, ਮੇਰੇ ਹੁੰਦੇ ਤੁਸੀਂ ਵਿਆਹ ਕਰਾ ਲਓ। ਜਦੋਂ ਫਿਰ ਉਹਨਾਂ ਦੀ ਕਹਿ ਲਓ ਕਿ ਇੱਕਦਮ ਫਿਰ ਇਦਾਂ ਡੈਥ ਹੋ ਜਾਂਦੀ ਹੈ ਜੀ। ਜਦੋਂ ਡੈਥ ਹੋ ਜਾਂਦੀ ਆ ਵੀ ਮੈਂ ਇਹ ਸੋਚਦਾ ਵੀ ਮੈਂ ਹੁਣ ਰੁਪਿੰਦਰ ਨੂੰ ਕਿੱਦਾਂ ਦੱਸਾਂ। ਇਹ ਆਉਂਦੀ ਸੀ ਕਦੀ, ਉਹ ਇੰਨੀ ਸੇਵਾ ਕੀਤੀ ਇਹਨੇ ਆਪਣੀ ਮਾਂ ਦੀ, ਉੱਥੇ ਬਹੁਤ ਸੇਵਾ ਕੀਤੀ, ਵੀ ਇਹੀ ਆਸ ਸੀ ਕਿ ਮੇਰੀ ਮਾਂ ਉੱਠ ਕੇ ਬੈਠੂਗੀ ਵੀ ਠੀਕ ਹੋਊਗੀ। ਇਹਨੇ ਸੋਚਿਆ ਨਹੀਂ ਸੀ, ਇੱਕ ਆਸ ਸੀ। ਪਰ ਮੈਂ ਇਹ ਸੋਚਦਾ ਸੀ ਵੀ ਇਹਨੂੰ ਹੁਣ ਮੈਂ ਦੱਸਾਂ ਕਿੱਦਾਂ, ਕਿਉਂਕਿ ਇੱਕ ਤਾਂ ਬੰਦੇ ਦਾ ਹੁੰਦਾ ਵੀ ਕੋਈ ਮਾਂ-ਬਾਪ ਹੁੰਦਾ, ਕੋਈ ਸਹਾਰਾ ਹੁੰਦਾ। ਇਹਦੇ ਲਈ ਇੱਕ ਸਹਾਰਾ ਇੱਕੋ ਇੱਕ ਇਹਦੀ ਮਾਂ ਸੀ, ਵੀ ਉਹ ਵੀ ਹੁਣ ਦੁਨੀਆ ਤੋਂ ਚਲੇ ਗਈ ਆ। ਵੀ ਮੈਂ ਰੁਪਿੰਦਰ ਤੈਨੂੰ ਕਿੱਦਾਂ ਦੱਸਾਂ ਹਨਾ, ਵੀ ਤੇਰੇ ਤੋਂ ਸਹਾਰ ਨਹੀਂ ਹੋਣਾ। ਬਸ ਮੈਂ ਹੌਸਲਾ ਕਰਦਾ ਕੁਛ ਟਾਈਮ, ਜਦੋਂ ਉੱਥੇ ਡੈਥ ਸਰਟੀਫਿਕੇਟ ਵਗੈਰਾ ਉਹ ਦਿੰਦੇ ਆ, ਮੈਂ ਫਿਰ ਹੌਸਲਾ ਕਰਕੇ ਮੈਂ ਕਿਹਾ ਵੀ ਲੁਕੋ ਤਾਂ ਸਕਦੇ ਨਹੀਂ, ਇੱਕ ਮੌਤ ਆ ਨਾ, ਵੀ ਕਿੰਨਾ ਟਾਈਮ ਮੈਂ ਲੁਕੋ ਲੂੰਗਾ।
ਫਿਰ ਉਹਨੂੰ ਮੈਂ ਹੌਸਲਾ ਕਰਕੇ ਇੰਨਾ ਕੁ ਦੱਸਦਾ ਕਿ ਰੁਪਿੰਦਰ ਡਾਕਟਰ ਕਹਿੰਦੇ ਆ ਵੀ ਔਖਾ ਆ ਵੀ ਮਾਤਾ ਉਹਨਾਂ ਨੇ ਬਚਣਾ ਨਹੀਂ ਹੈਗਾ। ਇਹ ਭੱਜੀ ਭੱਜੀ ਡਾਕਟਰਾਂ ਤੋਂ ਜਾਂਦੀ ਆ, ਵੀ ਉੱਥੇ ਰੋਣ ਲੱਗ ਪੈਂਦੀ, ਉਹਨਾਂ ਦੇ ਪੈਰ ਫੜ ਲੈਂਦੀ ਆ, ਵੀ ਉਹ ਕਹਿੰਦੇ ਵੀ ਨਹੀਂ ਵੀ ਔਖਾ ਆ ਰੁਪਿੰਦਰ ਔਖਾ ਆ। ਫਿਰ ਕਰਦੇ ਕਰਾਉਂਦੇ ਇਹਨੂੰ ਦੱਸਤਾ ਵੀ ਮਦਰ ਦੀ ਡੈਥ ਹੋ ਚੁੱਕੀ ਆ। ਉਹ ਫਿਰ ਤੁਹਾਡਾ ਸੀ ਵਿਆਹ ਕਿਵੇਂ ਹੁੰਦਾ, ਮਤਲਬ ਜਿਹੜਾ ਵਿਆਹ ਚ ਅੜਚਣਾ ਕੀ ਹੁੰਦਾ? ਮੈਂ ਦੱਸਦਾ ਜੀ ਤੁਹਾਨੂੰ, ਜਾਣੇ ਕਿ ਵੀ ਡੈਥ ਹੋ ਜਾਂਦੀ ਹੈ, ਇਹਨੂੰ ਪਤਾ ਲੱਗਦਾ ਆ। ਇੱਕ ਵਾਰੀ ਉੱਥੇ ਸੁਣਦੇ ਸਾਰ ਹੀ ਇਹ ਬੇਹੋਸ਼ ਹੋ ਜਾਂਦੀ ਆ, ਇੰਨਾ ਇਹਨੂੰ ਸਦਮਾ ਲੱਗਦਾ ਬਹੁਤ ਜ਼ਿਆਦਾ, ਜਾਣੀ ਕਿ ਇੱਕ ਬੰਦਾ ਡਿਪਰੈਸ਼ਨ 'ਚ ਨਹੀਂ ਚੱਲ ਜਾਂਦਾ, ਸ਼ਦਾਈਆਂ ਵਾਂਗੂ ਕਰਨ ਲੱਗ ਪੈਂਦਾ। ਮੈਨੂੰ ਵੀ ਕਹਿਣ ਲੱਗ ਪਈ ਸੀ ਤੂੰ ਕੌਣ ਆ, ਡਾਕਟਰਾਂ ਨੂੰ ਵੀ ਕਹਿੰਦੀ ਸੀ ਵੀ ਤੁਸੀਂ ਕੌਣ ਆ, ਹੱਸਣ ਲੱਗ ਪਈ ਸੀ। ਫਿਰ ਚਲੋ ਇਹ ਸ਼ੌਕ 'ਚੋਂ ਬਾਹਰ ਆਈ। ਫਿਰ ਇਹਦੇ ਮਾਤਾ ਜੀ ਹੁਣਾਂ ਦੀ ਡੈੱਡ ਬੋਡੀ ਅਸੀਂ ਗੱਡੀ 'ਚ ਰੱਖਦੇ ਆ, ਠੀਕ ਆ ਜੀ, ਉੱਥੋਂ ਬੋਡੀ ਜਮ੍ਹਾਂ ਕੀਤੀ ਹੁੰਦੀ ਕਢਾਉਂਦੇ ਆ ਅਸੀਂ, ਫਿਰ ਚਲੇ ਜਾਂਦੇ ਆ ਇਹਨਾਂ ਦੇ ਪਿੰਡ ਜਾਂਦੇ ਆ। ਫਿਰ ਉੱਥੇ ਸੰਸਕਾਰ ਵਗੈਰਾ ਜਾਣੇ ਕਿ ਕਰਦੇ ਆ, ਠੀਕ ਆ ਜੀ। ਉਹ ਕਰਨ ਤੋਂ ਬਾਅਦ ਭੋਗ ਵੀ ਪੈ ਜਾਂਦਾ ਆ। ਭੋਗ ਪੈਣ ਤੋਂ ਬਾਅਦ ਕੁਝ ਬੰਦੇ ਜਿੰਨੇ ਕੁ ਹੁੰਦੇ ਵਿੱਚ ਜਾਣ ਪਹਿਚਾਣ ਵਾਲੇ ਅਸੀਂ ਪਾਉਂਦੇ ਆ, ਪਰ ਉਹ ਗੱਲ ਸਿਰੇ ਨਹੀਂ ਚੜੀ। ਫਿਰ ਵਿੱਚੋਂ ਇੱਕ ਤਾਇਆ ਜੀ ਹੁਣੀ ਆ ਉੱਥੇ, ਜਾਣੇ ਕਿ ਵੀ ਇਹਨਾਂ ਦੇ ਵੀ ਸਾਡੇ ਉੱਥੇ ਤਾਇਆ ਜੀ ਹੁਣੀ, ਉਹਨਾਂ ਨੇ ਕਰਾ ਕੇ ਫਿਰ ਸਾਡਾ ਰਿਸ਼ਤਾ ਕੀਤਾ ਜੀ। ਫਿਰ ਆਪਾਂ ਅੱਗੇ ਕਹਾਣੀ ਛੇੜਦੇ ਹਾਂ ਕਿ ਜਿਹੜੇ 6 ਸਾਲ ਸੀ ਵਿਆਹ ਵਾਲੇ, ਉਹ ਜੀ। ਕਿਹੋ ਜਿਹੇ ਰਹੇ? ਉਹਨਾਂ 'ਚ ਕੋਈ ਯਾਦ ਇਹੀ ਜੀ ਤਾਂ ਹੋਊਗੀ ਜੋ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ? ਹਾਂਜੀ, ਯਾਦਾਂ ਤਾਂ ਬਹੁਤ ਸਾਰੀਆਂ ਆ। ਜਿੱਦਾਂ ਕਹਿ ਲਓ ਕਿ ਜੀ, ਇੱਕ ਕਹਿ ਲਓ ਕਿ ਵੀ ਇਕੱਠਿਆਂ ਨੇ ਜਾਣੇ ਕਹਿ ਲਓ ਕਿ ਵੀ ਇੱਕ ਬੰਦਾ ਪਲਾਨ ਕਰਦਾ ਸੀ ਮੈਰਿਜ ਕਰਾਵਾਂਗੇ, ਬਹੁਤ ਸਾਰੇ ਪਲਾਨ ਹੁੰਦੇ ਸੀ ਵੀ ਅਸੀਂ ਜ਼ਿੰਦਗੀ 'ਚ ਆਹ ਕੁਛ ਕਰਾਂਗੇ, ਹਨਾ। ਇੱਕ ਸਾਡਾ ਇਹ ਵੀ ਸੀ ਮਕਸਦ, ਇਹਨੇ ਮੈਨੂੰ ਇਹੀ ਕਹਿਣਾ ਵੀ ਮੈਂ ਨਰਿੰਦਰ ਕੁਛ ਬਣ ਕੇ ਦਿਖਾਉਣਾ ਆ, ਵੀ ਮੈਂ ਆਪਣੀ ਮਦਰ ਨੂੰ ਮੈਂ ਸੁੱਖ ਦੇਣਾ ਆ। ਜਾਣੀ ਕਿ ਵੀ ਉਹਨੇ ਜ਼ਿੰਦਗੀ 'ਚ ਦੁੱਖ ਬਹੁਤ ਦੇਖਿਆ, ਬੇਸ਼ੱਕ ਦੀ ਇਹ ਆਪ ਇੰਨੀ ਦੁੱਖਾਂ ਦੇ ਵਿੱਚ ਸੀ, ਪਰ ਇਹਨੇ ਇਹ ਦੱਸਿਆ ਵੀ ਮੈਂ ਕੁਛ ਬਣਨਾ ਆ। ਕੋਸ਼ਿਸ਼ ਵੀ ਕੀਤੀ ਬਹੁਤ ਸਾਰੇ, ਜਾਣੀ ਕਿ ਉਹਦੇ ਵਿੱਚ ਇਹਨੇ ਕੋਸ਼ਿਸ਼ ਕਰਨੀ, ਹਮੇਸ਼ਾ ਇਹਦਾ ਕੰਮ ਵੱਲ ਧਿਆਨ ਹੁੰਦਾ ਸੀ, ਜੌਬ ਲਈ ਵੀ ਦੇਖਦੇ ਰਹਿਣਾ ਵੀ ਕਿਤੇ ਨਾ ਕਿਤੇ ਨੌਕਰੀ ਮਿਲ ਜਾਵੇ, ਠੀਕ ਹੈ ਜੀ। ਬਹੁਤ ਸਾਰੇ ਜ਼ਿੰਦਗੀ ਵਿੱਚ ਪਲ ਆਉਂਦੇ ਇਦਾਂ ਦੇ, ਜਾਣੀ ਕਿ ਵੀ ਸੰਘਰਸ਼ ਟਾਈਮ ਜਾਣੇ ਕਹਿ ਲਓ ਕੋਈ ਪਤਾ ਹੀ ਨਹੀਂ ਲੱਗਿਆ ਵੀ ਕਿੱਦਾਂ ਬੀਤ ਗਿਆ ਜੀ। ਫਿਰ ਉਹ ਦੁਖਾਂਤ ਦੀ ਘੜੀ ਜੀ। ਤੋਂ ਬਾਅਦ ਤੁਹਾਡੀ ਜ਼ਿੰਦਗੀ ਕਿਵੇਂ ਦੀ ਹੋਈ? ਦੁਖਾਂ ਦੀ ਘੜੀ ਤੋਂ ਬਾਅਦ ਜਾਣੇ ਕਹਿ ਲਓ ਕਿ ਵੀ ਜਿਹੜੀ ਦੁਰਘਟਨਾ ਸੀ, ਮੈਂ ਤੁਹਾਨੂੰ ਇਹਦੇ 'ਚ ਦੱਸਣਾ ਚਾਹੂੰਗਾ ਕਿ ਇਹ ਐਕਸੀਡੈਂਟ ਜਿੱਦਾਂ ਸਿੱਧੂ ਮੂਸੇਵਾਲੇ ਦੀ ਮੌਤ ਹੁੰਦੀ ਉਸ ਤੋਂ ਇੱਕ ਦਿਨ ਪਹਿਲਾਂ ਹੁੰਦਾ, ਜਦੋਂ ਕਾਰ ਦੇ ਸ਼ੀਸ਼ੇ ਟੁੱਟ ਜਾਂਦੇ ਨੇ ਐਕਸੀਡੈਂਟ ਵਿੱਚ, ਉਹ ਸਿੱਧੇ ਰੁਪਿੰਦਰ ਦੀਆਂ ਅੱਖਾਂ 'ਚ ਪੈ ਜਾਂਦੇ ਨੇ, ਜਿਸ ਕਰਕੇ ਰੁਪਿੰਦਰ ਅੱਖਾਂ ਤੋਂ ਉਲੀਨ ਹੋ ਜਾਂਦੀ ਹੈ। ਪਰ ਉਹਦੀ ਖਾਹਿਸ਼ ਇਹ ਰਹਿੰਦੀ ਹੈ ਜਦੋਂ ਵੀ ਮੈਂ ਦੇਖਾਂ ਸੁੰਦਰ ਸਮਾਜ ਨੂੰ, ਰੱਬ ਦੀ ਬਣਾਈ ਜਿਹੜੀ ਦ੍ਰਿਸ਼ਟੀ ਹੈ, ਸ੍ਰਿਸ਼ਟੀ ਹੈ, ਉਹਨੂੰ ਦੇਖਾਂ, ਪਰ ਉਹਦੀ ਸ੍ਰਿਸ਼ਟੀ ਵਿੱਚ ਮੈਂ ਦੇਖਾਂ ਨਰਿੰਦਰ ਦਾ ਚਿਹਰਾ। ਤੇ ਸਵਾਲ ਉੱਥੇ ਹੀ, ਤੁਸੀਂ ਉਸ ਤੋਂ ਬਾਅਦ ਕੀ ਕੀਤਾ, ਕਿੱਥੇ ਗਏ? ਹਾਂਜੀ, ਜਦੋਂ ਦੇਖੋ ਜੀ ਘਰੋਂ ਤਾਂ ਅਸੀਂ ਹੱਸਦੇ ਖੇਡਦੇ ਨਿਕਲੇ ਸੀ, ਇਹ ਸੋਚਿਆ ਨਹੀਂ ਸੀ ਵੀ ਆਹ ਟਾਈਮ ਕਦੀ ਜ਼ਿੰਦਗੀ 'ਚ ਆ ਜਾਊਗਾ, ਵੀ ਇਹਦੀ ਅੱਖਾਂ ਦੀ ਰੌਸ਼ਨੀ ਚਲ ਜਾਂਦੀ ਆ, ਐਕਸੀਡੈਂਟ ਹੁੰਦਾ ਆ। ਵੀ ਫਿਰ ਜਦੋਂ ਇਹ ਮੈਨੂੰ ਸੀਨ ਚੇਤਾ ਆਇਆ, ਯਾਦ ਆ ਜੀ, ਵੀ ਇੱਕ ਐਕਸੀਡੈਂਟ ਦਾ ਝਟਕਾ ਲੱਗਦਾ ਆ, ਠੀਕ ਹੈ ਜੀ। ਉਸ ਤੋਂ ਬਾਅਦ ਜਾਣੀ ਕਿ ਵੀ ਉੱਥੇ ਉਹ ਐਕਸੀਡੈਂਟ ਹੋਣ ਦੇ ਨਾਲ ਮੈਨੂੰ ਵੀ ਹੋਸ਼ ਨਹੀਂ ਲੈਂਦਾ। ਹਸਪਤਾਲ ਜਾਂਦੇ ਆ, ਉਹ ਮੈਨੂੰ ਕੁਝ ਵੀ ਯਾਦ ਨਹੀਂ, ਕਿਉਂਕਿ ਇਹਦੀ ਤਾਂ ਅੱਖਾਂ ਦੀ ਰੌਸ਼ਨੀ ਚਲ ਗਈ ਸੀ, ਕੱਚ ਲੱਗ ਗਿਆ। ਮੈਨੂੰ ਇਹ ਕੋਈ ਸੀਨ ਯਾਦ ਨਹੀਂ ਵੀ ਕਿੱਥੇ ਗਏ ਕਿੱਥੇ ਨਹੀਂ। ਜਦੋਂ ਅਸੀਂ ਬਸਰਾ ਡਾਕਟਰ ਆ ਉੱਥੇ ਜਾਂਦੇ ਆ, ਮੈਨੂੰ ਥੋੜੀ ਜਿਹੀ ਹੋਸ਼ ਆਉਂਦੀ ਆ। ਜਦੋਂ ਹੋਸ਼ ਆਉਂਦੀ, ਮੈਂ ਕਿਹਾ ਮੈਂ ਹਸਪੀਟਲ ਦੇ ਵਿੱਚ ਆ, ਵੀ ਕੀ ਹੋਇਆ। ਵੀ ਮੈਂ ਦੇਖਦਾ, ਮੈਂ ਕਿਹਾ ਰੁਪਿੰਦਰ ਤੂੰ ਕਿੱਥੇ ਆ, ਵੀ ਮੇਰੇ ਲਾਗੇ ਆ ਜਾਂਦੇ ਆ। ਉਹ ਕਹਿੰਦੇ ਵੀ ਰੁਪਿੰਦਰ ਵੀ ਇੱਦਾਂ ਉੱਥੇ ਡਾਕਟਰ ਗਏ ਆ ਵੀ ਕਮਰੇ 'ਚ ਆ। ਮੈਂ ਡਾਕਟਰਾਂ ਤੋਂ ਜਾਣਦਾ ਵੀ ਡਾਕਟਰ ਸਾਹਿਬ ਰੁਪਿੰਦਰ ਠੀਕ ਆ, ਕਿਉਂਕਿ ਮੈਨੂੰ ਤਾਂ ਕੁਛ ਨਹੀਂ ਸੀ ਪਤਾ। ਮੈਨੂੰ ਤਾਂ ਇੱਕ ਜਦੋਂ ਝਟਕਾ ਲੱਗਾ ਇੰਨਾ ਪਤਾ ਵੀ ਐਕਸੀਡੈਂਟ ਹੋ ਗਿਆ, ਵੀ ਬਸ ਉੱਥੇ ਝਟਕਾ ਲੱਗਾ, ਵੀ ਉਸ ਤੋਂ ਬਾਅਦ ਮੈਨੂੰ ਹੋਸ਼ ਨਹੀਂ ਰਹੀ। ਇੱਕ ਸੜਕ ਹਾਦਸੇ ਨੇ ਕਿਸ ਤਰ੍ਹਾਂ ਰੁਪਿੰਦਰ ਤੇ ਨਰਿੰਦਰ ਦੀ ਜ਼ਿੰਦਗੀ ਤਬਦੀਲ ਲਿਆ, ਖੁਦ ਵੀ ਜ਼ਖਮੀ ਤੇ ਪਤਨੀ ਵੀ ਜ਼ਖਮੀ। ਜਦੋਂ ਨਰਿੰਦਰ ਡਾਕਟਰਾਂ ਕੋਲ ਜਾਂਦਾ ਤਾਂ ਡਾਕਟਰ ਕੀ ਕਹਿੰਦੇ ਨੇ, ਜਿਹੜਾ ਸੁਣ ਕੇ ਦੁੱਖਾਂ ਦਾ ਪਹਾੜ ਨਰਿੰਦਰ ਤੇ ਟੁੱਟ ਪੈਂਦਾ ਹੈ। ਨਰਿੰਦਰ ਕਿਵੇਂ ਲੱਗਿਆ ਜਦੋਂ ਡਾਕਟਰਾਂ ਨੇ ਦੱਸਿਆ ਤੁਹਾਡੇ ਜੀਵਨ ਸਾਥੀ ਬਾਰੇ? ਜੇ ਮੈਨੂੰ ਜਦੋਂ ਹੋਸ਼ ਆਉਂਦੀ ਹੈ ਜੀ, ਉੱਥੇ ਹਸਪੀਟਲ ਜਾ ਕੇ ਮੈਨੂੰ ਵੀ ਹੋਸ਼ ਆਉਂਦੀ, ਪਹਿਲਾਂ ਤਾਂ ਮੈਨੂੰ ਪਤਾ ਨਹੀਂ। ਇੱਕ ਵਾਰੀ ਪਤਾ ਲੱਗਦਾ ਜਦੋਂ ਐਕਸੀਡੈਂਟ ਹੋਇਆ, ਵੀ ਪੁੱਛਦੀ ਠੀਕ ਆ, ਮੈਂ ਇੰਨਾ ਮਾੜਾ ਜਿਹਾ ਕਹਿੰਦਾ ਵੀ ਠੀਕ ਆ। ਉਸ ਤੋਂ ਬਾਅਦ ਮੈਨੂੰ ਵਿੱਚ ਆ ਜਾਂਦਾ ਵੀ ਮੈਨੂੰ ਕੁਛ ਨਹੀਂ ਪਤਾ। ਫਿਰ ਹੋਸ਼ ਆਉਂਦੀ ਉੱਥੇ ਜਾ ਕੇ, ਜਦੋਂ ਮੈਂ ਜਾਣੇ ਕਿ ਵੀ
ਹੋਸ਼ ਦੇ ਵਿੱਚ ਆਉਣਾ ਆ, ਮੈਂ ਪਹਿਲਾਂ ਇਹੀ ਪੁੱਛਦਾ, ਮੈਂ ਕਿਹਾ ਰੁਪਿੰਦਰ ਕਿੱਥੇ ਆ? ਫੇਰ ਜਦੋਂ ਡਾਕਟਰ ਆਉਂਦੇ ਆ ਵੀ ਉਹ ਕਹਿੰਦੇ ਵੀ ਅੰਦਰ ਆ ਵੀ ਜਾ ਕੇ ਮਿਲਦਾ। ਮੈਂ ਕਿਹਾ ਡਾਕਟਰ ਸਾਹਿਬ ਵੀ ਠੀਕ ਆ, ਉਹਨਾਂ ਨੇ ਮੈਨੂੰ ਇਹੀ ਕਿਹਾ ਵੀ ਕਹਿੰਦੇ ਅੰਦਰ ਆ ਵੀ ਕੋਈ ਨਹੀਂ ਮਿਲਦਾ ਤੂੰ ਜਾ ਕੇ, ਹਨਾ। ਜਦੋਂ ਮੈਂ ਇਹਦੇ ਕੋਲ ਜਾ ਕੇ ਰੁਪਿੰਦਰ ਉੱਥੇ ਲੰਮੀ ਪਈ ਹੁੰਦੀ ਆ ਵੀ ਇਹਦੀ ਹਾਲਾਤ ਦੇਖੀ, ਜਦੋਂ ਮੈਂ ਇੱਕ ਤਾਂ ਪਹਿਲਾਂ ਦੇਖ ਕੇ ਇਹਦੇ ਪੱਟੀਆਂ ਬੰਨੀਆਂ, ਸਾਰੇ ਮੂੰਹ ਫਟਿਆ ਸੀ, ਅੱਖਾਂ ਦੇ ਵਿੱਚੋਂ ਖੂਨ ਆਉਂਦਾ ਸੀ, ਸਾਰੇ ਜਾਣੇ ਕਿ ਵੀ ਉਹ ਚਿਹਰਾ ਦੇਖ ਨਹੀਂ ਸੀ ਹੁੰਦਾ। ਪਰ ਮੈਂ ਫੇਰ ਵੀ ਜਾਂਦੇ ਉਹਨਾਂ ਨੂੰ ਇਹ ਪੁੱਛਿਆ, ਰੁਪਿੰਦਰ ਤੂੰ ਠੀਕ ਆ? ਹਾਂ ਕਹਿੰਦੇ ਨਰਿੰਦਰ ਮੈਂ ਠੀਕ ਆ ਵੀ, ਪਰ ਮੈਂ ਕਹਿੰਦੀ ਅੱਖਾਂ ਦੀ ਰੌਸ਼ਨੀ ਗਵਾ ਚੁੱਕੀ ਇਸ ਐਕਸੀਡੈਂਟ ਵਿੱਚ। ਕਿੱਡਾ ਵੱਡਾ ਇਹ ਦੁਖਾਂਤ ਹੋਇਆ ਹੋਵੇਗਾ। ਸੋਚੋ, ਆਖਰ ਜਦੋਂ ਇਹੀ ਜੀ ਸੁਣਨ ਨੂੰ ਮਿਲਦਾ ਤਾਂ ਇਨਸਾਨ ਦੇ ਦਿਲ ਤੇ ਕਿਹੋ ਜਿਹਾ ਬੀਤਦਾ। ਨਰਿੰਦਰ, ਜਦੋਂ ਇਹ ਚੀਜ਼ ਦਾ ਪਤਾ ਚੱਲਿਆ, ਅੱਗੇ ਫਿਰ ਡਾਕਟਰਾਂ ਨਾਲ ਤੁਸੀਂ ਕੀਤੀ ਹਾਂਜੀ, ਗੱਲਬਾਤ ਕੀਤੀ, ਇਲਾਜ ਵਾਸਤੇ ਵੀ ਕੋਸ਼ਿਸ਼ ਕੀਤੀ, ਤੇ ਕੀ ਤੁਹਾਡੇ ਘਰ ਦੇ ਤੁਹਾਡੇ ਘਰ ਚ ਕੌਣ ਕੌਣ ਹੈ ਜੋ ਤੁਹਾਡੀ ਮਦਦ ਲਈ ਪੁੱਜੇ? ਦੇਖੋ ਹਾਂਜੀ, ਫੇਰ ਉਸ ਤੋਂ ਬਾਅਦ ਜਾਣੀ ਕਿ ਡਾਕਟਰਾਂ ਦੇ ਉੱਥੇ ਇਹ ਪਤਾ ਲੱਗਦਾ, ਪਹਿਲਾਂ ਤਾਂ ਜਦੋਂ ਮੈਨੂੰ ਪਤਾ ਲੱਗਦਾ ਵੀ ਅੱਖਾਂ ਦੀ ਰੌਸ਼ਨੀ ਚੱਲ ਗਈ, ਵੀ ਮੈਨੂੰ ਤਾਂ ਮੇਰੀ ਤਾਂ ਜ਼ਿੰਦਗੀ ਹੱਸਦੀ ਵੱਸਦੀ ਇੱਕ ਦੁਨੀਆ ਜਿਹੜੀ ਸੀ, ਉਹ ਜਿਹੜੇ ਸੁਪਨੇ ਸੀ ਉਹ ਸਾਰੇ ਖਤਮ ਹੋ ਗਏ। ਵੀ ਇਹ ਕੁੜੀ ਦੀ ਜ਼ਿੰਦਗੀ 'ਚ ਪਹਿਲਾਂ ਇੰਨੇ ਦੁੱਖ ਸੀ ਵੀ ਮੈਂ ਖੁਸ਼ੀਆਂ ਲੈ ਕੇ ਆਉਣੀਆਂ ਸੀ, ਸਾਡੀ ਇੰਨੀ ਵਧੀਆ ਹੱਸਦੀ ਵੱਸਦੀ ਦੁਨੀਆ ਵੀ ਰੱਬਾ ਤਾਂ ਕਾਹਤੇ ਜਾੜਦੀ, ਹਨਾ। ਵੀ ਇਹਦੀ ਅੱਖਾਂ 'ਚ ਤੂੰ ਰੌਸ਼ਨੀ ਨਾ ਖੋਂਦਾ। ਚਲੋ ਜੀ, ਉਹ ਡਾਕਟਰਾਂ ਨੇ ਇਹੀ ਕਿਹਾ ਵੀ ਕਹਿੰਦੇ ਵੀ ਤੁਸੀਂ ਇੱਦਾਂ ਕਰੋ, ਇਹਨਾਂ ਨੂੰ ਜਲੰਧਰ ਲੈ ਜਾਓ। ਅਸੀਂ ਜਲੰਧਰ ਚਲੇ ਜਾਂਦੇ ਆ ਜੀ। ਉੱਥੇ ਜਦੋਂ ਡਾਕਟਰ ਕਹਿੰਦੇ ਆ ਵੀ ਆਪਾਂ ਆਪਰੇਸ਼ਨ ਕਰਦੇ ਆ, ਪਹਿਲਾਂ ਤਾਂ ਇਹਦੇ ਅੱਖਾਂ ਦੇ ਵਿੱਚੋਂ ਕੱਚ ਕੱਢੀਏ ਵੀ ਬਹੁਤ ਜ਼ਿਆਦਾ ਸੱਟ ਆ। ਫਿਰ ਇੱਕ ਉਹਦੇ ਵਿੱਚ ਮੋੜ ਇਹ ਸੀ, ਡਾਕਟਰਾਂ ਨੇ ਇਹ ਕਿਹਾ ਸੀ, ਅੱਖਾਂ ਦੇ ਡਾਕਟਰ ਨੂੰ ਮੈਂ ਇਹ ਪੁੱਛਿਆ, ਮੈਂ ਕਿਹਾ ਇਹਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਊ? ਉਹ ਕਹਿੰਦੇ ਬੇਟਾ ਅੱਖਾਂ ਦੀ ਰੌਸ਼ਨੀ ਦੀ ਤਾਂ ਬਾਅਦ ਚੋਂ ਗੱਲ ਆ, ਪਹਿਲਾਂ ਤੁਸੀਂ ਵੀ ਸਿਰ ਦੀ ਸੱਟ ਜਿਹੜੀ ਆ ਉਹ ਸਕੈਨ ਹੁੰਦੀ ਹੈ ਇੱਕ ਵੱਡੀ ਸੀਟੀ ਸਕੈਨ, ਵੀ ਤੁਸੀਂ ਉਹ ਕਰਾਓ। ਜੇ ਤਾਂ ਉਹ ਠੀਕ ਹੋਇਆ ਹੈਡ, ਆਪਾਂ ਆਪਰੇਸ਼ਨ ਕਰ ਸਕਦੇ, ਨਹੀਂ ਉਹ ਤਾਂ ਆਪਾਂ ਅੱਖਾਂ ਨੂੰ ਆਪਰੇਸ਼ਨ ਨਹੀਂ ਕਰ ਸਕਦੇ। ਮੈਨੂੰ ਫਿਰ ਬਹੁਤ ਜ਼ਿਆਦਾ ਟੈਨਸ਼ਨ ਹੋ ਗਈ ਵੀ ਅੱਖਾਂ ਦੇ ਵਿੱਚ ਕੱਚ, ਅੱਖਾਂ ਪਾਟੀਆਂ। ਚਲੋ ਸੀਟੀ ਸਕੈਨ ਕਰਾਈ, ਉਹ ਰੱਬ ਦਾ ਸ਼ੁਕਰ ਕਰਦੇ ਆ ਜੀ। ਇੱਕ ਕਹਿ ਲਓ ਕਿ ਉਸ ਰੱਬ ਨੇ ਮੌਤ ਦੇ ਮੂੰਹ ਚੋਂ ਇਦਾਂ ਬਚਾਇਆ, ਕੋਈ ਕਹਿ ਲਓ ਕਿ ਉਹ ਪੁੰਨ ਕੀਤੇ ਸੀ, ਕੋਈ ਚੰਗੇ ਕਰਮ ਸੀਗੇ, ਵੀ ਬਹੁਤ ਕੁਛ ਤਾਂ ਖੋ ਹੀ ਚੁੱਕੇ ਸੀਗੇ ਅੱਖਾਂ ਦੀ ਰੌਸ਼ਨੀ। ਪਰ ਇੱਥੇ ਜਦੋਂ ਸੀਟੀ ਸਕੈਨ ਹੋਈ, ਬੈਕ ਸਾਈਡ ਤੇ ਕੰਨ ਦੇ ਵਿੱਚ ਡਾਕਟਰਾਂ ਨੇ ਕਿਹਾ ਨਾੜ ਜਿਹੜੀ ਹੈ ਨਾ, ਬਹੁਤ ਥੋੜੀ ਜਿਹੀ ਜਗ੍ਹਾ ਰਹਿ ਗਈ, ਵੀ ਉਹਨੂੰ ਵੀ ਟੱਕ ਲੱਗ ਚੁੱਕਾ ਸੀ, ਪਰ ਬਚਾਅ ਹੋ ਗਿਆ। ਵੀ ਜੇ ਉਹ ਵੱਡੀ ਜਾਂਦੀ ਨਾ ਵੀ ਉੱਥੇ ਕੰਮ ਖਤਮ ਸੀ। ਨਰਿੰਦਰ ਜੀ, ਤੁਹਾਡੇ ਘਰ ਵੱਲੋਂ ਤੁਹਾਡੇ ਘਰ ਚ ਕੌਣ ਕੌਣ ਹੈ? ਕਿ ਉਸ ਟਾਈਮ ਪੁੱਜੇ ਕੋਈ? ਕਿਉਂਕਿ ਰੁਪਿੰਦਰ ਦਾ ਕਹਿਣਾ ਸੀ ਕਿ ਉਸ ਟਾਈਮ ਕੋਈ ਨਹੀਂ ਪੁੱਜਿਆ। ਹਾਂਜੀ, ਘਰੇ ਜੇ ਮੇਰੇ ਫਾਦਰ ਸਾਹਿਬ ਸੀ, ਉਹਨਾਂ ਦੀ ਤਾਂ ਡੈਥ ਹੋ ਜਾਂਦੀ ਆ, ਜਾਣੀ ਕਿ ਵੀ ਸਾਲ ਇੱਕ ਪਹਿਲਾਂ ਡੈਥ ਹੋ ਗਈ ਸੀ, ਉਹਨਾਂ ਨੂੰ ਕੈਂਸਰ ਸੀ। ਮੇਰੇ ਮਦਰ ਆ ਵੀ ਉਹ ਆਉਂਦੇ ਆ, ਹਾਂਜੀ, ਵੀ ਆ ਕੇ ਜਦੋਂ ਦੇਖਦੇ ਆ ਵੀ ਇਹ ਕੁਛ ਹੋਇਆ ਆ, ਵੀ ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਹੈ ਬੱਚਿਆਂ ਨੂੰ ਦੇਖ ਕੇ। ਇੱਕ ਮਾਂ ਬਾਪ ਕਦੇ ਨਹੀਂ ਚਾਹੁੰਦੇ ਵੀ ਆ ਹਨਾ ਟਾਈਮ ਆਵੇ ਜੀ। ਕਹਿ ਲਓ ਕਿ ਵੀ ਬਸ ਫਿਰ ਡਾਕਟਰਾਂ ਨੇ ਕਹਿਤਾ ਵੀ ਤੁਸੀਂ ਪੈਸਿਆਂ ਦਾ ਕਰੋ ਅਰੇਂਜਮੈਂਟ, ਵੀ ਆਪਾਂ ਇਹਨਾਂ ਦਾ ਆਪਰੇਸ਼ਨ ਕਰੀਏ। ਸਿਟੀ ਸਕੈਨ ਵਿੱਚ ਸਿਰ ਦੀ ਸੱਟ ਠੀਕ ਆਈ ਸੀਗੀ। ਚਲੋ ਜੀ, ਅਸੀਂ ਉੱਥੇ 1.25 ਲੱਖ ਰੁਪਈਆ। ਪਰ ਮੈਂ ਨਰਿੰਦਰ ਜੀ ਨੂੰ ਇੱਕ ਮਿੰਟ ਰੋਕਣਾ ਚਾਹੂੰਗਾ, ਇਹਦੇ ਤੋਂ ਮੈਂ ਇੱਕ ਜ਼ਰੂਰ ਰੁਪਿੰਦਰ ਕੋਲ ਜਾਣਾ ਚਾਹੁੰਦਾ। ਰੁਪਿੰਦਰ, ਇੱਕ ਸਵਾਲ ਹੈ, ਇੱਕ ਇਹ ਜਿਹਾ ਪ੍ਰਚਲਨ ਵੀ ਹੈ ਕਿ ਅਸੀਂ ਕੁਝ ਵੀ ਨਾ ਚਾਹੇ ਵੀ ਸਾਨੂੰ ਕਈ ਚੀਜ਼ਾਂ ਤੇ ਜਾਣਾ ਪੈਂਦਾ। ਤੁਹਾਡੇ ਸਟੈਪ ਫਾਦਰ ਆਏ, ਉਹਨਾਂ ਨੂੰ ਪਹਿਲਾਂ ਤਾਂ ਚਲੋ ਪਤਾ ਨਹੀਂ ਸੀਗਾ ਕਿ ਮੇਰੀ ਇਦਾਂ ਅੱਖਾਂ ਦੀ ਰੋਸ਼ਨੀ ਚਲ ਗਈ ਆ, ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਦਾਂ ਅੱਖਾਂ ਦੀ ਰੋਸ਼ਨੀ ਚਲ ਗਈ ਆ, ਉਹ ਪਹਿਲਾਂ ਤਾਂ ਕਹਿੰਦੇ ਸੀ ਹਾਂ ਮੈਂ ਆਣਾ ਆ ਇਦਾਂ ਕਹੀ ਜਾਂਦੇ ਸੀਗੇ, ਪਰ ਉਹ ਮੈਨੂੰ ਆਏ ਨਹੀਂ ਦੇਖਣ। ਘੱਟੋ ਘੱਟ 3 ਤੋਂ 4 ਮਹੀਨੇ ਜਦੋਂ ਹੋ ਗਏ ਸੀ, ਇੱਕ ਵਾਰੀ ਆਏ, ਮੁੜ ਕੇ ਨਹੀਂ ਉਹ ਮੈਨੂੰ ਦੇਖਣਾ, ਇੱਕੋ ਵਾਰੀ ਦੇਖਣ ਆਏ। ਤੇ ਮੁੜ ਕੇ ਉਹਨਾਂ ਦੀ ਫੈਮਿਲੀ ਚੋਂ ਕੋਈ ਨਹੀਂ ਜਾਣੀ ਕਿ ਮੈਨੂੰ ਦੇਖਣ ਆਇਆ। ਫੋਨ ਵੀ ਬਹੁਤ ਟਾਈਮ ਬਾਅਦ ਕਰਦੇ ਹੁੰਦੇ ਸੀਗੇ। ਈਵਨ ਮੈਨੂੰ ਹਸਪੀਟਲ ਡਾਕਟਰਾਂ ਨੇ ਵੀ ਪੁੱਛਿਆ, ਕਹਿੰਦੇ ਕੁੜੀਏ ਤੇਰੇ ਪੇਕਿਆਂ 'ਚ ਕੋਈ ਹੈ ਨਹੀਂ, ਤੇਰੇ ਪੇਕਿਆਂ ਤੋਂ ਕਾਹਤੇ ਨਹੀਂ ਆ? ਕਹਿੰਦੇ ਇੰਨੀ ਵੱਡੀ ਸੱਟ ਹੋਵੇ ਤੇ ਪੇਕਿਆਂ ਤੋਂ ਮਾਂ ਪੇਕ ਨਾ ਆਵੇ, ਕਹਿੰਦੀ ਅੱਜ ਤੱਕ ਅਸੀਂ ਇਹ ਚੀਜ਼ ਨਹੀਂ ਦੇਖੀ ਹੈਗੀ। ਫਿਰ ਮੈਂ ਕੀ ਕਹਿਣਾ ਸੀਗਾ, ਮੈਂ ਕਿਹਾ ਨਹੀਂ ਮੇਰਾ ਕੋਈ ਹੈ ਹੀ ਨਹੀਂ, ਜੇ ਹੁੰਦਾ ਤਾਂ ਜ਼ਰੂਰ ਮਗਰ ਆਉਂਦਾ। ਮੁੜ ਕੇ ਇਹ 2 ਵਾਰ, ਹੁਣ ਤੱਕ 1 ਸਾਲ ਵਿੱਚ ਸਿਰਫ ਉਹ 2 ਵਾਰੀ ਆਏ ਆ, ਮੁੜ ਕੇ ਤਾਂ ਉਹ ਆਏ ਨਹੀਂਗੇ। ਰੁਪਿੰਦਰ, ਜਦੋਂ ਤੁਹਾਡਾ ਵਿਆਹ ਹੋਇਆ, ਹਾਂਜੀ, ਉਦੋਂ ਤੁਹਾਡੇ ਸਟੈਪ ਫਾਦਰ ਨੇ ਕੋਈ ਅੜਚਣ ਨਹੀਂ ਪਾਈ ਜਾਂ ਸਾਥ ਨਹੀਂ ਦਿੱਤਾ? ਕਿਉਂ ਨਹੀਂ ਦਿੱਤਾ? ਹਾਂਜੀ, ਉਹ ਉਹਨਾਂ ਨੇ ਮੈਨੂੰ ਮਤਲਬ ਜਦੋਂ ਵਿਆਹ ਹੋਇਆ ਉਹਨਾਂ ਨੇ ਕੁਛ ਮਤਲਬ ਇੰਨਾ ਉਹਨਾਂ ਦਾ ਕੋਈ ਯੋਗਦਾਨ ਨਹੀਂ ਸੀਗਾ ਮੇਰੇ ਵਿਆਹ ਦੇ ਵਿੱਚ। ਮੇਰੀ ਮਾਂ ਨੇ ਮੇਰੇ ਵਿਆਹ ਬਾਰੇ ਬਹੁਤ ਕੁਝ ਸੋਚਿਆ ਸੀਗਾ ਵੀ ਮੈਂ ਆਪਣੀ ਧੀ ਦਾ ਇਦਾਂ ਵਿਆਹ ਕਰੂੰਗੀ ਜਾਂ ਇਦਾਂ ਵਧੀਆ ਕਰੂੰਗੀ।
ਮਤਲਬ ਉਹਨਾਂ ਨੇ ਵਿੱਚ ਕੋਈ ਉਹਨਾਂ ਦਾ 1-20% ਯੋਗਦਾਨ ਨਹੀਂ ਸੀਗਾ। ਪਤਾ ਨਹੀਂ ਉਹਨਾਂ ਨੇ ਇਹ ਚੀਜ਼ ਕਿਉਂ ਕੀਤੀ ਵੀ ਸ਼ਾਇਦ ਜੇ ਮਾਂ ਨਾਲ ਵਿਆਹ ਕਰਵਾਇਆ ਸੀ, ਇੱਕ ਔਰਤ ਨਾਲ ਤੁਸੀਂ 20 ਸਾਲ ਰਹੇ ਆ, ਮੈਂ ਉਹਦੀ ਕੁੱਖੋਂ ਹੀ ਜਨਮੀ ਆ। ਇੱਕ ਔਰਤ ਦੇ ਨਾਲ 20 ਸਾਲ ਬੰਦਾ ਰਹਿੰਦਾ, ਪਿਆਰ ਤਾਂ ਹੁੰਦਾ ਹੀ ਆ ਕਿਤੇ ਨਾ ਕਿਤੇ, ਚੱਲ ਉਹਦੀ ਧੀ ਆ, ਬੰਦਾ ਉਹੀ ਸੋਚ ਕੇ ਹਨਾ ਕਰ ਲਵੇ। ਪਰ ਉਹਨਾਂ ਦਾ ਕੋਈ ਯੋਗਦਾਨ ਨਹੀਂ ਸੀਗਾ। ਇਸ ਯੋਗਦਾਨ ਵਿੱਚ ਜਿੰਨਾ ਹੋ ਸਕਿਆ ਮੇਰੇ ਮਾਮਿਆਂ ਨੇ ਚਲੋ ਵਿਚਾਰਿਆਂ ਨੇ ਇਕੱਠੇ ਕਰਕੇ ਲਾਏ, ਤੇ ਇੱਕ ਸਾਡੇ ਉੱਥੇ ਤਾਇਆ ਜੀ ਆ, ਉਹਨਾਂ ਨੇ ਵਿਆਹ ਕੀਤਾ ਸੀਗਾ। ਰੁਪਿੰਦਰ, ਇੱਕ ਸਵਾਲ ਹੈ। ਹਾਂਜੀ ਕਹਿੰਦੇ ਜਦੋਂ ਚਾਹੇ ਕਿਹੋ ਜਿਹਾ ਹੀ ਫਾਦਰ ਹੋਵੇ, ਹਾਂਜੀ ਜਦੋਂ ਧੀ ਦੀ ਡੋਲੀ ਤੋਰਦੇ ਆ ਤਾਂ ਉਹ ਸ਼ਾਮਲ ਜ਼ਰੂਰ ਹੁੰਦਾ ਹੈ। ਹਾਂਜੀ ਉਹ ਕਿਉਂ ਨਹੀਂ ਸ਼ਾਮਲ ਹੋਈ? ਕੋਈ ਕਾਰਨ ਤਾਂ ਰਿਹਾ ਹੋਊਗਾ ਨਾ? ਹਾਂਜੀ, ਡੋਲੀ ਵਿੱਚ ਸ਼ਾਮਲ ਤਾਂ ਹੋਏ ਸੀਗੇ ਵਿਆਹ ਵਿੱਚ। ਅੱਛਾ। ਹਾਂਜੀ, ਵਿਆਹ ਵਿੱਚ ਤਾਂ ਉਹ ਆਏ ਸੀਗੇ। ਮਤਲਬ ਉਹਨਾਂ ਵੱਲੋਂ ਉਹਦਾ ਫਾਈਨੈਂਸ਼ਲੀ ਕੋਈ ਵੀ ਮੈਨੂੰ ਯੋਗਦਾਨ ਨਹੀਂ ਦਿੱਤਾ ਗਿਆ ਵੀ ਕੋਈ ਇੱਕ ਧੀ ਨੂੰ ਇੱਕ ਗਿਫਟ ਹੁੰਦਾ ਨਾ, ਕੋਈ ਤੋਹਫਾ ਹੁੰਦਾ, ਕੁਝ ਵੀ ਚਾਹੇ ਦੇ ਦਿੱਤਾ ਜਾਵੇ। ਮੈਂ ਉਹ ਆਸ ਕਰਦੀ ਸੀ, ਉਹ ਉਮੀਦ ਕਰਦੀ ਸੀਗੀ, ਉਹ ਮੈਨੂੰ ਨਹੀਂ ਮਿਲ ਸਕਿਆ ਉਸ ਟਾਈਮ ਵਿਆਹ ਤੋਂ ਵੀ। ਮਤਲਬ ਮੈਨੂੰ ਉਸ ਟਾਈਮ ਜਦੋਂ ਅੜਚਣ ਆ ਰਹੀਆਂ ਸੀ, ਮੇਰੇ ਫਾਦਰ ਨੂੰ ਇਸ ਗੱਲ ਦਾ ਪਤਾ ਸੀਗਾ ਕਿ ਜਦੋਂ ਪੀਜੀਆਈ ਮਦਰ ਨੂੰ ਲੈ ਕੇ ਆਏ, ਇੱਥੇ 7 ਦਿਨ ਰਹੇ, ਉਸ ਟਾਈਮ ਇਹ ਮੁੰਡਾ ਮੇਰੇ ਨਾਲ ਸੀਗਾ। ਮੈਨੂੰ ਇਹ ਉਹਨਾਂ ਤੋਂ ਸੀਗਾ ਕਿ ਜਦੋਂ ਸਾਰੇ ਲੋਕੀ ਮੇਰੇ ਵਿਰੁੱਧ ਸੀ, ਉਹ ਸਾਡੇ ਨਾਲ ਆ ਕੇ ਖੜ ਜਾਂਦਾ। ਉਹ ਕਹਿੰਦਾ ਵੀ ਤੁਸੀਂ ਸਾਰੇ ਜਣੇ ਚੁੱਪ ਕਰ ਜਾਓ, ਵੀ ਇਹ ਸਾਡਾ ਪੁੱਤ ਆ, ਵੀ ਮੇਰੀ ਘਰ ਵਾਲੀ ਨੂੰ ਸੰਭਣ ਵਾਲਾ ਇਹੀ ਆ ਉੱਥੇ। ਕਿਉਂਕਿ ਸਾਰੇ ਇੱਥੇ ਉਂਗਲੀ ਉਠਾਉਂਦੇ ਸੀ, ਇਹ ਮੁੰਡਾ ਕੌਣ ਆ, ਇਹ ਮੁੰਡਾ ਕਾਤੇ ਆਇਆ, ਤੂੰ ਇਸ ਮੁੰਡੇ ਨੂੰ ਕਾਤੇ ਕਾਲ ਕੀਤੀ। ਇਹਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਮੈਨੂੰ ਵੀ ਕੀਤਾ ਜਾਂਦਾ ਸੀ। ਉਸ ਟਾਈਮ ਅਸੀਂ ਦੋਵੇਂ ਜਣੇ ਸਿਰਫ ਆਪਣੇ ਫਾਦਰ ਦੇ ਮੂੰਹ ਵੱਲ ਦੇਖਦੇ ਸੀ, ਕਿਉਂਕਿ ਇਹੀ ਇੱਕ ਇਹੋ ਜਿਹਾ ਬੰਦਾ ਜਿਹੜਾ ਕਿ ਉਸ ਟਾਈਮ ਦਾ ਗਵਾਹ ਆ, ਤੇ ਇਹਨੂੰ ਇਹ ਵੀ ਪਤਾ ਕਿ ਇਹ ਮੁੰਡਾ ਪਹਿਲਾਂ ਵੀ ਘਰ ਆਉਂਦਾ ਆ। ਪਰ ਉਸ ਟਾਈਮ ਸਟੈਪ ਫਾਦਰ ਨੇ ਮੇਰਾ ਸਾਥ ਨਹੀਂ ਦਿੱਤਾ। ਉਹ ਚੀਜ਼ ਦਾ ਮੈਨੂੰ ਬਹੁਤ ਹੁੰਦਾ ਵੀ ਉਹਨੇ ਕਿਉਂ ਨਹੀਂ ਸਾਥ ਦਿੱਤਾ। ਜਿਹੜੇ ਤੁਹਾਡੇ ਅਸਲੀ ਪਿਤਾ ਸੀ, ਹਾਂਜੀ, ਉਹ ਹੁਣ ਕਿੱਥੇ ਨੇ? ਅਸਲੀ ਪਿਤਾ ਦਾ ਮਤਲਬ ਮੈਨੂੰ ਤਾਂ ਕੋਈ ਦੱਸਦਾ ਹੀ ਨਹੀਂ। ਪਤਾ ਨਹੀਂ ਕਿਉਂ ਮੇਰੇ ਨਾਨਕੇ ਵੱਲ ਵੀ ਮੈਂ ਪੁੱਛਦੀ ਆ, ਮਤਲਬ ਮੈਨੂੰ ਜਿੰਨਾ ਕੁ ਪਤਾ, ਸਾਡੇ ਆਂਢੀ ਗੁਆਂਢੀ ਮੇਰੀ ਮਾਸੀ ਮੈਨੂੰ ਦੱਸਦੀ ਹੁੰਦੀ ਸੀ ਵੀ ਉਹ ਹੈਗੇ ਆ, ਵੀ ਜਿੰਦੇ ਆ ਕੁੜੀਏ, ਪਰ ਉਹਨਾਂ ਨੂੰ ਤੇਰੇ ਨਾਲ ਕੋਈ ਲੈਣਾ ਦੇਣਾ ਨਹੀਂ। ਮੈਂ ਕਈ ਵਾਰ ਉਹਨਾਂ ਨੂੰ ਕਹਿਣਾ, ਮੈਂ ਕਹਿੰਦਾ ਜੇ ਮੈਂ ਉਹਨਾਂ ਦੇ ਸਾਹਮਣੇ ਜਾ ਕੇ ਖੜ ਜਾਵਾਂ, ਕਹਿੰਦੇ ਉਹਨੇ ਤੈਨੂੰ ਤਾਂ ਵੀ ਪਛਾਣਨ ਤੋਂ ਇਨਕਾਰ ਕਰਦਾ, ਤੈਨੂੰ ਘਰ ਨਹੀਂ ਵੜਨ ਦੇਣਾ, ਸ਼ਾਇਦ ਤੈਨੂੰ ਮਾਰ ਹੀ ਦੇਣ। ਮੈਂ ਕਿਹਾ ਇੰਨੇ ਜ਼ਿਆਦਾ ਗੰਦੇ ਆ। ਮੈਂ ਕਈ ਵਾਰ ਆਪਣੀ ਮਦਰ ਨੂੰ ਕਹਿਣਾ, ਮੈਂ ਕਿਹਾ ਮੈਂ ਉਹਨਾਂ ਨੂੰ ਮਿਲਣਾ ਤਾਂ ਜ਼ਰੂਰ ਹੈ, ਮੈਂ ਜ਼ਰੂਰ ਪੁੱਛਣਾ ਵੀ ਠੀਕ ਆ, ਮੇਰੀ ਮਦਰ ਨਾਲ ਨਹੀਂ ਤੁਹਾਡੀ ਬਣਦੀ ਸੀ, ਪਰ ਮੈਂ ਤਾਂ ਜੰਮੀ ਸੀਗੀ, ਮੈਂ ਤਾਂ ਇੱਕ ਮਾਸੂਮ ਬੱਚਾ ਸੀ, ਮੇਰੇ 'ਚ ਤੁਸੀਂ ਇੱਦਾਂ ਦਾ ਕੀ ਦੇਖ ਲਿਆ ਵੀ ਤੁਹਾਨੂੰ ਮੇਰੇ ਤੇ ਨਹੀਂ ਤਰਸ ਆਇਆ? ਜੇ ਮਾਂ ਤੇ ਤਾਂ ਨਹੀਂ ਆਇਆ, ਮੇਰੇ ਤੇ ਤਾਂ ਤਰਸ ਕਰ ਲੈਂਦੇ। ਮੈਂ ਕਿੰਨੇ ਧੱਕੇ ਖਾ ਰਹੀ ਹਾਂ ਉਸ ਚੀਜ਼ ਕਰਕੇ। ਜਿਹੜੇ ਤੁਹਾਡੇ ਸਟੈਪ ਪਿਤਾ ਨੇ, ਹਾਂਜੀ। ਫਾਦਰ ਨੇ, ਹਾਂਜੀ। ਉਹ ਹੁਣ ਕਿੱਥੇ ਨੇ? ਸਟੈਪ ਫਾਦਰ ਹੈ ਜੋ, ਉਹ ਆਪਣੇ ਪਿੰਡ ਹੈ। ਹਾਂਜੀ, ਘਰ ਆ। ਕਿਉਂ ਉਹ ਹਜੇ ਵੀ ਵਿਆਹ ਕਰਾ ਲਿਆ ਉਹਨਾਂ ਨੇ ਕਿ ਉਹਨਾਂ ਦੀ ਲਾਈਫ ਕਿਵੇਂ ਦੀ ਹੈ? ਦੇਖੋ ਜੀ, ਪਹਿਲਾਂ ਤਾਂ ਚਲੋ ਮੈਨੂੰ ਕਾਲ ਕਰਦੇ ਸੀ, ਤੂੰ ਮੇਰੀ ਧੀ ਆ, ਤੂੰ ਮੇਰੇ ਘਰ ਆਵੀਂ। ਜਦੋਂ ਮੇਰੀ ਨਾ ਮਾਤਾ ਦੀ ਡੈਥ ਹੀ ਹੋਈ ਸੀਗੀ, ਉਸ ਟਾਈਮ ਨਾ 10 ਦਿਨ ਹੋਏ ਸੀ ਡੈਥ ਹੋਈ ਨੂੰ, ਮੈਨੂੰ ਨਾ ਕੁਛ ਆਂਢ ਗੁਆਂਢ ਦੇ ਲੋਕੀ ਘਰ ਸੱਦ ਕੇ ਕਹਿੰਦੇ ਇਹਦਾ ਬਹੁਤ ਔਖਾ ਆ। ਚਲੋ ਜੀ, ਉਹਦੀ ਏਜ ਵੀ ਹੁਣ ਹੋ ਚੁੱਕੀ ਆ, ਤੇ ਉਹ ਥੋੜਾ ਨਾ ਭੋਲਾ ਬੰਦਾ, ਲੋਕਾਂ ਦੇ ਮਗਰ ਲੱਗ ਜਾਂਦਾ। ਮੈਨੂੰ ਬੁੜੀਆਂ ਸੱਦ ਕੇ ਕਹਿਣਾ ਹੁਣ ਇਹਦਾ ਵਿਆਹ ਕਰ ਦੋ, ਬਹੁਤ ਔਖਾ। ਇੱਕ ਮਾਂ ਸੀ, ਉਹ ਮੇਰੀ ਮਾਂ ਸੀ, ਮੈਂ ਉਹਦੀ ਕੁੱਖੋਂ ਜੰਮੀ ਸੀ, ਮੈਂ ਆਪਣੀ ਮਾਂ ਦੀ ਥਾਂ ਕਿਸੇ ਹੋਰ ਨੂੰ ਕਿੱਦਾਂ ਦੇ ਦੇਵਾਂ? ਜਿਸ ਦਿਨ ਤੁਹਾਡੀ ਧੀ ਤੇ ਇਹ ਚੀਜ਼ ਬੀਤੂਗੀ, ਆਪਣੀ ਧੀ ਨੂੰ ਇਹ ਚੀਜ਼ ਕਹਿ ਕੇ ਦੇਖਿਓ ਕਿ ਤੁਹਾਡੀ ਧੀ ਤੁਹਾਡੀ ਜਗ੍ਹਾ ਕਿਸੇ ਹੋਰ ਨੂੰ ਦੇ ਦੂਗੀ, ਕੋਈ ਬੱਚਾ ਨਹੀਂ ਦੇ ਸਕਦਾ ਇਹ ਚੀਜ਼। ਮੈਨੂੰ ਉਸ ਟਾਈਮ ਬਹੁਤ ਦੁੱਖ ਹੁੰਦਾ ਸੀ। ਮੈਂ ਕਿਹਾ ਮੇਰੀ ਮਾਂ ਦਾ ਹਲੇ ਸਿਵਾ ਠੰਡਾ ਨਹੀਂ ਪਿਆ, ਤੁਹਾਨੂੰ ਉਹਦੇ ਦੂਜੇ ਵਿਆਹ ਦੀ ਪਈ ਹੋ ਆ। ਤੇ ਹੁਣ ਜਦੋਂ ਮੇਰਾ ਸੱਟ ਲੱਗੀ, ਮਤਲਬ ਸਾਰਿਆਂ ਲੋਕਾਂ ਨੇ ਮਿਲ ਕੇ ਮੇਰੇ ਵਿਰੁੱਧ ਇਹ ਸਾਜ਼ਿਸ਼ ਰਚੀ ਕਿ ਮੇਰੇ ਸਟੈਪ ਫਾਦਰ ਦੀ ਦੂਜੀ ਮੈਰਿਜ ਕਰ ਦਿੱਤੀ ਗਈ, ਤੇ ਉਸ ਚੀਜ਼ ਦਾ ਵੀ ਮੈਨੂੰ ਨਹੀਂ ਦੱਸਿਆ, ਉਹ ਵੀ ਵਿਆਹ ਹੋਣ ਤੋਂ ਬਾਅਦ ਮੈਨੂੰ ਦੱਸਿਆ ਗਿਆ। ਉਹ ਚੀਜ਼ ਨੇ ਮੈਨੂੰ ਬਹੁਤ ਜ਼ਿਆਦਾ ਜਾਣੀ ਕਿ ਠੇਸ ਪਹੁੰਚਾਈ। ਮੈਂ ਬਹੁਤ ਅੰਦਰੋਂ ਟੁੱਟ ਗਈ, ਕਿਉਂਕਿ ਉਹ ਘਰ ਜਿਹੜਾ ਸੀ ਨਾ ਮੇਰੇ ਬਹੁਤ ਦਿਲ ਦੇ ਕਲੋਜ਼ ਸੀਗਾ। ਮੈਨੂੰ ਇਹ ਨਹੀਂ ਘਰ ਨਾਲ ਨਹੀਂ, ਮੈਨੂੰ ਇਹ ਸੀ ਕਿ ਉਹ ਮੇਰੀ ਮਾਂ ਦਾ ਘਰ ਹੈ। ਮੇਰੀ ਮਾਂ ਨੇ ਅੱਜ ਤੱਕ ਕਦੇ ਕੱਪੜਾ ਪਾ ਕੇ ਨਹੀਂ ਦੇਖਿਆ, ਉਹਨੇ ਰੁਪਈਆ ਜੋੜ ਕੇ ਉਹ ਘਰ ਜੋੜਿਆ ਸੀ। ਮੇਰੀ ਯਾਦਾਂ ਜੁੜੀਆਂ ਸੀ ਉਸ ਮਾਂ ਦੀਆਂ। ਜਦੋਂ ਮੈਂ ਉਸ ਘਰ 'ਚ ਜਾਂਦੀ ਸੀ, ਮੈਂ ਚੌਂਕੇ 'ਚ ਬਹਿ ਕੇ ਏਦਾਂ ਸੋਚਦੀ ਸੀ। ਸ਼ਾਂਤ ਰੁਪਿੰਦਰ ਦੇ ਅਥਰੂ ਸਵਾਲ ਖੜਾ ਕਰ ਰਹੇ ਨੇ ਕਿ ਆਖਰ ਔਰਤ ਨਾਲ ਹੀ ਕਿਉਂ ਨਹੀਂ ਉਹਦੀਆਂ ਖੁਸ਼ੀਆਂ ਸਾਂਭੀਆਂ ਜਾਂਦੀਆਂ? ਕਿ ਉਹਨੂੰ ਹੱਕ ਨਹੀਂ ਕਿ ਉਹ ਸੁੱਖ ਦਾ ਸਾਹ ਲੈ ਸਕੇ, ਇੱਕ ਫੁੱਲ ਵਾਂਗੂ ਖਿਲ ਸਕੇ, ਆਪਣੀ ਮੁਸਕਾਨ ਖਿਲਾਰ ਸਕੇ? ਪਰੰਤੂ ਵਕਤ, ਸਮਾਜ ਅਤੇ ਰੱਬ ਦੀ ਕਰਨੀ ਇੱਕੋ ਜਿਹੀ ਕਿਉਂ? ਇਹ ਸਵਾਲ ਤੇ ਨਾਲ ਅਸੀਂ ਫਿਰ ਨਰਿੰਦਰ ਜੀ ਕੋਲ ਆਉਂਦੇ ਹਾਂ। ਨਰਿੰਦਰ ਜੀ, ਜਦ ਤੁਸੀਂ ਇਲਾਜ ਕਰਵਾਉਂਦੇ ਹੋ, ਆਪਰੇਸ਼ਨ ਹੁੰਦਾ ਹੈ, ਤਾਂ ਕਿੱਥੇ ਕਿੱਥੇ ਆਪਰੇਸ਼ਨ ਹੋਇਆ ਤੇ ਤੁਹਾਡਾ ਹੁਣ ਇਲਾਜ ਕਿੱਥੇ ਚੱਲ ਰਿਹਾ? ਹਾਂਜੀ, ਆਪਣੇ 2 ਹਸਪੀਟਲ ਆ ਜੀ। ਪਹਿਲਾਂ ਤਾਂ ਅਸੀਂ ਬਸਰਾ ਡਾਕਟਰ ਆ ਵੀ ਉਹ ਟਾਂਕੇ ਵਗੈਰਾ ਲਾਏ ਉਹਨਾਂ ਨੇ ਫੇਸ ਤੇ, ਇੱਥੇ ਹੈੱਡ ਤੋਂ ਜਿੰਨੇ ਸੀਗੇ ਇਹਦੇ ਕੱਚ ਲੱਗਾ, ਸਾਫ਼ ਸੂਫ ਕੀਤਾ, ਇੰਜੈਕਸ਼ਨ ਵਗੈਰਾ ਲਾਏ। ਮੈਂ ਬੇਹੋਸ਼ ਸੀਗਾ ਵੀ ਮੇਰਾ ਵੀ ਜਿੰਨਾ ਕੁ ਟ੍ਰੀਟਮੈਂਟ ਹੋ ਸਕਿਆ ਉਹਨਾਂ ਨੇ ਵੀ ਕੀਤਾ। ਚਲੋ ਮੇਰਾ ਬਚਾਅ ਹੋ ਗਿਆ। ਮੈਂ ਕਿਉਂਕਿ ਸਟੀਅਰਿੰਗ ਦੇ ਵਿੱਚ ਹੀ ਆਇਆ ਸੀਗਾ ਵੀ ਮੈਨੂੰ ਤਾਂ ਹੋਸ਼ ਹੀ ਨਹੀਂ ਸੀਗਾ।
ਜ਼ਿਆਦਾ ਇਹ ਸੀਗਾ ਵੀ ਇਹਦੇ ਜਿਹੜੀ ਅੱਖਾਂ ਤੇ ਸੱਟ ਲੱਗੀ। ਫਿਰ ਉਸ ਤੋਂ ਬਾਅਦ ਡਾਕਟਰ ਸਾਨੂੰ ਕਹਿੰਦਾ ਹੈ ਵੀ ਤੁਸੀਂ ਜਿੰਨਾ ਛੇਤੀ ਹੋ ਸਕਦਾ ਵੀ ਅੱਖਾਂ ਵਾਲੇ ਡਾਕਟਰ ਤੋਂ ਵੀ ਚੱਲ ਜਿਓ। ਪਰ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ ਹਾਂ ਜੀ, ਦੇਖੋ ਹਸਪੀਟਲ ਬਹੁਤ ਸਾਰੇ ਆ, ਜਾਣੀ ਕਿ ਵੱਡੇ ਤੋਂ ਵੱਡੇ ਹਸਪੀਟਲ ਆ। ਜਦੋਂ ਸਿੱਧੂ ਮੂਸੇਵਾਲਾ ਮਾਰਿਆ ਜਿੱਦਣ, ਉਹ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਸਾਡਾ ਐਕਸੀਡੈਂਟ ਹੁੰਦਾ ਆ, ਜਾਣੇ ਕਿ ਵੀ ਉਹ ਸ਼ਨੀਵਾਰ ਦਾ ਦਿਨ ਸੀਗਾ। ਵੀ ਡਾਕਟਰ ਸਾਨੂੰ ਇੰਨੇ, ਅਸੀਂ ਹਸਪੀਟਲ ਗਏ, ਜਲੰਧਰ ਦਾ ਕੋਈ ਐਸਾ ਹਸਪੀਟਲ ਨਹੀਂ ਹੋਊਗਾ ਅੱਖਾਂ ਦਾ ਵੀ ਜਿੱਥੇ ਅਸੀਂ ਨਾ ਗਏ ਹੋਈਏ। ਜਿਹੜੇ ਹਸਪੀਟਲ ਜਾਈਏ ਜਿੰਦਾ ਲੱਗਾ, ਸਿਕਿਉਰਿਟੀ ਗਾਰਡ ਬੈਠਾ ਅੱਗੇ, ਉਹ ਕਹਿੰਦਾ ਡਾਕਟਰ ਹੈ ਨਹੀਂ। ਵੀ ਕੁੜੀ ਇੱਕ ਪਾਸੇ ਉਹ ਤੜਫ ਰਹੀ ਹੈ, ਉਹਦੇ ਅੱਖਾਂ 'ਚ ਕੱਚ ਲੱਗਾ ਆ। ਆਪਾਂ ਬਹੁਤ ਸਾਰੀਆਂ ਦੇਖਦੇ ਅੱਗੋਂ ਪਿੱਛੋਂ, ਚਾਹੇ ਐਡਾਂ ਆਉਂਦੀਆਂ, ਬਹੁਤ ਸਾਰਾ ਦੇਖਦੇ। ਇੱਕ ਚੀਜ਼ ਦਾ ਮੈਨੂੰ ਬਹੁਤ ਉਸ ਦਿਨ ਅਫਸੋਸ ਸੀ, ਜੇ ਉਹ ਹਸਪੀਟਲ ਖੁੱਲ੍ਹੇ ਹੁੰਦੇ ਉਸ ਦਿਨ, ਵੀ ਕੋਈ ਉੱਥੇ ਡਾਕਟਰ ਹੁੰਦਾ, ਸ਼ਾਇਦ ਇਹਦੀਆਂ ਅੱਖ ਵੱਜ ਜਾਂਦੀ, ਕਿਉਂਕਿ ਉਹ ਬੰਦ ਹੋਣ ਦੇ ਨਾਲ ਕੱਚ ਜਿਹੜਾ ਅੱਖਾਂ ਨੂੰ ਅੱਗੇ ਦੇ ਅੱਗੇ ਵੱਧਦਾ ਗਿਆ। ਅਸੀਂ 6 ਤੋਂ 7 ਹਸਪੀਟਲ ਗਏ, ਕੋਈ ਵੀ ਹਸਪੀਟਲ ਨਹੀਂ ਸੀ ਖੁੱਲ੍ਹਾ ਉਸ ਦਿਨ। ਕਿੱਡਾ ਭਿਆਨਕ ਸੱਚ। ਆਖਰ ਸਵਾਲ ਵੱਡਾ ਛੱਡ ਜਾਂਦਾ ਹੈ, ਆਖਰ ਕਿੱਥੇ ਗਏ ਡਾਕਟਰ, ਕਿੱਥੇ ਗਈਆਂ ਸਰਕਾਰਾਂ ਉਹ ਜਿਹੜੇ ਦਾਅਵੇ ਕਰਦੀਆਂ ਨੇ ਇਸ਼ਤਿਹਾਰ ਦੇ ਕੇ ਕਿ ਅਸੀਂ ਜੀਵਨ ਰਾਖੇ ਹਾਂ। ਉਹ ਰੱਬ ਦਾ ਦੂਜਾ ਰੂਪ ਡਾਕਟਰ ਕਿੱਥੇ ਗਏ? ਕਿ ਉਹ ਕਿਉਂ ਗਏ? ਕਿਉਂਕਿ ਜਿੱਥੇ ਰੁਪਿੰਦਰ ਵਰਗੀਆਂ ਕੁੜੀਆਂ ਪਤਾ ਨਹੀਂ ਕਿੰਨੀਆਂ ਹੋਣਗੀਆਂ ਜੋ ਦਰਦ ਹੰਢਾ ਰਹੀਆਂ ਨੇ, ਪਰ ਉਹਨਾਂ ਨੂੰ ਦਰਦ ਦੀ ਮੁਕਤੀ ਨਹੀਂ ਮਿਲੀ। ਸਵਾਲ ਇਹੀ ਹੈ, ਜਿਹਦਾ ਸਵਾਲ ਦਾ ਜਵਾਬ ਸਮਾਜ, ਡਾਕਟਰਾਂ ਅਤੇ ਸਰਕਾਰੀ ਉਸ ਸਿਸਟਮ ਨੂੰ ਦੇਣਾ ਪਏਗਾ ਜੋ ਦਾਅਵਾ ਕਰਦਾ ਹੈ ਕਿ ਅਸੀਂ ਮਨੁੱਖ ਦੇ ਜੀਵਨ ਦੇ ਸਰੋਤ ਹਾਂ। ਪਰੰਤੂ ਨਾਲ ਹੀ ਅੱਗੇ ਕੀ ਹੁੰਦਾ, ਫਿਰ ਤੁਸੀਂ ਕਿਵੇਂ ਅੱਗੇ? ਜੇ ਉਸ ਰਾਤ ਨੂੰ ਕੋਈ ਵੀ ਹਸਪੀਟਲ ਖੁੱਲ੍ਹਾ ਮਿਲ ਜਾਂਦਾ, ਸ਼ਾਇਦ ਅੱਜ ਮੇਰੀ ਵਾਈਫ ਅੱਖਾਂ ਤੋਂ ਦੇਖ ਪਾਉਂਦੀ। ਵੀ ਉਹ ਚੀਜ਼ ਦਾ ਮੈਨੂੰ ਬਹੁਤ ਹੁੰਦਾ। ਇੱਕ ਪਾਸੇ ਉਹ ਤੜਫ ਰਹੀ ਸੀ, ਉਹਦੀ ਅੱਖਾਂ 'ਚ ਕੱਚ ਲੱਗਾ, ਆਪਣੀ ਅੱਖਾਂ ਦੇ ਵਿੱਚ ਇੱਕ ਮੱਛਰ ਪੈ ਜਾਵੇ, ਮਿੱਟੀ ਦਾ ਦਾਣਾ ਪੈ ਜਾਵੇ, ਆਪਣਾ ਕਿੰਨਾ ਬੁਰਾ ਹਾਲ ਹੁੰਦਾ। ਵੀ ਇਹ ਤਾਂ ਇੰਨਾ ਜ਼ਿਆਦਾ ਉਸ ਦਰਦ ਦੇ ਵਿੱਚ, ਪੀੜ ਦੇ ਵਿੱਚ ਚੀਕਾਂ ਮਾਰਦੇ, ਬੁਰਾ ਹਾਲ, ਵੀ ਮੇਰੇ ਤੂੰ ਜ਼ਹਿਰ ਦਾ ਟੀਕਾ ਹੀ ਲਵਾ ਦੇ, ਹੈ ਨਾ। ਵੀ ਮੇਰਾ ਬਹੁਤ ਬੁਰਾ ਹਾਲ, ਨਰਿੰਦਰ ਮੇਰੇ ਤੋਂ ਦੁੱਖ ਨਹੀਂ ਸਹਿ ਹੁੰਦਾ। ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਵੀ ਜੇ ਡਾਕਟਰ ਉਸ ਦਿਨ ਹੁੰਦੇ ਤੇ ਅੱਜ ਰੁਪਿੰਦਰ ਅੱਖਾਂ ਤੋਂ ਜ਼ਰੂਰ ਦੇਖਦੀ ਹੁੰਦੀ, ਟਾਈਮ ਨਾਲ ਇਹਦਾ ਟ੍ਰੀਟਮੈਂਟ ਹੋ ਜਾਂਦਾ। ਫਿਰ ਇੱਕ ਸਭ ਤੋਂ ਵੱਡੀ ਅਣਗਹਿਲੀ ਇਹ ਸੀ ਡਾਕਟਰਾਂ ਦੀ, ਵਿੱਚ ਉਹ ਟਾਈਮ ਪਾਈ ਗਏ, ਸਾਨੂੰ ਇੰਨੀ ਸਲਾਹ ਦੇ ਦਿੰਦੇ ਵੀ ਤੁਸੀਂ ਸਿੱਧਾ PGI ਹੀ ਚਲ ਜਾਓ, ਇੰਨਾ ਮੈਸੇਜ ਆ ਜਾਂਦਾ ਸੀ। ਬਹੁਤ ਸਾਰੇ ਹਸਪੀਟਲਾਂ 'ਚ ਗਏ, ਜਾਣੀ ਕਿ ਸਾਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਉੱਥੇ ਬਾਅਦ 'ਚ ਜਦੋਂ ਆਪਰੇਸ਼ਨ ਕਰਕੇ ਜਵਾਬ ਮਿਲ ਜਾਂਦਾ, ਬਾਅਦ 'ਚੋਂ ਤਾਂ ਦੱਸਿਆ ਵੀ ਤੁਸੀਂ PGI ਚਲ ਜਾਓ। ਹੁਣ PGI ਹਾਂਜੀ ਜੇ ਉਹੀ ਪਹਿਲਾਂ ਦੱਸ ਦਿੰਦੇ ਤਾਂ ਸ਼ਾਇਦ ਜਿਸ ਰਾਤ ਉਹ ਡਾਕਟਰ ਹੈ ਨਹੀਂ ਸੀ ਉੱਥੇ, ਜੇ ਉਦੋਂ ਦੱਸ ਦਿੰਦੇ ਤਾਂ ਜ਼ਿਆਦਾ ਵਧੀਆ ਸੀ। PGI ਦੇ ਡਾਕਟਰ ਹੁਣ ਕੀ ਕਹਿੰਦੇ ਨੇ? ਹਾਂਜੀ, PGI ਦੇ ਡਾਕਟਰ ਮੇਰੇ ਲਈ ਤਾਂ ਉਹ PGI ਜਿਹੜਾ ਗੁਰੂ ਘਰ ਆ ਜੀ ਸਾਡੇ ਲਈ, ਕਿਉਂਕਿ ਜਿੰਨੇ ਵੀ ਡਾਕਟਰ ਜਲੰਧਰ ਦੇ ਲਾ ਲਓ, ਵੱਡੇ ਵੱਡੇ ਹਸਪੀਟਲ ਵਾਲਿਆਂ ਨੇ ਆਪਰੇਸ਼ਨ ਵੀ ਕੀਤੇ ਤੇ ਉਹਨਾਂ ਨੇ ਜਵਾਬ ਦੇ ਦਿੱਤਾ। ਉਹਨਾਂ ਨੇ ਇਹ ਵੀ ਗੱਲ ਕਹਿਤੀ, ਇੱਕ ਹਸਪੀਟਲ ਤੋਂ ਮੈਂ ਨਾਂ ਨਹੀਂ ਚਲੋ ਲੈਂਦਾ ਉਹਨਾਂ ਦਾ, ਉਹਨਾਂ ਨੇ ਇਹ ਵੀ ਕਹਿਤੀ ਕਿ ਨਹੀਂ ਆ ਹੀ ਨਹੀਂ ਸਕਦੀ ਅੱਖਾਂ ਦੀ ਰੋਸ਼ਨੀ, ਕੋਈ ਟ੍ਰੀਟਮੈਂਟ ਹੈ ਹੀ ਨਹੀਂ, ਅੱਖਾਂ ਜ਼ਿਆਦਾ ਡੈਮੇਜ ਹੋ ਗਈਆਂ, ਕਹਿੰਦੇ ਕੱਚ ਲੱਗਣ ਨਾਲ। ਮੈਂ ਜਦੋਂ ਫਿਰ ਅਸੀਂ PGI ਆਉਂਦੇ ਆ, ਇੱਥੇ ਰੈਫਰ ਕਰ ਦਿੱਤਾ ਜਾਂਦਾ ਆਪਰੇਸ਼ਨ ਕਰਨ ਤੋਂ ਬਾਅਦ, ਉਹਨਾਂ ਨੇ ਜਵਾਬ ਦੇ ਦਿੱਤਾ, ਇੱਥੇ ਆਉਂਦੇ ਆ। ਉਹ ਡਾਕਟਰ ਦੇਖਦਾ ਆ, ਉਹ ਡਾਕਟਰ ਕਹਿੰਦਾ ਵੀ ਇੱਕ ਦੇਖ ਕੇ ਨਾ ਅੱਖਾਂ 'ਚ ਪਾਣੀ ਆ ਗਿਆ ਉਹ ਡਾਕਟਰ ਦੇ, ਕਹਿੰਦਾ ਵੀ ਇਹ ਮੇਰੇ ਧੀਆਂ ਵਰਗੀ ਆ, ਇਹਦੇ ਹੱਥਾਂ 'ਚ ਕਹਿੰਦਾ ਚੂੜਾ ਪਾਇਆ। ਵੀ ਅੱਜ ਤੱਕ ਐਕਸੀਡੈਂਟਾਂ 'ਚ ਅੱਖਾਂ ਜਾਂਦੀਆਂ ਦੇਖੀਆਂ, ਪਰ ਦੋਨਾਂ ਅੱਖਾਂ ਦੀ ਰੋਸ਼ਨੀ ਜਾਂਦੀ ਨਹੀਂ ਦੇਖੀ। ਵੀ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ, ਇਹਦੇ ਸਿਰ ਤੇ ਹੱਥ ਰੱਖਿਆ, ਕਹਿੰਦਾ ਧੀਏ ਮੈਂ ਪੂਰੀ ਕੋਸ਼ਿਸ਼ ਕਰੂੰਗਾ ਤੇਰੀ ਅੱਖਾਂ ਦੀ ਰੋਸ਼ਨੀ ਲਿਆਉਣ ਲਈ, ਤੂੰ ਮੇਰੇ ਬੱਚਿਆਂ ਵਰਗੀ ਆ। ਫਿਰ ਚਲੋ ਜੀ, ਇੱਕ ਡਰ ਲੱਗਦਾ ਸੀ ਮੈਨੂੰ ਕਿਤੇ ਜਵਾਬ ਨਾ ਮਿਲ ਜਾਵੇ, ਕਿਉਂਕਿ ਇੱਕ PGI ਆਪਣੇ ਇਦਾਂ ਦਾ ਹਸਪੀਟਲ ਆ, ਇੱਕ ਜਾਨੀ ਕਿ ਸਭ ਤੋਂ ਵੱਡਾ ਭਰੋਸਾ, ਸਭ ਤੋਂ ਵੱਡਾ ਭਰੋਸਾ ਆ, ਜਿੱਥੋਂ ਵੀ ਜਵਾਬ ਜਿਹਨੂੰ ਮਿਲ ਜਾਂਦਾ ਉਹਦੇ ਲਈ ਇੱਕ ਇਹ ਜਾਨੀ ਕਿ ਵੀ ਕਹਿ ਲਓ ਕਿ ਹੈਗਾ ਆ ਹਸਪੀਟਲ। ਹੁਣ ਡਾਕਟਰ ਕੀ ਕਹਿੰਦੇ? ਹਾਂਜੀ, ਹੁਣ ਮੈਂ ਤੁਹਾਨੂੰ ਦੱਸਦਾ ਜੀ ਜਾਨੀ ਕਿ ਵੀ ਡਾਕਟਰ ਕੀ ਕਹਿੰਦੇ ਆ। ਪਹਿਲਾਂ ਤਾਂ ਮੈਂ ਉਹ ਤੁਹਾਨੂੰ ਦੱਸ ਦਵਾਂ ਜਿਹੜਾ ਟ੍ਰੀਟਮੈਂਟ ਹੁੰਦਾ ਆ। ਡਾਕਟਰ ਕਹਿੰਦੇ ਚਲੋ ਆਪਾਂ ਕੋਸ਼ਿਸ਼ ਕਰਦੇ ਆ, ਪਰ ਕਹਿੰਦੇ ਵੀ ਇਲਾਜ ਬੇਟਾ ਬਹੁਤ ਲੰਬਾ ਆ, ਵੀ ਜੇ ਤੂੰ ਕਰਾ ਪਾਊਂਗਾ ਤਾਂ ਆਪਾਂ ਤਾਂ ਸ਼ੁਰੂ ਕਰੀਏ, ਵੀ ਨਹੀਂ ਉਹ ਤਾਂ ਫੇਰ ਰਹਿਣ ਦਈਏ। ਇਸ ਪਿੱਛੇ ਮਨਸ਼ਾ ਪੈਸੇ ਦੀ ਸੀ ਜਾਂ ਫਿਰ ਮਨਸ਼ਾ ਕੀ ਸੀ ਕਿ ਤੁਸੀਂ ਭੱਜੋਗੇ ਵਿੱਚ? ਦੇਖੋ ਜੀ, ਪੈਸੇ ਦੀ ਤਾਂ ਇਦਾਂ ਸੀਗੀ ਕਿ ਪ੍ਰਾਈਵੇਟ ਹਸਪੀਟਲਾਂ 'ਚ ਅਸੀਂ ਉਹ ਜਿਹੜੇ ਉੱਥੇ ਆਪਰੇਸ਼ਨ ਕੀਤੇ, ਉਹ ਤਾਂ ਤੁਹਾਨੂੰ ਪਤਾ ਦਿਨਾਂ ਦੇ ਵਿੱਚ ਹੀ ਬੰਦੇ ਨੂੰ ਖਾਲੀ ਕਰ ਦਿੰਦੇ ਆ। ਕੀ ਖੋਇਆ ਤੁਸੀਂ?
ਹਾਂਜੀ ਅਸੀਂ ਦੱਸਦੇ ਹਾਂ ਜੀ। ਦੇਖੋ ਮੇਰੇ ਤੋਂ ਜਿੰਨਾ ਕਿ ਵੀ ਜਾਣ ਕੇ ਹੋ ਸਕਿਆ ਮੈਂ ਫੜ ਦੜ ਕੇ ਵਿਆਜੂ ਪੈਸੇ ਵੀ ਲਏ, ਠੀਕ ਹੈ ਜੀ। ਆਪਣਾ ਥਾਂ ਵਗੈਰਾ ਸੀ ਉਹ ਵੀ ਵੇਚਿਆ, ਵੀ ਜਿੱਥੋਂ ਕਿਤੇ ਉਹ ਪੈਸੇ ਮਿਲਦੇ ਸੀ ਵੀ ਮੈਂ ਫੜਦਾ ਰਿਹਾ। ਵੀ ਉਹ ਮੈਨੂੰ ਪਤਾ ਪ੍ਰਾਈਵੇਟ ਹਸਪੀਟਲਾਂ 'ਚ ਪੈਸੇ ਉਹ ਮੈਂ ਕਰਕੇ ਕਿੱਦਾਂ ਦਿੱਤੇ। ਜਦੋਂ ਮੈਂ ਪੀਜੀਆਈ ਆਇਆ ਮੇਰੇ ਕੋਲ 1 ਰੁਪਈਆ ਵੀ ਨਹੀਂ ਸੀ, 1 ਰੁਪਈਆ ਵੀ ਨਹੀਂ ਸੀ। ਥੋੜ੍ਹੇ ਜਿਹੇ ਪੈਸੇ ਫਿਰ ਇੱਦਾਂ ਹੀ ਮੈਂ ਫੋਨ ਕੀਤਾ ਸੀ ਵਿੱਚ ਵਿਆਜੂ ਉਹਨਾਂ ਤੋਂ ਅਸੀਂ ਪਵਾਏ। ਫਿਰ ਚਲੋ ਡਾਕਟਰ ਕਰਦੇ ਆ ਜੀ, ਕਹਿੰਦੇ ਆਪਾਂ ਕੋਸ਼ਿਸ਼ ਕਰਦੇ ਆ। ਇਹਨਾਂ ਨੇ ਆਪਰੇਸ਼ਨ ਕਰਨੇ ਜਾਣ ਕੇ ਵੀ ਸ਼ੁਰੂ ਕਰ ਦਿੱਤੇ। ਜਿਹੜਾ ਤੁਸੀਂ ਕਹਿੰਦੇ ਵੀ ਵਿੱਚੋਂ ਮੈਂ ਛੱਡਣ ਦੀ ਗੱਲ, ਮੈਂ ਤਾਂ ਡਾਕਟਰਾਂ ਸਾਹਮਣੇ ਇਹ ਕਹਿੰਦਾ ਸੀ, ਮੈਂ ਕਿਹਾ ਡਾਕਟਰ ਸਾਹਿਬ ਮੈਂ ਪੂਰਾ ਇਲਾਜ ਕਰਾਊਂਗਾ, ਵੀ ਮੈਂ ਵਿੱਚੋਂ ਨਹੀਂ ਛੱਡਦਾ, ਵੀ ਤੁਸੀਂ ਇਹਦਾ ਟ੍ਰੀਟਮੈਂਟ ਸ਼ੁਰੂ ਕਰੋ, ਇਹਦੀ ਅੱਖਾਂ ਦੀ ਰੋਸ਼ਨੀ ਆ ਜਾਊਗੀ। ਕਹਿੰਦਾ ਬੇਟਾ ਅਸੀਂ ਗਾਰੰਟੀ ਨਹੀਂ ਲੈਂਦੇ ਵੀ ਅੱਖਾਂ ਦੀ ਰੋਸ਼ਨੀ ਆ ਜਾਊਗੀ, ਪਰ ਇੱਕ ਸਾਡੇ ਵੱਲੋਂ ਕੋਸ਼ਿਸ਼ ਆ ਵੀ, ਪਰ ਇਲਾਜ ਲੰਬਾ ਚੱਲੂਗਾ, ਕੋਸ਼ਿਸ਼ ਆ ਸਾਡੇ ਵੱਲੋਂ। ਪਰ ਚਲੋ ਮੈਂ ਉਹ ਡਾਕਟਰਾਂ ਨੂੰ, ਮੇਰੇ ਲਈ ਬਹੁਤ, ਇੱਕ ਡਾਕਟਰ ਵੀ ਬਹੁਤ ਵਧੀਆ ਪੀਜੀਆਈ ਜਿਨ੍ਹਾਂ ਨੇ ਕੀ ਮੈਨੂੰ ਬੂਰ ਇੰਨਾ ਪਿਆ ਹੌਸਲਾ ਉਹਨਾਂ ਦੇ ਦਿੱਤਾ। ਕਹਿਣ ਦਾ, ਕਿਤੇ ਨਾ ਕਿਤੇ ਸੁਧਾਰ ਆਇਆ? ਹਾਂਜੀ, ਜਿਨ੍ਹਾਂ ਅੱਖਾਂ ਦੇ ਵਿੱਚ ਬਿਲਕੁਲ ਕੋਈ ਪ੍ਰੈਸ਼ਰ ਨਹੀਂ ਸੀ ਬਣਦਾ, ਜਿਨ੍ਹਾਂ ਅੱਖਾਂ ਵਿੱਚ ਕੋਈ ਰੋਸ਼ਨੀ ਤੱਕ ਨਹੀਂ ਸੀ, ਹੁਣ ਇੱਕ ਅੱਖ ਡਾਕਟਰ ਦੱਸਦੇ ਆ ਮੂਵਮੈਂਟ ਕਰਦੀ ਆ, ਵੀ ਪਿੱਛੋਂ ਪ੍ਰੈਸ਼ਰ ਬਣਨਾ ਸ਼ੁਰੂ ਹੋ ਗਿਆ ਆ। ਵੀ ਬਾਕੀ ਇੱਕ ਆਸ ਜ਼ਰੂਰ ਦਿਸਦੀ ਆ ਉਹਨਾਂ ਨੂੰ, ਬਾਕੀ ਉਹ ਪਰਮਾਤਮਾ ਵਾਹਿਗੁਰੂ ਤੇ ਸਾਨੂੰ ਵੀ ਭਰੋਸਾ ਆ ਵੀ ਜ਼ਰੂਰ। ਇਹ ਕਹਾਣੀ ਵਿੱਚ ਇੱਕ ਆਸ ਦਿਖਾਈ ਦਿੱਤੀ, ਆਸ ਦਿਖਾਈ ਦਿੱਤੀ ਕਿ ਡਾਕਟਰਾਂ ਦੇ ਕਥਨੀ 'ਚ ਬੂਰ ਪੈਣਾ ਤੇ ਅੱਖਾਂ 'ਚ ਸੁਧਾਰ ਆਉਣ ਦੀ ਉਮੀਦ ਜਾਗ ਜਾਣੀ, ਜਿਸ ਨੂੰ ਜਦ ਕਿ ਜਲੰਧਰ ਜਾਂ ਵੱਡੇ ਹਸਪਤਾਲਾਂ ਦੇ ਡਾਕਟਰ ਇੱਥੋਂ ਤੱਕ ਕਹਿੰਦੇ ਸੀ ਇਹ ਹੋ ਹੀ ਨਹੀਂ ਸਕਦਾ, ਇੱਕ ਚਮਤਕਾਰ ਤੋਂ ਘੱਟ ਨਹੀਂ। ਭਾਵੇਂ ਨਰਿੰਦਰ ਇਸ ਦਾ ਰੱਬ ਦਾ ਸ਼ੁਕਰ ਅਦਾ ਕਰਦੇ ਨੇ, ਪਰੰਤੂ ਨਰਿੰਦਰ ਜੀ ਸਵਾਲ ਇੱਥੇ ਹੈ ਜਿਹੜਾ ਤਿੱਖ ਹੈ ਜੀ, ਕਰਨਾ ਬਣਦਾ ਹੈ। ਹਾਂਜੀ ਬਿਲਕੁਲ ਕਰੋ ਜੀ। ਕਿਉਂਕਿ ਆਰਥਿਕ ਤੌਰ ਤੇ ਤੁਹਾਡੀ ਕੀ ਪੋਜੀਸ਼ਨ ਹੈ ਹੁਣ, ਮੌਜੂਦਾ ਕੀ ਹੈ? ਮੌਜੂਦਾ ਇਹੀ ਆ ਜੀ, ਕਹਿ ਲਓ ਕਿ ਵੀ ਇਲਾਜ ਕਰਾਉਂਦਿਆਂ ਨੂੰ ਬਹੁਤ ਟਾਈਮ ਹੋ ਗਿਆ। ਵੀ ਹੁਣ ਤਾਂ ਇੱਕ ਟਾਈਮ ਐਦਾਂ ਦਾ ਆ ਗਿਆ ਸੀਗਾ ਵੀ ਸ਼ਾਮਾਂ ਨੂੰ ਇਹਦੇ ਲਈ ਦੁੱਧ ਜਾਂ ਦਵਾਈ ਲਿਆਉਣ ਲਈ ਮੇਰੇ ਤੋਂ ਪੈਸੇ ਨਹੀਂ ਸੀ ਹੁੰਦੇ। ਮੈਂ ਰੈਪੀਡੋ ਤੇ ਸਵਿਗੀ ਤੇ ਰਾਤ ਨੂੰ ਨਾਈਟ ਸ਼ਿਫਟ ਲਾਉਣਾ ਆ। ਦਿਨੇ ਕਿਉਂਕਿ ਇਹਨੂੰ ਮੈਂ ਛੱਡ ਕੇ ਕਿਤੇ ਜਾ ਨਹੀਂ ਸਕਦਾ, ਇੱਕ ਤਾਂ ਪ੍ਰੋਬਲਮ ਲੱਤ ਬਾਂਹ ਟੁੱਟੀ ਹੁੰਦੀ, ਮੈਨੂੰ ਛੱਡ ਕੇ ਕੰਮ ਕਰੀ ਜਾਂਦਾ। ਮੈਨੂੰ 20-25 ਹਜ਼ਾਰ ਮਹੀਨਾ ਮੈਂ ਕੰਮ ਕਰਦਾ ਮੈਨੂੰ ਆਉਂਦੇ, ਕਿਉਂਕਿ ਦਿਨੇ ਮੈਨੂੰ ਇਹਨੂੰ ਟੋਇਲਟ ਬਾਥਰੂਮ ਰੋਟੀ ਪਾਣੀ ਸਾਰੀ ਕੇਅਰ ਕਰਨੀ ਪੈਂਦੀ ਹੈ ਮੈਨੂੰ, ਜਾਣੀ ਕਿ ਮੈਨੂੰ 1 ਮਿੰਟ ਛੱਡ ਕੇ ਨਹੀਂ ਜਾ ਸਕਦਾ ਕਿਤੇ। ਰਾਤ ਨੂੰ ਜਦੋਂ ਇਹ ਸੌਂ ਜਾਂਦੀ ਆ, ਦਵਾਈਆਂ ਖਿਲਾ ਕੇ ਰੋਟੀ ਖਿਲਾ ਕੇ ਇਹਨੂੰ ਮੈਂ ਸੁਲਾ ਦਿੰਦਾ, ਫਿਰ ਉਹਦੇ ਵਿੱਚ ਜਿਹੜੇ ਹੁੰਦੇ ਆ 4 ਤੋਂ 5 ਘੰਟੇ ਮੈਂ ਉਹ ਰੈਪੀਡੋ ਤੇ ਸਵਿਗੀ ਤੇ ਕੰਮ ਕਰਦਾ ਜੀ ਚੰਡੀਗੜ੍ਹ ਦੇ ਵਿੱਚ। ਅੱਛਾ ਨਰਿੰਦਰ ਜੀ, ਇੰਨਾ ਦੁਕਾਨ 'ਚ ਤੁਸੀਂ ਜ਼ਿੰਦਗੀ ਦੇ ਔਖੇਪਣ ਕੱਟੇ, ਰਿਪੀਟ ਕਰੋ। ਨਰਿੰਦਰ ਜੀ ਤੁਸੀਂ ਪੂਰੀ ਹੁਣ ਇਸ ਜ਼ਿੰਦਗੀ 'ਚ ਆ ਕੇ ਪੂਰਾ ਦੁਖਾਂਤ ਕੱਟਿਆ ਕਿ ਕਿਸੇ ਸਮਾਜ ਸੇਵੀ ਸੰਗਠਨ ਨੇ ਤੁਹਾਡੀ ਬਾਂਹ ਫੜੀ, ਜਾਂ ਫਿਰ ਕੋਈ ਸਰਕਾਰੀ ਚੀਜ਼ਾਂ ਜਿਹੜੀਆਂ ਪਾਲਿਸੀਆਂ ਨੇ ਉਸ ਬਾਰੇ ਤੁਹਾਨੂੰ ਕਿਸੇ ਨੇ ਦੱਸਿਆ ਕਿ ਉਹਦੇ 'ਚ ਮਦਦ ਹੋ ਸਕਦੀ ਹੈ? ਹਾਂਜੀ, ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹੂੰਗਾ ਜੀ, ਦੇਖੋ ਇੱਕ ਮੇਨ ਜਿਹੜਾ ਆ ਸਭ ਤੋਂ ਵੱਡਾ ਝੂਠ ਦੁਨੀਆ ਦਾ, ਇੱਕ ਜਿਹੜੀਆਂ ਆਪਾਂ ਗੱਡੀਆਂ ਦੀਆਂ ਇੰਸ਼ੋਰੈਂਸਾਂ ਕਰਾਉਂਦੇ ਆ, ਕਿਉਂਕਿ ਮੇਰਾ ਤਾਂ ਕੰਮ ਹੀ ਗੇੜਿਆਂ ਦਾ ਸੀ, ਡਰਾਈਵਰੀ ਦਾ ਸੀ। ਉਹ ਗੱਡੀ ਦੀ ਇੰਸ਼ੋਰੈਂਸ ਦੇ ਵਿੱਚ ਜਦੋਂ ਤੋਂ ਉਹਨਾਂ ਨੇ ਇੰਸ਼ੋਰੈਂਸ ਕੀਤੀ 18 ਤੋਂ 20 ਹਜ਼ਾਰ ਦੀ, ਉਦੋਂ ਤਾਂ ਕਹਿੰਦੇ ਤੁਹਾਨੂੰ ਵਿੱਚ ਐਕਸੀਡੈਂਟ ਦਾ ਵੀ, ਯਾਨੀ ਕਿ ਜੋ ਵੀ ਗੱਡੀ ਦਾ ਵੀ ਕਲੇਮ, ਵਿੱਚ ਮੈਡੀਕਲ ਦਾ ਵੀ ਕਲੇਮ ਤੁਹਾਨੂੰ ਖਰਚਾ ਮਿਲੂਗਾ। ਜਿਸ ਟਾਈਮ ਐਕਸੀਡੈਂਟ ਸਾਡਾ ਹੋ ਗਿਆ, ਜਾਨੇ ਕਿ ਵੀ ਮੈਂ ਮਿਹਨਤਾਂ ਕਰਦਾ ਤਰਲੇ ਕਰਦਾ ਪਹਿਲਾਂ ਤਾਂ ਜ਼ਰੂਰ ਮੇਰੇ ਤੋਂ ਨਹੀਂ ਕੰਟੈਕਟ ਕਰ ਹੋਇਆ ਜੀ ਉਹਨਾਂ ਨਾਲ, ਕਿਉਂਕਿ ਦੋ ਪ੍ਰੋਬਲਮ ਹੀ ਇਦਾਂ ਦੀ ਹੋ ਗਈ। ਬਿਲਕੁਲ ਜਦੋਂ ਮੈਂ ਕੰਟੈਕਟ ਕੀਤਾ ਉਹਨਾਂ ਨੂੰ ਵੀ ਮੈਂ ਕਿਹਾ ਜ਼ਰੂਰ ਤੁਸੀਂ ਕੋਈ ਹੈਲਪ ਕਰੋ, ਬਸ ਲਾਰੇ ਤੇ ਲਾਰਾ, ਤੁਸੀਂ ਗੱਡੀ ਚੁਕਾ ਦਿਓ, ਤੁਸੀਂ ਗੱਡੀ ਚੁਕਾ ਦਿਓ, ਤੁਸੀਂ ਗੱਡੀ ਚੁਕਾ ਦਿਓ। ਮੈਂ ਕਿਹਾ ਮੈਂ ਗੱਡੀ ਵੀ ਦੇ ਦੂੰਗਾ, ਵੀ ਤੁਸੀਂ ਮੈਨੂੰ ਕੁਛ ਹੁਣ ਜਿਹੜੀ ਇੰਸ਼ੋਰੈਂਸ ਕੀਤੀ ਆ, ਜਿਹੜੇ ਇੰਨੇ ਲੋਕ ਤੁਸੀਂ ਲੱਖਾਂ ਰੁਪਈਆ ਇਕੱਠਾ ਕਰਦੇ ਆ, ਵੀ ਇੱਕ ਨਾਰਮਲ ਇੰਸ਼ੋਰੈਂਸ ਹੁੰਦੀ, ਮੈਂ ਸਭ ਤੋਂ ਉੱਪਰਲੀ ਇੰਸ਼ੋਰੈਂਸ ਕਰਾਈ ਸੀ ਜਿਹਦੇ ਵਿੱਚ ਮੈਡੀਕਲ ਦਾ ਵੀ ਹੁੰਦਾ, ਪਰ ਦੇਖ ਲਓ ਉਸ ਇੰਸ਼ੋਰੈਂਸ ਵਾਲਿਆਂ ਨੇ ਮੈਨੂੰ 1 ਰੁਪਈਆ ਨਹੀਂ ਦਿੱਤਾ ਜੀ, ਕੋਈ ਉਹਨਾਂ ਵੱਲੋਂ ਮੇਰੀ ਹੈਲਪ ਨਹੀਂ ਹੋਈ। ਉਹ ਬਿਲਕੁਲ ਗੱਡੀਆਂ ਦੀ, ਹਾਂ ਉਹਨਾਂ ਦੀ ਕਰਦੇ ਹੋਣਗੇ ਜਿਨ੍ਹਾਂ ਦੀ ਕੋਈ ਵਿੱਚ ਬਾਕ ਵੀ ਹੋਊ ਜ਼ਿਆਦਾ, ਜਾਨੀ ਕਿ ਪ੍ਰੈਸ਼ਰ ਹੋਊਗਾ, ਆਮ ਬੰਦੇ ਨੂੰ ਕੋਈ ਨਹੀਂ ਪੁੱਛਦਾ ਜੀ ਇੱਥੇ। ਆਖਰ ਨਰਿੰਦਰ ਜੀ ਨੇ ਜਿਹੜੀ ਗੱਲ ਕੀਤੀ ਹੈ ਉਹਦੇ ਵਿੱਚ ਸਵਾਲ ਇਹ ਹੈ ਕਿ ਅਸੀਂ ਕਿਤੇ ਭਰੋਸਾ ਕਰੀਏ, ਅਸੀਂ ਪੈਸੇ ਵੀ ਦਿੰਦੇ ਆ, ਸੁਰੱਖਿਆ ਵੀ ਮੰਗਦੇ ਆ, ਉਹ ਦਾਅਵਾ ਵੀ ਕਰਦੇ ਨੇ, ਪਰ ਜਦੋਂ ਸਾਡੇ ਤੇ ਮਾੜਾ ਸਮਾਂ ਆਉਂਦਾ ਹੈ ਤਾਂ ਕਿੱਧਰ ਚਲੇ ਜਾਂਦੇ ਨੇ, ਕਿਉਂਕਿ ਕਈ ਇਹ ਜੇ ਦਾਅਵੇ ਸਰਕਾਰ ਵੀ ਕਰਦੀ ਹੈ ਕਿ ਅਸੀਂ ਜੇ ਕੋਈ ਵੱਡੀ ਬਿਮਾਰੀ ਆਉਂਦੀ ਹੈ ਅਸੀਂ ਇੰਨਾ ਦੇਵਾਂਗੇ, ਪਰ ਲੋਕਾਂ ਨੂੰ ਪਤਾ ਹੀ ਨਹੀਂ। ਆਖਰ ਉਹ ਜਾਣ ਤਾਂ ਜਾਣ ਕਿੱਥੇ, ਕਿਉਂ, ਆਖਰ ਕਿਉਂ, ਇਹ ਵੱਡਾ ਸਵਾਲ ਹੈ। ਪਰ
ਤੂੰ ਨਰਿੰਦਰ ਜੀ ਤੋਂ ਹੋਰ ਕੁਝ ਪੁੱਛਣਾ ਚਾਹੂੰਗਾ। ਮੇਰੀ ਇੱਕੋ ਇੱਕ ਰੋਜੀ ਰੋਟੀ ਸੀਗੀ, ਕਿਉਂਕਿ ਮੈਂ ਪਹਿਲਾਂ ਤਾਂ ਪ੍ਰਾਈਵੇਟ ਗੱਡੀ ਚਲਾਉਂਦਾ ਸੀ ਜੀਐਨਏ ਯੂਨੀਵਰਸਿਟੀ ਜੀ। ਜੀ ਫਿਰ ਉਸ ਤੋਂ ਬਾਅਦ ਚਲੋ ਹੁਣ ਮੈਰਿਜ ਹੋ ਗਈ ਸੀ, ਵੀ ਬੰਦਾ ਸੋਚਦਾ ਹੀ ਆ ਆਪਣੀ ਜਿੰਨੀ ਕੁ ਹਿੰਮਤ ਹੁੰਦੀ ਵੀ ਆਪਾਂ ਅੱਗੇ ਕੰਮ ਕਰਨ ਨੂੰ ਵਧਾਈਏ। ਬੜੀ ਮੁਸ਼ਕਲ ਦੇ ਨਾਲ ਕਿਸ਼ਤਾਂ ਤੇ ਗੱਡੀ ਲਈ ਸੀਗੀ, ਹਨਾ ਜੀ। ਚਲੋ ਇਹ ਮਾੜਾ ਟਾਈਮ ਆ ਗਿਆ, ਸਾਰਾ ਕੁਝ ਹੋ ਗਿਆ। ਇੰਸ਼ੋਰੈਂਸ ਦਾ ਤਾਂ ਸਾਨੂੰ ਕੁਝ ਨਹੀਂ ਮਿਲਿਆ, ਪਰ ਦੇਖੋ ਮੈਂ ਇਹ ਕਹਿੰਦਾ ਸੀ, ਮੈਂ ਕਿਹਾ ਮੈਨੂੰ ਤੁਸੀਂ ਇਲਾਜ ਕਰਵਾ ਲੈਂਦੇ ਹੋ ਪੂਰਾ। ਕਿਸ਼ਤਾਂ ਵਾਲਿਆਂ ਨੇ ਇੰਨਾ ਜ਼ਿਆਦਾ ਪ੍ਰੈਸ਼ਰ ਪਾਇਆ। ਚਲੋ ਟਾਈਮ ਹੋ ਗਿਆ ਸੀ, ਮੈਂ ਮੰਨਦਾ ਸਾਲ ਹੋ ਗਿਆ, ਕਿਸ਼ਤਾਂ ਟੁੱਟੀਆਂ ਨਹੀਂ ਦਿੱਤੀਆਂ। ਪਰ ਇਹਦੇ ਵਿੱਚ ਇਹ ਵੀ ਗੱਲ ਆ ਜੀ, ਜਿੰਨਾ ਟਾਈਮ ਹੁਣ ਇਹਦੀ ਅੱਖਾਂ ਦਾ ਇਲਾਜ ਚੱਲ ਰਿਹਾ ਆ, ਮੈਂ ਉਹਨਾਂ ਨੂੰ ਕਿਹਾ ਸੀਗਾ ਹਜੇ ਇੱਕ ਤੋਂ ਪਹਿਲਾਂ ਇਹ ਵੀ ਕਿਹਾ ਜਾਂਦਾ ਵੀ ਕੋਈ ਅੰਗ ਬੰਦੇ ਦਾ ਵੱਢ ਹੋ ਜਾਂਦਾ, ਕੁਝ ਵੀ ਹੋ ਜਾਂਦਾ, ਵੀ ਉਹ ਮਾਫ ਹੋ ਜਾਂਦਾ ਆ। ਇਸੇ ਤਰ੍ਹਾਂ ਦਾ ਵੀ ਕੁਝ ਨਹੀਂ ਹੋਇਆ, ਜਾਣੇ ਕਿ ਵੀ ਉਹ ਕਹਿੰਦੇ ਆ ਵੀ ਇਦਾਂ ਦਾ ਨਾਮ ਲੈਂਦੇ ਆ ਵੀ ਜਿਹੜਾ ਆਪਾਂ ਸੋਚ ਨਹੀਂ ਸਕਦੇ, ਹਨਾ। ਵੀ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਮੈਂ ਆ ਕੇ ਆਪਣਾ ਕੰਮ ਸ਼ੁਰੂ ਕਰ ਲੂੰਗਾ, ਵੀ ਕਿਸ਼ਤਾਂ ਦੇ ਦੂੰਗਾ, ਵੀ ਤੁਸੀਂ ਨਾ। ਪਰ ਉਹਨਾਂ ਨੇ ਪ੍ਰੈਸ਼ਰ ਪਾਇਆ ਵੀ ਅਸੀਂ ਗੱਡੀ ਲੈ ਕੇ ਜਾਣੀ ਆ। ਚਲੋ ਉਹ ਗੱਡੀ ਵੀ ਲੈ ਕੇ ਚੱਲ ਗਏ, ਪਰ ਨਾ ਤਾਂ ਕੋਈ ਲੋਨ ਤੱਕ ਵੀ ਮਾਫ ਨਹੀਂ ਉਹਨਾਂ ਨੇ ਕੀਤਾ, ਹਜੇ ਤੱਕ ਤਾਂ ਨਹੀਂ ਹੋਇਆ ਹੈਗਾ ਜੀ। ਗੱਡੀ ਲਗਾਉਣ ਨੂੰ ਵੀ ਹੁਣ ਹੋ ਗਿਆ ਹੋਊਗਾ ਮਹੀਨਾ, ਡੇਢ ਕੁ ਮਹੀਨਾ ਹੋ ਗਿਆ ਹੋਊਗਾ, ਤੇ ਨਾ ਤਾਂ ਸਾਨੂੰ ਕੋਈ ਇੰਸ਼ੋਰੈਂਸ ਦਾ ਪੈਸਾ ਮਿਲਿਆ। ਵੀ ਇਹ ਚੀਜ਼ਾਂ ਤੋਂ ਇਹ ਹੁੰਦਾ ਆ ਵੀ ਇੰਡੀਆ ਦੇ ਵਿੱਚ ਆਪਣੀ ਇੰਨੀ ਕੁ ਸਖਤਾਈ ਹੈ ਨਹੀਂ ਵੀ ਆਪਾਂ ਇੰਨਾ ਕੁ ਉਹਨੂੰ ਜ਼ੋਰ ਪਾ ਸਕੀਏ। ਕੋਈ ਨਹੀਂ ਪੁੱਛਦਾ। ਇਹ ਬਹੁਤ ਜ਼ਿਆਦਾ ਲੋਕਾਂ ਨੂੰ ਸੋਚਣਾ ਚਾਹੀਦਾ ਜਦੋਂ ਆਪਾਂ ਇੰਸ਼ੋਰੈਂਸ ਕਰਾਉਂਦੇ ਆ ਵੀ ਇਹਨਾਂ ਨੂੰ ਹੁਣ ਕੌਣ ਪੁੱਛੇ। ਸਵਾਲ ਇਹ ਹੈ ਕਿ ਗਰੀਬਾਂ ਨਾਲ ਹੀ ਆਖਰ ਕਿਉਂ? ਕਿਉਂਕਿ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹ ਗਰੀਬਾਂ ਤੇ ਅਮੀਰਾਂ ਨੂੰ, ਹਰ ਨਾਗਰਿਕ ਨੂੰ ਜ਼ਿੰਦਗੀ ਜਿਉਣ ਦਾ ਹੱਕ ਦਿੰਦਾ ਹੈ। ਜੇ ਉਹ ਆਪਣਾ ਟੈਕਸ ਵੀ ਦਿੰਦਾ ਹੈ ਜਾਂ ਫਿਰ ਪੇਮੈਂਟ ਵੀ ਕਰਦਾ ਤਾਂ ਉਹਨੂੰ ਸੁਵਿਧਾ ਕਿਉਂ ਨਹੀਂ ਮਿਲਦੀ, ਕਿਉਂ ਨਹੀਂ ਉਹ 'ਤੇ ਸੁਣਵਾਈ ਹੁੰਦੀ? ਇਹ ਵੱਡਾ ਸਵਾਲ ਹੈ। ਕਿਉਂਕਿ ਸਵਾਲ ਇਹ ਹੈ ਸਰਕਾਰਾਂ ਚੁੱਪ ਕਿਉਂ ਨੇ, ਪ੍ਰਸ਼ਾਸਨ ਚੁੱਪ ਕਿਉਂ ਹੈ? ਕਿਉਂਕਿ ਪ੍ਰਸ਼ਾਸਨ ਕੁਝ ਕਰਨਾ ਨਹੀਂ ਚਾਹੁੰਦਾ, ਕਿਉਂਕਿ ਇੰਨੀਆਂ ਸਕੀਮਾਂ ਨੇ। ਜੇ ਸਕੀਮਾਂ ਨੇ ਹਸਪਤਾਲਾਂ ਵਿੱਚ, ਉਹਨਾਂ ਨੂੰ ਮਦਦ ਦੇਣ ਲਈ ਉੱਥੇ ਕੋਈ ਕਿਉਂ ਨਹੀਂ ਆਉਂਦਾ? ਕਿਉਂ ਉਹਨਾਂ ਨੂੰ ਦਫ਼ਤਰਾਂ ਦੇ ਚੱਕਰ ਭਟਕਣੇ ਪੈਂਦੇ ਨੇ, ਭਟਕਣਾ ਪੈਂਦਾ? ਉਹ ਮਰੀਜ਼ਾਂ ਨੂੰ ਦੇਖਣ, ਆਪਣਿਆਂ ਨੂੰ ਦੇਖਣ, ਜਾਂ ਫਿਰ ਦਫ਼ਤਰਾਂ ਦੇ ਚੱਕਰ ਕੱਟਣੇ। ਸਵਾਲ ਤਾਂ ਇੱਕ ਹੈ, ਪਰੰਤੂ ਨਾਲ ਨਾਲ ਇੰਨਾ ਜ਼ਰੂਰ ਹੈ ਕਿ ਜਿਹੜੇ ਦਾਅਵੇ ਕੀਤੇ ਜਾਂਦੇ ਨੇ, ਦਾਅਵਿਆਂ 'ਚ ਇੱਕ ਸਵਾਲ ਤੁਹਾਡੇ ਲਈ ਵੀ ਜ਼ਰੂਰੀ ਹੈ ਕਿ ਤੁਸੀਂ ਇਹਨਾਂ ਦਾ ਹੱਥ ਫੜਨਾ ਚਾਹੋਗੇ। ਰੁਪਿੰਦਰ ਕੌਰ ਜੋ ਜਿਸਨੇ ਸਾਰੀ ਜ਼ਿੰਦਗੀ ਇੱਕ ਦਰਦ ਹੰਢਾਇਆ, ਮਰਦ ਪ੍ਰਧਾਨ ਸਮਾਜ ਦੇ ਹਰ ਜ਼ੁਲਮ ਨੂੰ ਸਹਿਆ, ਕਿ ਅੱਜ ਤੁਸੀਂ ਉਹਦੀ ਬਾਂਹ ਫੜਨਾ ਚਾਹੋਗੇ? ਸਵਾਲ ਇਹ ਹੈ ਤੁਸੀਂ ਕਿਸ ਤਰ੍ਹਾਂ ਮਦਦ ਕਰੋਗੇ? ਇਸ ਵਾਸਤੇ ਮੈਂ ਨਰਿੰਦਰ ਜੀ ਨੂੰ ਕਹੂੰਗਾ ਤੁਸੀਂ ਕੋਈ ਆਪਣੇ ਨੰਬਰ ਦਰਸ਼ਕਾਂ ਨੂੰ ਸਾਂਝੇ ਕਰੋ ਤਾਂ ਕਿ ਉਹ ਤੁਹਾਡੇ ਤੱਕ ਮਦਦ ਕਰ ਸਕਣ ਜੇ ਉਹ ਕਰਨਾ ਚਾਹੁਣ। ਹਾਂਜੀ, ਮੇਰਾ ਨੰਬਰ ਹੈਗਾ ਜੀ 98724 54672। ਇੱਕ ਵਾਰੀ ਫੇਰ ਬੋਲ ਦੇਣਾ ਜੀ, 98724 54672। ਇੱਕ ਦੂਜਾ ਨੰਬਰ ਆ 95928 32839, 95928 32839। ਇਸੇ ਨੰਬਰ ਤੇ ਮੇਰੇ ਤੇ ਜਿੱਦਾਂ ਗੂਗਲ ਪੇ ਚੱਲਦਾ ਆ ਜੀ। ਬਾਕੀ ਕੋਈ ਵੀ ਆ ਵੀ ਮੇਰੇ ਨਾਲ ਗੱਲ ਵੀ ਕਰ ਸਕਦਾ ਆ, ਵੀ ਉਹ ਮਿਲਣਾ ਵੀ ਚਾਹਵੇ ਮੈਨੂੰ ਮਿਲ ਵੀ ਸਕਦੇ ਆ, ਗੱਲ ਕਰਕੇ ਕਿਸੇ ਤਰ੍ਹਾਂ ਦੀ ਹੈਲਪ ਵੀ ਆ, ਜਿੱਦਾਂ ਵੀ ਉਹ ਕਰਨੀ ਚਾਹਣ ਤੇ ਉਹ ਪੁੱਛ ਸਕਦੇ। ਇਹ ਜਿਹੜੇ ਨੰਬਰ ਦਿੱਤੇ ਗਏ ਨੇ ਇੱਕ ਗੁਹਾਰ ਹੈ, ਇਹ ਇੱਕ ਹੈਲਪ ਹੋ ਸਕਦੀ ਹੈ। ਇੱਕ ਮਨੁੱਖੀ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ। ਪਰ ਮੈਂ ਨਰਿੰਦਰ ਜੀ ਨੂੰ ਜਾਣ ਤੋਂ ਪਹਿਲਾਂ ਇੱਕ ਸਵਾਲ ਜ਼ਰੂਰ ਕਰਨਾ ਚਾਹੂੰਗਾ। ਨਰਿੰਦਰ ਜੀ, ਪੂਰੇ ਸਿਸਟਮ ਬਾਰੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸ਼ਾਨ ਪੰਜਾਬੀ ਦੇ ਦਰਸ਼ਕਾਂ ਨੂੰ? ਜੀ, ਮੇਰੇ ਵੱਲੋਂ ਸਭ ਤੋਂ ਪਹਿਲਾਂ ਤਾਂ ਮੈਸੇਜ ਇਹ ਵੀ ਆ, ਕੋਈ ਵੀ ਸੜਕ ਹਾਦਸਾ ਹੁੰਦਾ ਆ ਜੀ, ਦੇਖੋ ਸੰਵਿਧਾਨ ਆਪਾਂ ਨੂੰ ਇਜਾਜ਼ਤ ਜਦ ਦਿੰਦਾ ਆ ਵੀ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਹੁੰਦੀ। ਕੋਈ ਵੀ ਆਪਾਂ ਨੂੰ ਰਸਤੇ ਵਿੱਚ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਆ, ਹੋ ਸਕਦਾ ਜੇ ਤੁਸੀਂ ਉਹਨੂੰ ਚੱਕ ਕੇ ਹਸਪੀਟਲ ਟਾਈਮ ਟੂ ਟਾਈਮ ਲੈ ਜਾਓ ਵੀ ਉਸ ਇਨਸਾਨ ਦੀ ਜਾਨ ਬਚ ਜਾਵੇ। ਦੂਜੀ ਗੱਲ ਇਹ ਆ ਜੀ, ਮੈਂ ਇਹ ਕਹੂੰਗਾ ਸਾਰਿਆਂ ਨੂੰ ਵੀ ਤੁਸੀਂ ਆਪਾਂ ਖੱਜਲ ਹੁੰਨੇ, ਆਪਾਂ ਬਰਬਾਦੀ ਕਰਕੇ ਨਾ ਫੇਰ ਪਹੁੰਚਦੇ ਆ ਹਸਪੀਟਲ 'ਚ। ਹੁਣ ਆਪਾਂ ਬਹੁਤ ਸਾਰੇ ਕਹਿ ਦਿੰਦੇ ਆ ਪੀਜੀਆਈ ਦੇ ਨਾਮ ਤੇ ਡਰ ਜਾਂਦੇ ਆ, ਪਰ ਮੈਂ ਰਿਐਲਿਟੀ ਦੇਖ ਲਈ ਆ ਜੀ। ਜਿੰਨਾ ਵਧੀਆ ਪੀਜੀਆਈ ਹਸਪੀਟਲ ਆ ਜੀ, ਜਿੰਨੇ ਵਧੀਆ ਡਾਕਟਰ ਉੱਥੋਂ ਦੇ ਆ ਨਾ, ਵੀ ਮੇਰੀ ਨਿਗਾਹ 'ਚ ਮੈਨੂੰ ਤਾਂ ਹੋਰ ਕਿਤੇ ਮਿਲੇ ਨਹੀਂ। ਮੈਂ ਬਹੁਤ ਜਗ੍ਹਾ ਧੱਕੇ ਖਾ ਚੁੱਕਾ। ਜਾਣੀ ਕਿ ਵੀ ਇਹ ਮੈਂ ਕਹੂੰਗਾ ਜੀ, ਲੋਕੀ ਉਦੋਂ ਪਹੁੰਚਦੇ ਆ ਜਦੋਂ ਬਿਲਕੁਲ ਸਾਹਾਂ ਤੇ ਹੁੰਦਾ ਆ। ਤੁਸੀਂ ਜੇ ਪਹਿਲਾਂ ਹੀ ਟਾਈਮ ਦੇ ਨਾਲ ਪੀਜੀਆਈ ਤੁਸੀਂ ਹਸਪੀਟਲ ਪਹੁੰਚ ਜਾਓਗੇ, ਵੀ ਉਹ ਤਾਂ ਇਦਾਂ ਆ ਵੀ ਇੱਕ ਮਰਦੇ ਬੰਦੇ ਨੂੰ ਵੀ ਬਚਾ ਲੈਂਦੇ ਆ। ਜਾਣੀ ਕਿ ਤੁਸੀਂ ਆਪਾਂ ਉਦੋਂ ਜਾਂਦੇ ਆ ਜਦੋਂ ਆਪਾਂ ਆਸੇ ਪਾਸੇ ਸਾਰੇ
ਜਾਣੀ ਕਿ ਪ੍ਰਾਈਵੇਟ ਧੱਕੇ ਖਾ ਚੁੱਕੇ ਹੁੰਨੇ ਆ, ਆਪਣਾ ਘਰ-ਬਾਰ ਵੀ ਆਪਾਂ ਵੇਚ ਲੈਨੇ ਆ, ਜਦੋਂ ਆਪਣੇ ਹੱਥ ਖੜੇ ਹੋ ਜਾਂਦੇ ਆ ਉਹ ਬੇਫਾਲਤੂ ਆਪਰੇਸ਼ਨ ਕਰ ਕੇ ਮੁੜ ਕੇ ਤੁਹਾਨੂੰ ਜਵਾਬ ਦੇ ਦਿੰਦੇ ਆ। ਪਹਿਲਾਂ ਤਾਂ ਉਹ ਕਹਿੰਦੇ ਆ ਅਸੀਂ ਟ੍ਰੀਟਮੈਂਟ ਤੁਹਾਡਾ ਕਰਾਂਗੇ, ਜਦੋਂ ਉਹਨਾਂ ਦਾ ਆਪਣਾ ਬਿੱਲ ਪੂਰਾ ਹੋ ਜਾਂਦਾ ਆ, ਜਾਨੀ ਕਿ ਆਪਰੇਸ਼ਨ ਕਰ ਦਿੰਦੇ ਆ, ਫਿਰ ਉਹ ਕਹਿ ਦਿੰਦੇ ਆ ਤੁਸੀਂ ਪੀਜੀਆਈ ਲੈ ਜਾਓ। ਜੇ ਉਹ ਇਹ ਗੱਲ ਪਹਿਲਾਂ ਹੀ ਕਹਿ ਦਿੰਦੇ, ਉਸ ਰਾਤ ਹੀ ਮੈਨੂੰ ਕਹਿ ਦਿੰਦੇ, ਨਾਲੇ ਤਾਂ ਵਿੱਚ 2 ਦਿਨ ਨਾ ਪੈਂਦੇ ਜੀ, ਨਾਲੇ ਟਾਈਮ ਨਾਲ ਪਹੁੰਚ ਜਾਂਦਾ, ਨਾਲੇ ਇਹਦੀ ਅੱਖਾਂ ਦੀ ਰੋਸ਼ਨੀ ਅੱਜ ਬਚ ਜਾਂਦੀ। ਮੈਂ ਇਹ ਕਹਿਣਾ ਚਾਹੂੰਗਾ ਸਾਰਿਆਂ ਨੂੰ, ਤੁਸੀਂ ਇੱਧਰ ਉੱਧਰ ਟਾਈਮ ਖਰਾਬ ਨਾ ਕਰਿਓ ਜੀ, ਜਿੰਨੀ ਛੇਤੀ ਹੋ ਸਕਿਆ ਵਧੀਆ ਤੋਂ ਵਧੀਆ ਹਸਪੀਟਲ ਮੇਰੀ ਨਿਗਾਹ 'ਚ ਤਾਂ ਬਹੁਤ ਬੈਸਟ ਆ, ਉੱਥੋਂ ਦੇ ਡਾਕਟਰ ਮੇਰੇ ਲਈ ਰੱਬ ਰੂਪ ਆ ਜੀ, ਮੇਰੇ ਲਈ ਉਹੀ ਗੁਰੂ ਘਰ ਆ, ਉਹੀ ਮਸਜਿਦ ਆ, ਉਹੀ ਮੰਦਿਰ ਆ, ਕਿਉਂਕਿ ਜਿੱਥੋਂ ਮੈਨੂੰ ਜਵਾਬ ਸਾਰੇ ਪਾਸਿਓਂ ਮਿਲ ਗਿਆ ਸੀ, ਪਰ ਉਹ ਪੀਜੀਆਈ ਤੋਂ ਡਾਕਟਰਾਂ ਨੇ ਹੱਥ ਪਾ ਲਿਆ ਆ, ਤੇ ਅੱਗੇ ਆਸ ਆ ਪੂਰੀ, ਉਹ ਕੋਸ਼ਿਸ਼ ਵੀ ਕਰਦੇ ਆ, ਬਾਕੀ ਉਸ ਵਾਹਿਗੁਰੂ ਤੇ ਡੋਰਾ ਆ ਜੀ, ਉਹ ਜ਼ਰੂਰ ਕਰੂਗਾ। ਧੰਨਵਾਦ ਨਰਿੰਦਰ ਜੀ, ਧੰਨਵਾਦ ਰੁਪਿੰਦਰ ਜੀ। ਜੀ ਧੰਨਵਾਦ ਜੀ। ਸਵਾਲ ਇਹ ਹੈ ਕਿ ਲੁੱਟ ਸਿਹਤ ਦੇ ਨਾਂ ਤੇ ਕਦੋਂ ਤੱਕ ਚੱਲੇਗੀ? ਕਦੋਂ ਤੱਕ ਲੋਕ ਲੁੱਟ ਖਸੁੱਟ ਦੇ ਇਸ ਬਾਜ਼ਾਰ ਚੋਂ ਨਿਕਲ ਕੇ ਸਰਕਾਰੀ ਸੁਵਿਧਾਵਾਂ ਵੱਲ ਵੀ ਵਧਣਗੇ? ਪਰੰਤੂ ਉਹਦੇ ਵਾਸਤੇ ਜਾਗਰੂਕ ਕਿਸ ਨੂੰ ਕਰਨਾ ਪੈਣਾ? ਜਾਗਰੂਕ ਸਰਕਾਰਾਂ ਨੂੰ ਕਰਨਾ ਪੈਣਾ ਹੈ, ਕਿਉਂਕਿ ਉਹ ਜਦੋਂ ਇਲੈਕਸ਼ਨ ਦੌਰਾਨ ਵੱਡੇ ਵੱਡੇ ਦਾਅਵੇ ਕਰ ਸਕਦੇ ਨੇ, ਉਹ ਇਹੋ ਜਿਹਾ ਪ੍ਰਚਾਰ ਕਿਉਂ ਨਹੀਂ ਕਰ ਸਕਦੇ ਕਿ ਲੋਕਾਂ ਨੂੰ ਸਹੂਲਤ ਉਹਨਾਂ ਪ੍ਰਤੀ ਮਿਲੇ, ਉਹਨਾਂ ਦਾ ਆਰਥਿਕ ਲੁੱਟ ਨਾ ਹੋਵੇ। ਇਸੇ ਸਵਾਲ ਨਾਲ ਚੈਨਲ ਸ਼ਾਨ ਪੰਜਾਬੀ ਇੱਕ ਵਾਰੀ ਫੇਰ ਤੁਹਾਨੂੰ ਅਪੀਲ ਕਰਦਾ ਹੈ ਕਿ ਇਸ ਪ੍ਰੇਮ ਜੋੜੇ ਨੂੰ ਤੁਸੀਂ ਬਚਾਉਣਾ ਹੈ ਤੇ ਆਪਣੀ ਮਦਦ ਕਰਨੀ ਹੈ, ਤੇ ਸਟੋਰੀ ਨੂੰ ਸ਼ੇਅਰ ਵੀ ਕਰਨਾ ਹੈ ਤੇ ਕਮੈਂਟ ਵੀ ਕਰਨਾ ਹੈ, ਕਿਉਂਕਿ ਇਸ ਵਿੱਚ ਇੱਕ ਜੰਗ ਹੈ। ਚੈਨਲ ਸ਼ਾਨ ਪੰਜਾਬੀ ਵੱਲੋਂ ਛੇੜੀ ਉਹ ਜੰਗ ਹੈ ਕਿ ਅਸੀਂ ਕਿਸੇ ਨੂੰ ਲੁੱਟਣ ਨਹੀਂ ਦੇਣਾ, ਅਸੀਂ ਜਾਗਰੂਕ ਕਰਨਾ ਹੈ, ਸਾਡਾ ਫਰਜ਼ ਵੀ ਜਾਗਰੂਕ ਕਰਨਾ ਹੈ। ਇਸੇ ਸਵਾਲ ਨਾਲ, ਕਿਉਂਕਿ ਕਹਾਣੀਆਂ ਮੁੱਕਦੀਆਂ ਨਹੀਂ, ਸ਼ੁਰੂਆਤ ਤੋਂ ਸ਼ੁਰੂ ਹੁੰਦੀਆਂ ਨੇ। ਅਗਲੀ ਕਹਾਣੀ ਲੈ ਕੇ ਫੇਰ ਹਾਜ਼ਰ ਹੋਵਾਂਗਾ ਜੋ ਸੱਚ ਤੇ ਤੁਹਾਨੂੰ ਪ੍ਰੇਰਿਤ ਕਰਦੀ ਹੈ। ਮੈਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ।